ਇੰਟਰਸਟਿੰਗ ਗੱਲ ਇਹ ਹੈ ਕਿ ਜਦੋਂ ਮੈਂ ਟੌਪਿਕ ਚੁਣਿਆ ਗੁੱਗਾ ਜ਼ਹਰ ਪੀਰ, ਇਹਦੀ ਵੀ ਆਪਣੇ ਆਪ ਦੇ ਵਿੱਚ ਇੱਕ ਕਥਾ ਹੈ ਬੜੀ ਇੰਟਰਸਟਿੰਗ। ਮੈਂ ਸੋਸ਼ੋਲੋਜੀ ਦਾ ਸਟੂਡੈਂਟ ਸੀ, ਲਿੰਗੁਇਸਟਿਕਸ ਡਿਪਾਰਟਮੈਂਟ ਦੇ ਵਿੱਚ ਅਸੀਂ ਐਮਫਿਲ ਕਰਨ ਚਲੇ ਗਏ। ਉੱਥੇ ਪ੍ਰੋਫੈਸਰ HS ਗਿੱਲ, ਹਰਜੀਤ ਸਿੰਘ ਗਿੱਲ ਉੱਥੋਂ ਫਰਾਂਸ ਤੋਂ ਆਏ ਸੀ, ਸੁਰਜੀਤ ਸਿੰਘ ਲੀ, ਹਰਦਲਜੀਤ ਸਿੰਘ ਲਾਲੀ, ਬੜੇ ਵੱਡੇ ਵੱਡੇ ਨਾਮ, ਵੱਡੇ ਵੱਡੇ ਲੋਕ, ਗਿਆਨ ਦੇ ਭੰਡਾਰੇ, ਤੁਰਦੇ ਫਿਰਦੇ ਗਿਆਨ ਦੇ ਫੁਆਰੇ, ਇੱਦਾਂ ਦੇ ਲੋਕ ਸੀ। ਮੈਂ ਬਿਲਕੁਲ ਆਈਸੋਲੇਟਿਡ ਸੀ ਕਲਾਸ ਦੇ ਵਿੱਚ। ਮੈਂ ਟਿਪੀਕਲ ਕਾਮਰੇਡ, ਯੂਨੀਅਨ ਨੇ ਇੱਥੇ ਭੇਜਿਆ ਸੀ ਵਾਈਸ ਚਾਂਸਲਰ ਨੂੰ ਕੱਢਣ ਦੇ ਲਈ। ਸੋ ਅਸੀਂ ਮਾਰਕਸਵਾਦ ਅਤੇ ਮਾਓਵਾਦ ਤੋਂ ਅੱਗੇ ਜਾਣ ਵਾਲੇ ਬੰਦੇ ਨਹੀਂ ਸੀ, ਉਹ ਤੋਂ ਅਗਲੀ ਗੱਲ ਕਰਦੇ ਸੀ। ਬੜੇ ਪਹਿਲਾਂ ਤਾਂ ਮੈਂ ਪਹਿਲਾ ਸਮੈਸਟਰ ਤਾਂ ਕਲਾਸਾਂ ਹੀ ਨਹੀਂ ਮੈਂ ਲਾਈਆਂ, ਕਿਉਂਕਿ ਕਿਰਾਇਆ ਐਜੀਟੇਸ਼ਨ ਚੱਲਦੀ ਸੀ, ਮੇਰੇ ਬਰੰਟ ਨਿਕਲੇ ਹੋਏ ਸੀ। ਉਹ ਥੋੜ੍ਹਾ ਜਿਹਾ ਜਿਵੇਂ ਚੌਧਰ ਕਰਕੇ, ਲੀਡਰੀ ਕਰਕੇ, ਟੀਚਰ ਵੈਸੇ ਕੁਛ ਨਹੀਂ ਕਹਿੰਦੇ ਹੁੰਦੇ ਕਿ ਚਲੋ ਕਿਸੇ ਕੰਮ 'ਚ ਲੱਗਿਆ ਹੋਇਆ ਬੰਦਾ। ਪਰ ਸੈਕਿੰਡ ਸਮੈਸਟਰ ਦੇ ਵਿੱਚ ਥੋੜ੍ਹਾ ਮਾਮਲਾ ਸੀਰੀਅਸ ਹੋ ਗਿਆ, ਕਿਉਂਕਿ ਉਹ ਤੋਂ ਬਾਅਦ ਟੌਪਿਕ ਚੁਣਨੇ ਸੀ। ਮੈਨੂੰ ਯਾਦ ਹੈ ਕਿ ਜਦੋਂ ਟੌਪਿਕ ਬਣ ਰਹੇ ਸੀ ਤਾਂ ਉਹਨਾਂ ਨੇ ਕਿਸੇ ਨੂੰ ਕੁਛ ਕਹਿ ਦਿੱਤਾ। ਲਿਟਰੇਚਰ ਵਾਲੇ ਪੰਜਾਬੀ ਦੀਆਂ ਸੀ ਲੜਕੀਆਂ, ਕੁਛ ਉਹਨਾਂ ਨੂੰ ਪੰਜਾਬੀ ਦਾ, ਅੰਗਰੇਜ਼ੀ ਵਾਲਿਆਂ ਨੂੰ ਅੰਗਰੇਜ਼ੀ ਦਾ। ਉਹ ਕਹਿੰਦੇ ਵੀ ਇੱਕ ਟੌਪਿਕ ਆ ਹੈਗਾ ਸਨੇਕ ਵਰਸ਼ਿਪ ਅਤੇ ਗੁੱਗਾ ਜ਼ਹਰ ਪੀਰ ਦਾ, ਪਰ ਇਹ ਬਹੁਤ ਔਖਾ ਹੈ, ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਕਿਸੇ ਦੇ, ਇਸ ਕਰਕੇ ਆਪਾਂ ਨਹੀਂ ਕਰਦੇ। ਮੇਰੀ ਬੜੀ ਹਉਮੈ ਜਾਗੀ ਕਿ ਮਤਲਬ ਹੱਦ ਹੋ ਗਈ। ਫਿਰ ਆਪਾਂ ਨਾਲੇ ਹਉਮੈ ਦਾ ਇਹ ਕੰਮ ਹੁੰਦਾ ਵੀ ਉਹਨੂੰ ਚੈਲੰਜ ਬੜਾ ਪਿਆਰਾ ਲੱਗਦਾ। ਹਾਂ ਵੀ ਅਸੀਂ ਗੁੱਗੇ ਨੂੰ ਕੀ ਸਮਝਦੇ ਹਾਂ, ਅਸੀਂ ਤਾਂ ਇਨਕਲਾਬ ਕਰ ਰਹੇ ਹਾਂ। ਉਹਨੇ ਮੈਨੂੰ ਕਿਹਾ ਵੀ ਕਿ ਤੂੰ ਨਾ ਕਰੇ ਕੰਮ, ਪਰ ਮੈਂ ਅੜ ਗਿਆ। ਚਲੋ ਜੀ, ਟੌਪਿਕ ਚੁਣਿਆ ਗਿਆ, ਮੇਰੀ ਗਲਤੀ ਸੀ ਵੈਸੇ ਇਹ, ਬਾਅਦ 'ਚ ਮੈਨੂੰ ਰਿਲਾਈਜ਼ ਹੋਇਆ। ਚਲੋ ਜੀ, ਪੜ੍ਹਨਾ ਸ਼ੁਰੂ ਕਰਤਾ। ਅੱਛਾ, ਇਹ ਮੇਰੇ ਸੁਭਾਅ ਦੇ ਵਿੱਚ ਵੀ ਸੀ ਥੋੜ੍ਹਾ, ਜਿੰਨਾ ਕਹਿ ਲਓ। ਸੁਪਰਵਾਈਜ਼ਰ ਵੀ ਅੱਛੇ ਸੀ। ਉਹ ਨਹੀਂ ਦਿਨੀ ਉਹ ਬਹੁਤ ਨਾ ਸਟਰਕਚਰਲਿਜ਼ਮ, ਐਗਜ਼ਿਸਟੈਂਸ਼ਲਿਜ਼ਮ ਇੱਦਾਂ ਦੇ ਸਕੂਲ 'ਤੇ ਨਿਚਾਰ ਭਿੜ ਰਹੇ ਸੀ ਆਪਸ ਦੇ ਵਿੱਚ, ਉਹ ਪੜ੍ਹਨਾ ਹੀ ਪੈਂਦਾ ਸੀ ਸਾਰਾ। ਉਹ ਜਦੋਂ ਮੈਂ ਸਨੇਕ ਵਰਸ਼ਿਪ 'ਤੇ ਪੜ੍ਹਨਾ ਸ਼ੁਰੂ ਕਰਿਆ, ਵਰਲਡ ਦੀ ਜਿਹੜੀ ਸਰਪੈਂਟ ਲੋਰ ਹੈ ਪੰਜਾਬ ਦੀ, ਅਸੀਂ ਜਦੋਂ ਡਾਟਾ ਕਲੈਕਟ ਕਰਨ ਲੱਗੇ ਤਾਂ 4 ਮਾੜੀਆਂ ਅਸੀਂ ਪੰਜਾਬ ਦੀਆਂ ਚੁਣ ਲਈਆਂ। ਛਪਾਰ ਦੀ ਸਭ ਤੋਂ ਵੱਡੀ ਹੈ, ਨੈਣਾ ਕੌਤ ਦੀ ਹੈ, ਪਮਿਆਂ ਦੀ ਹੈ। ਇੱਕ ਅਸੀਂ ਆਪਣੇ ਪਿੰਡ, ਇੱਕ ਪਿੰਡ ਲੈਵਲ ਦੀ ਸੀ, ਇੱਕ ਡਿਸਟ੍ਰਿਕਟ ਲੈਵਲ ਦੀ ਜਾਂ ਰੀਜਨ ਲੈਵਲ ਦੀ, ਇੱਦਾਂ ਸੀ। ਪਮਿਆਂ ਦੀ ਜਿਹੜੀ ਨੈਣਾ ਕੌਤ ਦੀ ਜਿਹੜੀ ਮਾੜੀ ਹੈ, ਇਹਦੇ 'ਤੇ ਜਦੋਂ ਮੈਂ ਫੀਲਡ ਵਰਕ ਕਰਨ ਗਿਆ, ਉੱਥੇ ਬੜੀ ਅੱਛੀ ਮਾੜੀ ਹੈ, ਲੋਕਾਂ ਦੇ ਵਿੱਚ ਬੜੀ ਮੰਨਤ ਹੈ, ਲੋਕਾਂ ਦੇ ਮਨਾਂ ਦੇ ਵਿੱਚ। ਮੇਰੇ ਨਾਲ ਜਿਹੜਾ ਦੋਸਤ ਸੀ, ਅਨਫੋਰਚੂਨੇਟਲੀ ਹੁਣ ਨਹੀਂ ਹੈ, ਸਕੂਟਰ ਇੱਕ ਬੰਦੇ ਕੋਲ ਹੁੰਦਾ ਸੀ ਹੋਸਟਲਾਂ 'ਚ ਉਹਨਾਂ ਦਿਨਾਂ 'ਚ, ਉਹਨੂੰ ਮੈਂ ਪਲੋਸਿਆ ਕਾਫੀ। ਸਕੂਟਰ 'ਤੇ ਅਸੀਂ ਗਏ ਅਤੇ ਵਾਪਸ ਜਦੋਂ ਆ ਰਹੇ ਸੀ ਮੁੜ ਕੇ, ਉੱਥੇ ਰਸਤੇ 'ਚ ਨਾ ਇੱਕ ਜਗ੍ਹਾ ਜੀ ਹੈ, ਜਾਲ ਪੀਰ ਕਹਿੰਦੇ ਨੇ ਸ਼ਾਇਦ ਉਹਨੂੰ। ਉੱਥੇ ਇੱਕ ਯੋਗੀ ਵੈਸੇ ਹੀ ਬੈਠਾ। ਉਦੋਂ ਤੱਕ ਮੈਂ ਸਾਰੀਆਂ ਸਟੋਰੀਆਂ ਪੜ੍ਹ ਲਈਆਂ ਸੀ, ਸਾਰੇ ਵਰਸ਼ਨ ਇਕੱਠੇ ਕਰ ਲਏ ਸੀ। ਰਿਚੁਅਲ ਜਿਹੜੀਆਂ ਪ੍ਰੈਕਟਿਸਿਸ ਨੇ ਉਹ ਸਟੱਡੀ ਕਰਨ ਦੇ ਲਈ ਡਾਟਾ ਕਲੈਕਟ ਕਰ ਰਹੇ ਸੀ। ਉਹ ਯੋਗੀ ਨੂੰ ਦੇਖ ਕੇ ਮੇਰੇ ਐਵੇਂ ਹੀ ਮਨ ਦੇ ਵਿੱਚ ਆਇਆ ਕਿ ਇਹਨੂੰ ਵੀ ਪੁੱਛ ਚੱਲਦੇ ਹਾਂ, ਆਪਾਂ ਤਾਂ ਕੰਮ ਹੀ ਇਹ ਕਰ ਰਹੇ ਹਾਂ। ਅਸੀਂ ਜੀ ਜਾ ਕੇ ਬੈਠ ਗਏ। ਮੇਰੇ ਨਾਲ ਉਹ ਸਿਮਰਨਜੀਤ ਮਾਨ ਦਾ ਕਜ਼ਨ ਸੀ, ਉਹ ਕਰਨਵੀਰ ਮਾਨ, ਬਾਅਦ 'ਚੋਂ PCS ਬਣ ਗਿਆ ਸੀ। ਉਹਨੇ ਤਾਂ ਜਿਵੇਂ ਮੈਂ ਬੈਠ ਗਿਆ, ਉਹ ਵੀ ਮੇਰੇ ਨਾਲ ਜੀ ਬੈਠ ਗਿਆ, ਮੱਥਾ ਜਿਹਾ ਟੇਕ ਕੇ। ਉਹਨੇ ਯੋਗੀ ਨੇ ਜੀ ਆਪਣਾ ਜਟਾਂ ਜੀਆਂ ਦਾ ਜੂੜਾ ਕਰਿਆ ਹੋਇਆ ਜਿੱਦਾਂ ਦੇ ਹੁੰਦੇ ਨੇ, ਤੁਸੀਂ ਦੇਖਿਆ। ਉਹਨੇ ਆਪਣੀ ਚਿਲਮ ਹੌਲੀ ਹੌਲੀ ਭਰ ਰਿਹਾ ਸੀ, ਉਹਨੇ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ। ਚਿਲਮ ਉਹਨੇ ਹੌਲੀ ਹੌਲੀ ਆਰਾਮ ਨਾਲ ਭਰੀ, ਫਿਰ ਉਹਨੇ ਅੱਗ ਲਾਈ, ਫਿਰ ਉਹਨੇ ਪੂਰਾ ਉਹ ਕੱਢਿਆ, ਜਿਹੜਾ ਉੱਪਰ ਲਾਟ ਜੀ ਕੱਢ ਦਿੰਦੇ ਨੇ, ਕੱਢ ਕੁੱਢ ਕੇ ਫਿਰ ਉਹ ਸਾਡੇ ਵੱਲ ਨੂੰ ਕਹਿੰਦਾ, ਹਾਂ ਬਈ ਭਗਤੋ ਹੁਣ ਦੱਸੋ। ਅਸੀਂ ਦੱਸਿਆ ਜੀ ਅਸੀਂ ਇੱਦਾਂ ਗੁੱਗਾ ਜ਼ਹਰ ਪੀਰ 'ਤੇ ਰਿਸਰਚ ਕਰ ਰਹੇ ਹਾਂ, ਉਹਦੇ ਬਾਰੇ। ਉਹਨੇ ਜੀ ਉਹਦੀ ਸਟੋਰੀ ਸੁਣਾਉਣੀ ਸ਼ੁਰੂ ਕਰਤੀ ਵੀ 2 ਰਾਣੀਆਂ ਸੀ, ਇੱਕ ਕਾਸ਼ਲ ਸੀ, ਇੱਕ ਬਾਸ਼ਲ ਸੀ, ਰਾਜਾ ਜੇਵਰ ਸੀ, ਗੜ੍ਹ ਦਰੇੜੇ ਦਾ ਸੀ। ਉਹ ਮੈਨੂੰ ਵੀ ਜ਼ਬਾਨੀ ਯਾਦ ਸੀ। ਉਹ ਸਟੋਰੀ ਤੁਸੀਂ ਸੁਣੀ ਹੋਣੀ ਹੈ, ਸਾਰਿਆਂ ਨੇ ਪੜ੍ਹੀ ਹੋਣੀ ਹੈ ਕਿ ਇੱਕ ਰਾਣੀ ਤਪ ਕਰਦੀ ਹੈ, ਦੂਜੀ ਹੈ ਜਿਹੜੀ ਉਹ ਵਰ ਲੈ ਆਉਂਦੀ ਹੈ। ਉਹ ਜਦੋਂ ਜਾਂਦੀ ਹੈ ਅਸਲੀ ਤਾਂ ਉਹਨੂੰ ਲੱਗਦਾ ਵੀ ਇਹ ਤਾਂ ਗੜਬੜ ਹੋ ਗਈ, ਉਹ ਉਹਨੂੰ ਹੋਰ ਵਰ ਦੇ ਦਿੰਦਾ ਕੋਈ। ਪਹਿਲਾਂ ਉਹ ਜਾਂਦਾ ਸ਼ਿਵ ਜੀ ਕੋਲ, ਫਿਰ ਪਤਾਲ 'ਚ, ਫਿਰ ਜਮਨੇਜਾ ਨੂੰ, ਇੱਦਾਂ ਦਾ ਲੰਬਾ ਚੌੜਾ ਕੰਮ ਹੈ। ਜਦੋਂ ਯੋਗੀ ਕਰਕੇ ਹਟਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਇਹਦਾ ਮਤਲਬ ਹੈ ਕੋਈ ਵੈਸੇ? ਮੇਰੇ ਅੰਦਰਲਾ ਜਿਹੜਾ ਕਾਮਰੇਡ ਸੀ, ਮੈਂ ਕਿਹਾ ਜਿਹੜਾ ਬੰਦਾ ਸਮਾਧੀ ਲਾਈ ਬੈਠਾ ਹੈ, ਰਾਣੀ ਉਹਦੀ ਪੂਜਾ ਕਰ ਰਹੀ ਹੈ, ਕਦੇ ਪਤਾਲ ਚਾੜ ਦਿੰਦੇ ਉਹਨੂੰ, ਕਦੇ ਅਸਮਾਨ 'ਚ ਸ਼ਿਵ ਜੀ ਕੋਲ ਚਲਿਆ ਗਿਆ। ਮੈਂ ਕਿਹਾ ਉਹਨੂੰ ਇੰਨਾ ਤਾਂ ਪਤਾ ਨਹੀਂ ਲੱਗਿਆ ਵੀ ਰਾਣੀ ਕਿਹੜੀ ਹੈ। ਵੀ ਉਹਨੂੰ ਮਤਲਬ ਹੋਰ ਔਰਤ ਆ ਕੇ ਉਹਨੂੰ ਲੁੱਟ ਕੇ ਲੈ ਗਈ। ਤੁਸੀਂ ਕਹਿੰਦੇ ਹੋ ਜੀ ਉਹ ਤਰਲੋਕਦਰਸ਼ੀ, ਤਰਕਾਲਦਰਸ਼ੀ, ਤਰਲੋਕਗਾਮੀ, ਵੀ ਸਾਰੇ ਘੁੰਮਦਾ ਜੇ ਉਹ ਹੈ।
ਉਹਨੇ ਬਿਲਕੁਲ ਅੱਗਿਓਂ ਰਿਐਕਟ ਨਹੀਂ ਕਰਿਆ। ਇੰਟਰਸਟਿੰਗ ਗੱਲ ਇਹ ਸੀ। ਉਹ ਮੈਨੂੰ ਕਹਿੰਦਾ ਭਗਤ ਜੀ ਦੇਖੋ ਜਿਹਦਾ ਵਿਸ਼ਵਾਸ ਹੈ ਉਹਦੇ ਲਈ ਸੱਚ ਹੈ। ਮੈਂ ਕਿਹਾ ਇਹ ਸੱਚ ਹੈ, ਤੁਸੀਂ ਝੂਠ ਮਾਰੀ ਜਾਂਦੇ ਹੋ ਐਵੇਂ। ਉਹ ਕਹਿੰਦਾ ਜਿਹੜਾ ਵਿਸ਼ਵਾਸ ਕਰਦਾ ਉਹਦੇ ਲਈ ਸੱਚ ਹੈ, ਜਿਹੜਾ ਨਹੀਂ ਕਰਦਾ ਉਹਦੇ ਲਈ ਨਹੀਂ ਸੱਚ। ਅੱਛਾ, ਹੁਣ ਇਹਦੇ ਅੱਗੇ ਤਾਂ ਬਹਿਸ ਹੋ ਹੀ ਨਹੀਂ ਸੀ ਸਕਦੀ ਕੋਈ ਗੱਲ। ਮੈਂ ਕਿਹਾ ਜੇ ਮੈਂ ਵਿਸ਼ਵਾਸ ਕਰਨ ਲੱਗ ਜਾ ਫਿਰ ਇਹ ਸੱਚ ਹੋ ਜਾਊਗਾ, ਜੇ ਪਹਿਲਾਂ ਹੀ ਮੈਂ ਹਟ ਜਾਂਦਾ ਤਾਂ ਠੀਕ ਸੀ ਕੰਮ। ਜਦੋਂ ਮੈਂ ਇਹ ਗੱਲ ਕਹੀ ਉਹ ਕਹਿੰਦਾ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਆਪਣੇ ਹੱਥ 'ਚ ਹੁੰਦਾ। ਮੈਨੂੰ ਇੱਕਦਮ ਲੱਗਿਆ ਕਿ ਕੀ ਇਹ ਗੱਲ, ਇਹਦਾ ਮੈਂ ਹੁਣ ਜਵਾਬ ਵੀ ਕੀ ਦੇਵਾਂ। ਚਲੋ ਉਹ ਤਾਂ ਅਸੀਂ ਉੱਥੋਂ ਕਰ ਕੁਰ ਕੇ ਮੱਥਾ ਮੁੱਥਾ ਟੇਕ ਕੇ ਖੜਾ ਛੁੱਟ ਕੇ ਆ ਗਏ। ਮੈਂ ਸੋਚਦਾ ਰਿਹਾ ਕਿ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਕੀ ਆਪਣੇ ਬਸ ਦੇ ਵਿੱਚ ਹੁੰਦਾ, ਕਿ ਜਿਹੜੇ ਮੇਰੇ ਬਲੀਫਸ ਨੇ ਜਾਂ ਮੇਰਾ ਬਲੀਫ ਸਿਸਟਮ ਹੈ, ਮੈਂ ਉਹਨੂੰ ਕੰਟਰੋਲ ਕਰ ਰਿਹਾ ਜਾਂ ਉਹ ਮੈਨੂੰ ਕੰਟਰੋਲ ਕਰ ਰਿਹਾ। ਇਹ ਸਵਾਲ ਨੇ ਫਿਰ ਮੇਰਾ ਖਹਿੜਾ ਨਹੀਂ ਛੱਡਿਆ। ਅਰੇ ਤੁਹਾਡਾ ਵੀ ਨਹੀਂ ਛੱਡਣਾ ਇਹ ਲੈਕਚਰ ਤੋਂ ਬਾਅਦ, ਕਿਉਂਕਿ ਮੈਂ ਫਿਰ ਡੈਪਥ ਸਾਈਕੋਲੋਜੀ, ਜਿਹੜੇ ਕੁਛ ਬੱਚੇ ਕਹਿੰਦੇ ਸੀ ਬੇਸ਼ੱਕ ਕਿਤਾਬਾਂ ਨੋਟ ਕਰਨ, ਫਰਾਇਡ ਦੀ ਹੈ, ਟੋਟਮ ਟੈਬੂ ਹੈ, ਜੁੰਗ ਦੀ ਹੈ ਕੁਲੈਕਟਿਵ ਆਰਕੀਟਾਈਪਸ ਆਫ ਅਨਕੌਂਸ਼ੀਅਸ। ਉਹਨਾਂ ਤੋਂ ਅੱਗੇ ਇੱਕ ਬੰਦਾ ਹੋਇਆ ਜਿਹਦਾ ਨਾਂ ਅਕਸਰ ਵਾਲੇ ਨਹੀਂ ਇੱਥੇ ਲੈਂਦੇ, ਐਰਿਕ ਨਿਊਮੈਨ ਇੱਕ ਹੋਇਆ ਬੰਦਾ। ਉਹ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਉਹਨੇ ਬੁੱਕ ਲਿਖੀ ਸੀ, ਹਿਸਟਰੀ ਆਫ ਓਰੀਜਨ ਐਂਡ ਹਿਸਟਰੀ ਆਫ ਹਿਊਮਨ ਕੌਂਸ਼ੀਅਸਨੈਸ, ਦ ਗ੍ਰੇਟ ਮਦਰ। ਉਹਦੀਆਂ 2 ਬੁੱਕਸ ਨੇ ਇਹ। ਮੈਂ ਜੀ ਫਿਰ ਡੈਪਥ ਸਾਈਕੋਲੋਜੀ 'ਚ ਮੈਂ ਪੂਰੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀ ਕਿ ਸਾਡੀ ਕੌਂਸ਼ੀਅਸਨੈਸ, ਸਾਡਾ ਬਲੀਫ ਸਿਸਟਮ ਬਣਦਾ ਕਿਵੇਂ ਹੈ, ਇਹ ਸਾਡੀ ਜੀਵਨ ਨੂੰ ਪ੍ਰਭਾਵਿਤ ਕਿਵੇਂ ਕਰਦਾ ਹੈ, ਕੀ ਇਹ ਸਾਨੂੰ ਕੰਟਰੋਲ ਕਰਦਾ ਜਾਂ ਅਸੀਂ ਇਹਨੂੰ ਕੰਟਰੋਲ ਕਰਦੇ ਹਾਂ। ਅੱਜ ਵੀ ਸਾਈਕੋਲੋਜੀ ਦੇ ਵਿੱਚ ਜਿਹੜੀ ਡੈਪਥ ਸਾਈਕੋਲੋਜੀ ਹੈ ਉਹ 'ਚ ਬਹੁਤ ਵੱਡੀ ਡਿਬੇਟ ਹੈ ਇੱਕ ਆਪਣੇ ਆਪ ਦੇ ਵਿੱਚ, ਕਿ ਬਲੀਫਸ ਨੇ ਜਿਹੜੇ ਉਹ ਬਣਦੇ ਕਿਵੇਂ ਨੇ ਅਤੇ ਉਹ ਬਲੀਫਸ ਚੇਂਜ ਕਿਵੇਂ ਹੁੰਦੇ ਨੇ, ਹਮੇਸ਼ਾ ਇੱਕ ਜਿਹੇ ਵੀ ਨਹੀਂ ਰਹਿੰਦੇ। ਸੋ ਇਹਦੇ ਉੱਪਰ ਆਪਾਂ ਅੱਜ ਗੱਲਬਾਤ ਕਰਾਂਗੇ। ਪਰ ਫਿਰ ਵੀ ਮੈਂ ਤੁਹਾਨੂੰ ਬਰੀਫਲੀ ਥੋੜ੍ਹੀ ਇੰਟਰੋਡਕਟਰੀ ਦੱਸ ਦਿਆਂ ਕਿ ਇੱਕ ਤਾਂ ਰਿਲੀਜਨ ਦਾ ਆਪਾਂ ਬਰੀਫਲੀ ਮੈਂ ਤੁਹਾਨੂੰ ਦੱਸਦਾ ਵੀ ਰਿਲੀਜਨ ਕੀ ਹੁੰਦਾ ਜਾਂ ਇਹਦੇ ਬਾਰੇ ਸੋਸ਼ੋਲੋਜੀ ਐਂਥਰੋਪੋਲੋਜੀ 'ਚ ਕੀ ਕਹਿੰਦੇ ਨੇ। ਪਹਿਲਾਂ ਰਿਲੀਜਨ ਨੂੰ ਇਹ ਸਮਝਿਆ ਜਾਂਦਾ ਸੀ ਵੀ ਇਹ ਸੱਚ ਦਾ ਮਾਰਗ ਹੈ, ਇਹਦੇ ਰਾਹੀਂ ਹੀ ਸੱਚ ਜਾਣਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਵੈਸੇ ਐਕਸਪਲੇਨੇਟਰੀ ਸਿਸਟਮ ਹੈ। ਸਾਰੇ ਰਿਲੀਜਨ ਨੇ ਜਿਹੜੇ ਉਹ ਇਸ ਬ੍ਰਹਿਮੰਡ ਨੂੰ, ਇਸ ਜੀਵਨ ਨੂੰ ਜਾਂ ਸਾਡੇ ਜੀਵਨ ਕਾਲ ਨੂੰ ਐਕਸਪਲੇਨ ਕਰਨ ਦੇ ਸਾਧਨ ਨੇ। ਕੋਈ ਕਿਸੇ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ। ਸਾਇੰਸ ਵੀ ਬੇਸਿਕਲੀ ਇੱਕ ਐਕਸਪਲੇਨੇਟਰੀ ਸਿਸਟਮ ਹੀ ਹੈ। ਅਸੀਂ ਕੰਸੈਪਟ ਬਣਾ ਲੈਂਦੇ ਹਾਂ ਅਤੇ ਉਹਦੇ ਹਿਸਾਬ ਨਾਲ ਅਸੀਂ ਜਿਹੜਾ ਆਪਣਾ ਐਕਸਪੀਰੀਅੰਸ ਹੈ, ਸਾਡਾ ਜੀਵਨ ਹੈ ਜਾਂ ਜਿੱਥੇ ਵੀ ਜਿਸ ਹਾਲਾਤ 'ਚ ਹੁੰਦੇ ਹਾਂ ਉਹਨੂੰ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੀ ਸਮੱਸਿਆ ਇਹ ਹੈ ਅਸਲ ਦੇ ਵਿੱਚ ਜਾਨਵਰਾਂ ਦੇ ਮੁਕਾਬਲੇ। ਜਾਨਵਰਾਂ ਨੂੰ ਐਕਸਪਲੇਨ ਕਰਨ ਦੀ ਨਾ ਜ਼ਰੂਰਤ ਹੈ ਨਾ ਲੋੜ ਹੈ। ਸਾਡੇ ਅਨਫੋਰਚੂਨੇਟਲੀ ਹੋਇਆ ਕਿ ਜਿਹੜੀ ਸਟੋਰੀ ਹੈ ਉਹ ਵੀ ਵੈਸੇ ਮੈਂ ਬਰੀਫਲੀ ਦੱਸ ਦਿੰਦਾ, ਵੈਸੇ ਤਾਂ ਬੜੀ ਡਿਟੇਲਡ ਸਟੋਰੀ ਹੈ ਕਿ ਸਾਡੇ ਜਦੋਂ ਅਸੀਂ ਪਸ਼ੂਆਂ ਤੋਂ ਅੱਗੇ ਵਿਕਸਿਤ ਹੋਏ, ਸਾਇੰਟੀਫਿਕ ਐਕਸਪਲੇਨੇਸ਼ਨ ਮਤਲਬ ਇਹ ਹੈ ਫਿਜ਼ੀਕਲ ਐਂਥਰੋਪੋਲੋਜੀ ਦੀ, ਕਿ ਜਦੋਂ ਅਸੀਂ ਸਾਡੇ ਜਿਹੜੇ ਇਮੀਡੀਏਟਲੀ ਐਂਸੈਸਟਰ ਸੀਗੇ ਉਹਨਾਂ ਤੋਂ ਅਸੀਂ ਵੱਖਰੇ ਹੋਏ, ਅਸੀਂ ਇਸ ਤਰ੍ਹਾਂ ਖੜ੍ਹੇ ਹੋ ਕੇ ਤੁਰਨ ਲੱਗ ਗਏ, ਇਹਨੂੰ ਅਪਰਾਈਟ ਪੋਸਚਰ ਕਹਿੰਦੇ ਨੇ। ਪਹਿਲੇ ਅਸੀਂ ਜਾਨਵਰ ਜਗਤ ਨੂੰ ਬਿਲੋਂਗ ਕਰਦੇ ਹਾਂ। ਪਹਿਲਾਂ ਅਸੀਂ 4 ਪੈਰਾਂ ਵਾਲਾ ਹੀ ਸੀ, ਜਿਸ ਤਰ੍ਹਾਂ ਮੰਕੀ ਹੈ, ਚੰਪੈਂਜ਼ੀ ਹੈ। ਜਦੋਂ ਅਸੀਂ ਇੱਦਾਂ ਖੜ੍ਹੇ ਹੋਏ ਤਾਂ ਉਹਦੇ ਨਾਲ ਇੱਕ ਸੀਰੀਅਸ ਇੰਪਲੀਕੇਸ਼ਨ ਇਹ ਹੋਈ ਫਿਜ਼ੀਓਲੋਜੀਕਲ, ਕਿ ਜਿਹੜਾ ਕੱਲ੍ਹ ਮੈਂ ਤੁਹਾਨੂੰ ਦੱਸਿਆ ਸੀ ਵੀ ਰੀਪਰੋਡਕਟਿਵ ਸਿਸਟਮ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਜਿਹੜੀ ਰੀਪਰੋਡਕਸ਼ਨ ਹੈ ਉਹ ਇਫੈਕਟ ਹੋ ਗਈ ਸਾਡੀ। ਉਹ ਇਫੈਕਟ ਇੱਦਾਂ ਹੋਈ ਕਿ ਸਾਡਾ ਜਿਹੜਾ ਪ੍ਰੈਗਨੈਂਸੀ, ਜਿਹਨੂੰ ਜਸਟੇਸ਼ਨ ਪੀਰੀਅਡ ਕਹਿੰਦੇ ਨੇ, ਉਹ ਬੱਚੇ ਨੂੰ ਮਦਰ ਜਦੋਂ ਕੈਰੀ ਕਰਦੀ ਹੈ ਤਾਂ ਉਹ ਲੰਬਾ ਹੋ ਗਿਆ ਬਹੁਤ। 9 ਮਹੀਨੇ ਦੇ ਵਿੱਚ ਸਾਡਾ ਬੱਚਾ ਹੈ ਜਿਹੜਾ ਉਹ ਡਿਲੀਵਰ ਹੁੰਦਾ ਹੈ, ਜਿਹੜਾ ਕਿ ਸਾਡੇ ਨਾਲ ਦੇ ਇਮੀਡੀਏਟ ਜਾਨਵਰ ਨੇ ਉਹਨਾਂ 'ਚ ਕਿਸੇ ਦਾ 3 ਮਹੀਨੇ ਦਾ ਸਾਈਕਲ ਹੈ, ਕਿਸੇ ਦਾ 6 ਮਹੀਨੇ ਦਾ ਸਾਈਕਲ ਹੈ। ਇਹ ਇੱਕ ਮੇਜਰ ਚੇਂਜ ਸੀਗੀ। ਪਰ ਇਹਦਾ ਰਿਜ਼ਲਟ ਇਹ ਹੋਇਆ ਕਿ ਬੱਚਾ ਜਿਹੜਾ ਉਹਦਾ ਜਿਹੜੀ ਲੋਕੇਸ਼ਨ ਹੈ ਉਹਦੀ ਉਹ ਵੀ ਡਿਫਰੈਂਟ ਹੋ ਗਈ। ਉਹਦੇ ਨਾਲ ਤੁਸੀਂ ਦੇਖਿਆ ਹੁਣ ਉਹਦਾ ਸਿਰ ਵੱਡਾ ਹੋ ਗਿਆ, ਸਰੀਰ ਛੋਟਾ ਰਹਿ ਗਿਆ। ਪਰ ਜਦੋਂ ਬੱਚਾ ਪੈਦਾ ਵੀ ਹੁੰਦਾ ਤੁਸੀਂ ਦੇਖਿਆ ਹੋਣਾ ਵੀ ਸਿਰ ਹੀ ਹੁੰਦਾ, ਆਲਮੋਸਟ ਇੱਦਾਂ ਲੱਗਦਾ ਹੁੰਦਾ ਵੀ ਸਿਰ ਪਹਿਲਾਂ ਬਣਾਇਆ ਬਾਅਦ 'ਚ ਲੱਤਾਂ ਬਾਹਾਂ ਲਾਈਆਂ ਨੇ ਇਹਨੂੰ। ਹੌਲੀ ਹੌਲੀ ਅਸੀਂ ਕਈ ਵਾਰ ਸਿਰ ਨੂੰ ਘਟਾ ਲੈਂਦੇ ਹਾਂ, ਲੱਤਾਂ ਬਾਹਾਂ ਤਕੜੀਆਂ ਹੋ ਜਾਂਦੀਆਂ ਨੇ। ਪਰ ਇਹਦਾ ਰਿਜ਼ਲਟ ਇਹ ਹੋਇਆ ਕਿਉਂਕਿ ਬ੍ਰੇਨ ਦਾ ਸਾਈਜ਼ ਬਹੁਤ ਵੱਧ ਗਿਆ, ਜਿਹਦੇ ਨਾਲ ਸਾਡੀ ਜਿਹੜੀ ਕਪੈਸਿਟੀ ਸੀ ਟੂ ਨੋ ਐਂਡ ਟੂ ਇੰਟਰਪ੍ਰੈਟ ਦਾ ਥਿੰਗਸ, ਇਹ ਜ਼ਿਆਦਾ ਡਿਵੈਲਪ ਹੋ ਗਈ। ਇਸ ਕਰਕੇ ਅਸੀਂ ਜਾਨਵਰਾਂ ਨਾਲੋਂ ਡਿਫਰੈਂਸ਼ੀਏਟ ਹੋਏ। ਸੋ ਸਾਡਾ ਜਿਹੜਾ ਬ੍ਰੇਨ ਬੋਡੀ ਦਾ ਬੈਲੈਂਸ ਵਿਗੜ ਗਿਆ ਇੱਕ ਕਿਸਮ ਦੇ ਨਾਲ।
ਪਰ ਉਹਦੇ ਨਾਲ ਕੀ ਹੋਇਆ ਕਿ ਬੱਚਾ ਪ੍ਰੀ ਮੈਚੋਰ ਡਿਲੀਵਰ ਹੋਣ ਲੱਗ ਗਏ। 5 ਸਾਲ ਜਿਹੜਾ ਹਿਊਮਨ ਇਨਫੈਂਟ ਹੈ ਉਹ ਬਿਲਕੁਲ ਬੇਬਸ ਹੁੰਦਾ ਹੈ। ਮੱਛਰ ਵੀ ਲੜ ਜਾਵੇ ਤਾਂ ਵੀ ਨਹੀਂ ਆਪਣੇ ਆਪ ਨੂੰ ਬਚਾ ਸਕਦਾ, ਕੀੜੀਆਂ ਵੀ ਖਾ ਸਕਦੀਆਂ ਨੇ। ਜਦੋਂ ਕਿ ਤੁਸੀਂ ਹੋਰ ਐਨੀਮਲਸ ਦੇ ਵਿੱਚ ਦੇਖੋਗੇ ਜਿਹੜੇ ਉਹਨਾਂ ਦੇ ਇਨਫੈਂਟ ਨੇ, ਉਹ ਥੋੜ੍ਹੀ ਦੇਰ ਬਾਅਦ ਹੀ ਅੱਖਾਂ ਉੱਖਾਂ ਖੋਲ੍ਹ ਕੇ ਮੱਛੀਆਂ ਤਰਨ ਲੱਗ ਜਾਂਦੀਆਂ ਨੇ, ਡੱਡੂ ਚੱਲਣ ਲੱਗ ਜਾਂਦੇ ਨੇ, ਪੰਛੀ ਕੁਛ ਦਿਨਾਂ ਬਾਅਦ ਉੱਡਣ ਲੱਗ ਜਾਂਦੇ ਨੇ, ਜਾਂ ਕਿਸੇ ਕੋਲ ਕੋਈ ਕਲਾਸ ਹੁੰਦੇ ਨੇ। ਸੱਪ ਦੇ ਹੱਥ ਪੈਰ ਨਹੀਂ ਹੁੰਦੇ, ਪਰ ਉਹਦੇ ਕੋਲ ਹੋਰ ਇੱਕ ਬਹੁਤ ਕੰਮ ਦੀ ਚੀਜ਼ ਹੁੰਦੀ ਹੈ, ਕੋਈ ਨੇੜੇ ਨਹੀਂ ਲੱਗ ਕੇ ਰਾਜੀ, ਉਹਦੇ ਜ਼ਹਿਰ ਹੁੰਦੀ ਹੈ, ਉਹਦੇ ਕੋਲ ਡੰਗ ਹੁੰਦਾ। ਸਾਡੇ ਕੋਲ ਕੁਛ ਨਹੀਂ, ਅਸੀਂ ਬੜਾ ਬੇਬਸ ਕਿਸਮ ਦਾ ਬੱਚਾ ਪੈਦਾ ਕਰਦੇ ਹਾਂ। ਇਸ ਕਰਕੇ ਸਾਨੂੰ ਉਹਦੇ ਆਲੇ ਦੁਆਲੇ ਇੱਕ ਗਰੁੱਪ ਮੇਨਟੇਨ ਕਰਨਾ ਪੈਂਦਾ। ਇਸੇ ਕਰਕੇ ਅਸੀਂ ਜ਼ਿਆਦਾ ਸੋਸ਼ਲ ਹਾਂ। ਸਾਡਾ ਸਮਾਜਿਕ ਹੋਣ ਦਾ, ਜਿਹੜਾ ਸੋਸ਼ਲਾਈਜ਼ ਹੋਣ ਦਾ, ਜਿਹੜਾ ਅਰਸਤੂ ਨੇ ਕਿਹਾ ਸੀ ਨਾ ਕਿ ਸਮਾਜਿਕ ਜੀਵ ਹੈ ਜਾਨਵਰ, ਮਨੁੱਖ ਹੈ ਜਿਹੜਾ, ਅਸੀਂ ਸਮਾਜਿਕ ਇਸ ਕਰਕੇ ਜ਼ਿਆਦਾ ਹੈਗੇ ਹਾਂ ਕਿਉਂਕਿ ਸਾਨੂੰ ਸਮਾਜ ਹੀ ਪੈਦਾ ਕਰਦਾ ਹੈ। ਸਰੀਰਕ ਤੌਰ 'ਤੇ ਅਸੀਂ ਅਲੱਗਾ ਪੈਦਾ ਹੁੰਦੇ ਹਾਂ, ਉਦੋਂ ਬਾਅਦ ਸਾਨੂੰ ਇੱਕ ਸਮਾਜਿਕ ਪੀਰੀਅਡ 5 ਸਾਲ ਦਾ ਘੱਟੋ ਘੱਟ ਹੈ। ਵੈਸੇ ਤਾਂ ਸਾਰੀ ਉਮਰ ਹੀ ਇੱਕ ਕਿਸਮ ਦੇ ਨਾਲ ਅਸੀਂ ਸੋਸ਼ਲਾਈਜ਼ ਕਰਦੇ ਰਹਿੰਦੇ ਹਾਂ, ਰੀਪਰੋਡਿਊਸ ਕਰਦੇ ਰਹਿੰਦੇ ਹਾਂ। ਸੋ ਇਹ ਇੱਕ ਚੀਜ਼ ਮੇਜਰ ਹੋਈ। ਇਹਦੇ 'ਚ ਵੱਡੀ ਗੱਲ ਇਹ ਹੋਈ ਕਿ ਸਾਡਾ ਜਦੋਂ ਬ੍ਰੇਨ ਵੱਡਾ ਹੋ ਗਿਆ ਤਾਂ ਉਹਦੇ 'ਚ ਮੈਮਰੀ ਬਹੁਤ ਵੱਧ ਗਈ, ਉਹਦੇ ਵਿੱਚ ਬਹੁਤ ਸਾਰੀਆਂ ਉਹਦੀਆਂ ਮੈਂਟਲ ਨੀਡਸ ਬਹੁਤ ਵਧ ਗਈਆਂ। ਬੇਸਿਕਲੀ ਬ੍ਰੇਨ ਹੈ ਜਿਹੜਾ ਹਾਰਡਵੇਅਰ, ਤੁਸੀਂ ਮੰਨ ਕੇ ਚੱਲੋ, ਮਾਈਂਡ ਹੈ ਜਿਹੜਾ ਉਹ ਸੋਫਟਵੇਅਰ ਹੈ। ਉਹਦੇ 'ਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਸਟੋਰ ਕਰ ਲੈਂਦੇ ਹਾਂ, ਬਹੁਤ ਸਾਰੀਆਂ ਤਾਂ ਜੈਨੇਟਿਕਲੀ ਉਹ ਸਟੋਰ ਹੋਈਆਂ ਟਰਾਂਸਫਰ ਹੋ ਜਾਂਦੀਆਂ ਨੇ, ਬਹੁਤ ਸਾਰੀਆਂ ਅਸੀਂ ਆਪਣੇ ਐਕਸਪੀਰੀਅੰਸ 'ਚੋਂ ਇੱਧਰੋਂ ਉੱਧਰੋਂ ਪੜ੍ਹ ਕੇ ਸੁਣ ਕੇ, ਇਹ ਸਾਡਾ ਹਮੇਸ਼ਾ ਹੀ ਹੁੰਦਾ ਰਹਿੰਦਾ ਹੈ ਪ੍ਰੋਸੈਸ। ਉਹ 'ਚੋਂ ਇੱਕ ਮੇਜਰ ਚੀਜ਼ ਸਾਡੇ ਇਹ ਹੈ ਕਿ ਅਸੀਂ ਹਰ ਚੀਜ਼ ਨੂੰ ਐਕਸਪਲੇਨ ਕਰਨਾ ਚਾਹੁੰਦੇ ਹਾਂ। ਜੇ ਅਸੀਂ ਐਕਸਪਲੇਨ ਨਾ ਕਰੀਏ ਤਾਂ ਬੜਾ ਮੁਸ਼ਕਿਲ ਵਾਲਾ ਕੰਮ ਹੋ ਜਾਂਦਾ। ਮਾਈਂਡ ਹੈ ਜਿਹੜਾ ਵਾਰ-ਵਾਰ ਸਵਾਲ ਖੜ੍ਹੇ ਕਰਦਾ ਰਹਿੰਦਾ ਕਿ ਇਹ ਕਿਉਂ ਹੋ ਰਿਹਾ, ਇਸ ਤਰ੍ਹਾਂ ਕਿਉਂ ਹੋ ਰਿਹਾ। ਜੇ ਅਸੀਂ ਉਹਦਾ ਕੋਈ ਜਵਾਬ ਲੱਭ ਲਈਏ ਕਿ ਇਹ ਇਸ ਤਰ੍ਹਾਂ ਹੋ ਰਿਹਾ, ਤਾਂ ਮਾਈਂਡ ਥੋੜ੍ਹੀ ਦੇਰ ਲਈ ਖੜ੍ਹ ਜਾਂਦਾ, ਥੋੜ੍ਹੀ ਦੇਰ ਲਈ ਸ਼ਾਂਤ ਹੋ ਜਾਂਦਾ ਹੈ। ਅਦਰਵਾਈਜ਼ ਤੁਸੀਂ ਦੇਖਿਆ ਹੋਣਾ ਵੀ ਸਾਡਾ ਮਨ ਹੈ ਜਿਹੜਾ ਇਹੀ ਸਭ ਤੋਂ ਵੱਧ ਤੰਗ ਕਰਦਾ ਹੈ। ਤਰੀਕੇ ਇਹ ਨੇ ਸਾਡੇ ਕਿ ਬੱਚਾ ਜਾਂਦਾ ਜਾਂਦਾ ਗਿਰ ਜਾਂਦਾ, ਗਿਰ ਕੇ ਰੋਣ ਲੱਗ ਜਾਂਦਾ। ਅਸੀਂ ਕਹਿੰਦੇ ਜੀ ਕੀੜੀ ਦਾ ਆਟਾ ਡੁੱਲ ਗਿਆ, ਕੀੜੀ ਦਾ। ਉਹ ਬੱਚਾ ਉੱਧਰ ਦੇਖਣ ਲੱਗ ਜਾਂਦਾ ਹੈ, ਉਹਨੂੰ ਲੱਗਦਾ ਵੀ ਸ਼ਾਇਦ ਉਹਦਾ ਧਿਆਨ ਉੱਧਰਲੇ ਪਾਸਿਓਂ ਹਟ ਜਾਂਦਾ, ਮੇਰੇ ਜਿਹੜੀ ਸੱਟ ਵੱਜੀ ਹੈ। ਲਾਰਜਲੀ ਸਾਡੇ ਬਿਲੀਫ ਸਿਸਟਮ ਐਵੇਂ ਹੀ ਬਣਦੇ ਨੇ ਕਿ ਅਸੀਂ ਐਕਸਪਲੇਨੇਟਰੀ ਸਿਸਟਮ ਬਣਾਉਂਦੇ ਹਾਂ ਕਿ ਇਹਦੇ ਕਰਕੇ ਹੋ ਗਈ ਇਹ ਗੱਲ। ਸਾਇੰਸ ਵੀ ਇਹੀ ਚੀਜ਼ ਹੈ। ਸੋ ਸਾਡਾ ਸਾਰਾ ਗਿਆਨ, ਮੈਂਟਲ ਗਿਆਨ ਜਿਹੜਾ ਹੈ, ਕੱਲ੍ਹ ਜਿਹੜਾ ਆਪਾਂ ਕਹਿ ਰਹੇ ਸੀ ਉਹ ਇੱਕ ਹੋਰ ਲੈਵਲ ਹੈ, ਉਹਦਾ ਵੀ ਕਿਤੇ ਡਿਸਕਸ ਕਰਾਂਗੇ, ਇਹਦੇ ਉੱਪਰ ਖੜ੍ਹਾ ਹੈ। ਇਸੇ ਕਰਕੇ ਜਿੱਥੇ ਜਿੱਥੇ ਲੋਕ ਪੈਦਾ ਹੋਏ ਉਹਨਾਂ ਨੇ ਆਪੋ ਆਪਣੇ ਇਨਵਾਇਰਮੈਂਟ ਨੂੰ, ਮਾਹੌਲ ਨੂੰ ਐਕਸਪਲੇਨ ਕਰਨ ਲਈ ਆਪਣੇ ਐਕਸਪੀਰੀਅੰਸ 'ਚੋਂ ਸਟੋਰੀਆਂ ਘੜ ਲਈਆਂ। ਉਹ ਸਾਰੀਆਂ ਸਟੋਰੀਆਂ ਧਰਮ ਦੀਆਂ ਨੇ ਕਿ ਜੀ ਅਸੀਂ ਤਾਂ ਜਾਨਵਰਾਂ ਦੇ ਵਿੱਚੋਂ ਨਹੀਂ ਹੈਗੇ, ਅਸੀਂ ਤਾਂ ਉੱਪਰ ਸਵਰਗ 'ਚ ਰਹਿੰਦੇ ਸੀ। ਉੱਥੇ ਇੱਕ ਦਿਨ ਪਰ ਚਾਂਸ ਸਾਡਾ ਜਿਹੜਾ ਬਜ਼ੁਰਗ ਸੀ ਉਹਨੇ ਕੋਈ ਗਲਤ ਫਲ ਖਾ ਲਿਆ ਕਿਸੇ ਗਲਤ ਲੇਡੀ ਦੇ ਕਹੇ ਤੋਂ, ਇਸ ਕਰਕੇ ਸਜ਼ਾ ਦੇ ਤੌਰ 'ਤੇ ਅਸੀਂ ਇੱਥੇ ਆਏ ਹੋਏ ਹਾਂ। ਇਹ ਵੀ ਇੱਕ ਕ੍ਰੀਏਸ਼ਨ ਮਿਥ ਹੈ। ਇੱਕ ਕਈਆਂ ਦਾ ਇਹ ਹੈ ਜੀ ਕਿ ਸਭ ਕੁਛ ਹਨੇਰਾ ਸੀ, ਉਹਦੇ 'ਚੋਂ ਸਡਨਲੀ ਗੋਡ ਨੇ ਕਿਹਾ ਕਿ ਲੈਟ ਦੇਅਰ ਬੀ ਲਾਈਟ, ਇਹ ਵੀ ਇੱਕ ਐਕਸਪਲੇਨੇਸ਼ਨ ਹੈ। ਇੱਕ ਸਾਡੇ ਹੈ ਕਿ ਸਮੁੰਦਰ ਹੀ ਸੀ ਪਹਿਲਾਂ ਸਾਰਾ, ਉਹ ਦੇਵਤਿਆਂ ਨੇ ਇਕੱਠੇ ਹੋ ਕੇ ਉਹਨੂੰ ਰਿੜਕਿਆ, ਉਹਦੇ 'ਚੋਂ ਬੜਾ ਕੁਛ ਨਿਕਲਿਆ, ਜ਼ਹਿਰ ਨਿਕਲੀ ਤਾਂ ਉਹਨੂੰ ਲੱਗਿਆ ਵੀ ਇਹ ਤਾਂ ਤਬਾਹ ਕਰ ਦੂਗੀ ਸਾਰਾ ਕੁਛ। ਉਹਨੇ ਸ਼ਿਵ ਜੀ ਨੂੰ ਕਿਹਾ ਕਿ ਤੂੰ ਜ਼ਹਿਰ ਪੀ ਲੈ, ਉਹਨੇ ਪੀ ਲਈ। ਜੇ ਉਹ ਅੱਗੇ ਜਾਂਦੀ ਤਾਂ ਮਰਦਾ ਸੀ, ਬਾਹਰ ਕੱਢਦਾ ਤਾਂ ਦੁਨੀਆ ਖਤਮ ਹੁੰਦੀ ਸੀ। ਸੋ ਨੀਲਕੰਠ ਬਣ ਗਿਆ, ਉਹਦੇ ਗਲੇ ਦੇ ਵਿੱਚ ਜ਼ਹਿਰ ਅਟਕ ਗਈ। ਇਹਦੇ ਨਾਲ ਹੀ ਗੁੱਗੇ ਦਾ ਸੰਬੰਧ ਹੈ ਅਸਲ 'ਚ। ਸ਼ਿਵ ਜੀ ਦੀ ਜਿਹੜੀ ਟ੍ਰੈਡੀਸ਼ਨ ਹੈ, ਇਸੇ ਕਰਕੇ ਜ਼ਹਿਰ ਕਿਉਂਕਿ ਉਹਦੇ ਗਲੇ 'ਚ ਹੈ, ਇਸ ਕਰਕੇ ਉਹਦੇ ਗਲੇ ਦੇ ਇਰਦ ਗਿਰਦ ਸੱਪ ਲਿਪਟੇ ਹੁੰਦੇ ਨੇ। ਇੱਕ ਇਹ ਹੈ ਕਿ ਜਿਹੜਾ ਮਨ ਦੀ ਇਹ ਵੀ ਖਾਸੀਅਤ ਹੈ ਕਿ ਜਿਹੜੀ ਚੀਜ਼ ਐਕਸਪਲੇਨ ਨਹੀਂ ਹੁੰਦੀ ਇਹ ਉਹਨੂੰ ਛੱਡ ਨਹੀਂ ਸਕਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜਿਹੜਾ ਇਹ ਸਵਾਲ ਹੈ ਕਿ ਬਲੀਫ ਸਿਸਟਮ ਹੈ ਜਿਹੜਾ, ਉਹ ਮੈਂ ਘੜ ਰਿਹਾ ਜਾਂ ਉਹ ਮੈਨੂੰ ਘੜ ਰਿਹਾ, ਉਹਨੂੰ ਮੈਂ ਕੰਟਰੋਲ ਕਰ ਰਿਹਾ ਜਾਂ ਮੈਨੂੰ ਕਰ ਰਿਹਾ, ਇਹ ਸਵਾਲ ਖਹਿੜਾ ਨਹੀਂ ਛੱਡ ਰਿਹਾ ਸੀ ਮੇਰਾ। ਜਾਂ ਕੋਈ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਉੱਠੇ ਕਿ ਉਸ ਬੰਦੇ ਨੇ ਇਸ ਤਰ੍ਹਾਂ ਬਿਹੇਵ ਕਿਉਂ ਕੀਤਾ, ਜਾਂ ਉਹਨੇ ਮੈਨੂੰ ਇੱਦਾਂ ਕਿਉਂ ਦੇਖਿਆ, ਜਾਂ ਉਹਨੇ ਮੈਨੂੰ ਚੰਗੀ ਗੱਲ 'ਤੇ ਤਾਂ ਖੈਰ ਸਵਾਲ ਨਹੀਂ ਹੁੰਦਾ, ਮਾੜੀ 'ਤੇ ਹੀ ਅਕਸਰ ਹੁੰਦਾ ਵੀ ਮੈਂ ਹੱਥ ਕੱਢਿਆ ਉਹਨੇ ਮਿਲਾਇਆ ਹੀ ਨਹੀਂ, ਮੈਂ ਸਤਿ ਸ੍ਰੀ ਅਕਾਲ ਦਾ ਜਵਾਬ ਹੀ ਨਹੀਂ ਦਿੱਤਾ ਮੈਨੂੰ, ਮਤਲਬ ਕਿਉਂ ਕਰਿਆ। ਇਹ ਅਸੀਂ ਚੱਲਦਾ ਰਹਿੰਦਾ ਸਾਡੇ ਅੰਦਰ ਇਹ ਸਿਲਸਿਲਾ ਵੀ ਮੈਂ ਹੀ ਕਿਉਂ, ਮੇਰੇ ਨਾਲ ਹੀ ਕਿਉਂ ਇੱਦਾਂ ਹੋ ਰਹੀ ਹੈ ਦੁਨੀਆ 'ਚ, ਬਾਕੀ ਸਾਰੇ ਖੁਸ਼ ਨੇ, ਮੈਂ ਹੀ ਇੱਥੇ ਖੜ੍ਹਾ ਕਿਉਂ ਤੜਫ ਰਿਹਾ। ਇਹ ਮਾਈਂਡ ਜਨਰੇਟ ਕਰਦਾ ਰਹਿੰਦਾ ਹੈ, ਰੈਗੂਲਰ ਇਹਦਾ ਫੀਚਰ ਹੈ ਸਾਡੇ ਮਨ ਦਾ। ਜੇ ਤੁਸੀਂ ਇਹਨੂੰ ਥੋੜ੍ਹਾ ਓਬਜ਼ਰਵ ਕਰੋਗੇ, ਤੁਸੀਂ ਇਹ ਸੋਚਿਆ ਨਹੀਂ ਹੋਣਾ ਤੁਹਾਨੂੰ, ਕਿਉਂਕਿ ਨੋਰਮਲੀ ਲੱਗਦਾ ਸਾਨੂੰ ਕਿ ਇਹ ਤਾਂ ਠੀਕ ਹੀ ਹੈ, ਪਰ ਜਦੋਂ ਤੁਸੀਂ ਇਹਨੂੰ ਥੋੜ੍ਹਾ ਜਿਹਾ ਰੁਕ ਕੇ ਦੇਖਣਾ, ਪੁੱਛਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਸਮਝ ਆਉਣ ਲੱਗ ਜੂਗੀ ਕਿ ਕਿੰਨੇ ਸਾਰੇ ਸਵਾਲ ਖੜ੍ਹੇ ਕਰੀ ਜਾਂਦਾ ਐਵੇਂ ਬੇਮਤਲਬ, ਕੋਈ ਗੱਲ ਹੀ ਕੋਈ ਨਹੀਂ ਹੈ। ਇਹਨਾਂ ਸਵਾਲਾਂ ਦੇ ਜਵਾਬਾਂ ਲਈ ਹੀ ਧਰਮ ਘੜੇ ਗਏ ਸੀ।
ਪਰ ਕਿਉਂਕਿ ਜਦੋਂ ਇੱਕ ਬਲੀਫ ਸਿਸਟਮ ਬਣ ਜਾਂਦਾ ਹੈ, ਜਿਸ ਤਰ੍ਹਾਂ ਬਾਕੀ ਚੀਜ਼ਾਂ ਨੇ ਬਾਹਰ ਦੀ ਦੁਨੀਆ ਦੀਆਂ, ਇਸੇ ਤਰ੍ਹਾਂ ਜਿਹੜੀ ਸਾਡੇ ਅੰਦਰ ਦੀ ਦੁਨੀਆ ਇਹ ਵੀ ਬੜੀ ਇੰਟਰਸਟਿੰਗ ਹੈ। ਬਾਹਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਹਰ ਬੂਟਾ, ਹਰ ਜੀਵ, ਹਰ ਵਾਇਰਸ, ਹਰ ਜਿਉਂਦੀ ਚੀਜ਼, ਚਾਹੇ ਉਹ ਸਿੰਗਲ ਸੈੱਲ ਅਮੀਬਾ ਹੀ ਕਿਉਂ ਨਾ ਹੋਵੇ, ਇਟ ਮਸਟ ਰੀਪਰੋਡਿਊਸ ਇਟਸੈਲਫ। ਲਾਈਫ ਦੀ ਇਹ ਲੌਜਿਕ ਹੈ ਕਿ ਉਹ ਜਿਹੜੀ ਫਾਰਮ ਉਹਨੇ, ਜਿਹੜਾ ਆਕਾਰ ਉਹਨੇ ਧਾਰਨ ਕੀਤਾ ਹੈ, ਉਹਨੇ ਐਗਜ਼ਿਸਟ ਵੀ ਕਰਨਾ ਹੈ, ਪਰ ਉਹਨੇ ਆਪਣੇ ਖਤਮ ਹੋਣ ਤੋਂ ਪਹਿਲਾਂ ਆਪਣੇ ਵਰਗਾ ਪੈਦਾ ਵੀ, ਆਪਣੇ ਤੋਂ ਰਾਦਰ ਵਧੀਆ ਪੈਦਾ ਕਰਨਾ ਹੈ। ਇਹ ਜਿਹੜੀ ਜਰਨੀ ਆਫ ਲਾਈਫ ਕਹਿ ਸਕਦੇ ਹਾਂ, ਜਾਂ ਐਵੋਲਿਊਸ਼ਨ ਆਫ ਲਾਈਫ, ਇਹ ਹੈ ਕਿ ਅਸੀਂ, ਸਾਡੇ 'ਚ ਇੰਸਟਿੰਕਟਿਵ ਚੀਜ਼ ਹੈ ਕਿ ਅਸੀਂ ਜੋ ਕੁਛ ਵੀ ਹਾਂ ਉਹਦੇ ਤੋਂ ਬੈਟਰ ਪੈਦਾ ਕਰੀਏ। ਵਿਚਾਰਾਂ ਬਾਰੇ ਵੀ ਲਾਗੂ ਹੁੰਦੀ। ਆਮ ਤੌਰ 'ਤੇ ਅਸੀਂ ਅੰਦਰਲੀ ਦੁਨੀਆ ਨੂੰ ਨਹੀਂ ਦੇਖਦੇ। ਇੱਕ ਵਿਚਾਰ ਜਦੋਂ ਸਾਡੇ ਮਨ ਦੇ ਵਿੱਚ ਇੱਕ ਕਿਸਮ ਦਾ ਆਉਂਦਾ, ਉਹਦੇ ਨਾਲ ਦੇ ਉਸ ਤਰ੍ਹਾਂ ਦੇ ਵਿਚਾਰ ਹੋਰ ਆਉਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਆਪਣੇ ਮਾਈਂਡ ਨੂੰ ਓਬਜ਼ਰਵ ਕਰੋਗੇ ਤਾਂ ਤੁਹਾਨੂੰ ਇਹ ਹੌਲੀ ਹੌਲੀ ਸਮਝ ਆ ਜਾਊ ਕਿ ਉੱਦਾਂ ਦੇ ਹੀ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ। ਉਸੇ ਤਰ੍ਹਾਂ ਦੇ ਇੱਕ ਬਲੀਫ ਸਿਸਟਮ ਤੁਸੀਂ ਬਣਾ ਲਿਆ ਤਾਂ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਲਈ ਉਸ ਤਰ੍ਹਾਂ ਦੇ ਹੋਰ ਬਲੀਫ ਸਿਸਟਮ ਖੜੇ ਕਰ ਲਊਗਾ। ਜੇ ਉਹਨੇ ਇੱਕ ਚੀਜ਼ ਨੂੰ ਐਕਸਪਲੇਨ ਕੀਤਾ, ਬਾਕੀਆਂ ਨੂੰ ਐਕਸਪਲੇਨ ਕਰਨ ਲੱਗ ਜਾਊਗਾ। ਇਸੇ ਕਰਕੇ ਧਰਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਹੁਤ ਸਾਰਾ ਵੱਡਾ ਐਕਸਪਲੇਨੇਟਰੀ ਸਿਸਟਮ ਹੁੰਦਾ ਹੈ। ਅਸੀਂ ਇਹਦੇ ਮਾਰਕਸਿਸਟ, ਜਦੋਂ ਮੈਨੂੰ ਪਹਿਲੀ ਵਾਰੀ ਕਿਸੇ ਬੰਦੇ ਨੇ ਦੱਸਿਆ ਕਿ ਜੀ ਇਹ ਡਾਇਲੈਕਟੀਕਲ ਮਟੀਰੀਅਲਿਜ਼ਮ ਹੁੰਦਾ, ਇਸ ਤਰ੍ਹਾਂ ਇਹ ਬ੍ਰਹਿਮੰਡ ਚੱਲਦਾ ਹੈ, ਇਹਦੇ 'ਚ ਕੰਟਰਾਡਿਕਸ਼ਨ ਹੁੰਦੀ ਹੈ, ਫਿਰ ਇਹਦੀ ਕੁਆਂਟੀਟੇਟਿਵ ਚੇਂਜ ਆ ਜਾਂਦੀ ਹੈ, ਕੁਆਲੀਟੇਟਿਵ ਆ ਜਾਂਦੀ ਹੈ, ਅਸੀਂ ਬੜਾ ਪੜਾਉਂਦੇ ਰਹੇ ਸਾਰਿਆਂ ਨੂੰ ਅੱਗੇ। ਪਰ ਜਦੋਂ ਕੋਈ ਮਰ ਜਾਂਦਾ ਸੀ ਬੰਦਾ, ਕਿਸੇ ਦਾ ਅਫਸੋਸ ਕਰਨ ਜਾਂਦੇ ਸੀ, ਤਾਂ ਇਹ ਗੱਲ ਨਹੀਂ ਸੀ ਸਮਝ ਆਉਂਦੀ ਵੀ ਇਹਨੂੰ ਕੀ ਕਹੀਏ, ਕਿਵੇਂ ਤਸੱਲੀ ਦਈਏ, ਕੀ ਕਹੀਏ ਵੀ ਇਹ ਡਾਇਲੈਕਟੀਕਲ ਮਟੀਰੀਅਲਿਜ਼ਮ ਦੇ ਅਕੋਰਡਿੰਗਲੀ ਮੈਟਰ ਹੈ ਜਿਹੜਾ ਇਹਦੇ 'ਚ ਕਨਵਰਟ ਹੋ ਗਿਆ। ਉੱਥੇ ਤੁਸੀਂ ਇਹੀ ਕਹੋਗੇ ਜੀ ਉਹ ਆਇਆ ਸੀ, ਉਹਦਾ ਪੂਰਾ ਹੋ ਗਿਆ ਖਾਤਾ, ਉਹ ਚਲਿਆ ਗਿਆ, ਭਾਣਾ ਮੰਨ ਲਓ, ਜੇ ਉਹ। ਰਿਲੀਜਨ ਬਹੁਤ ਚੀਜ਼ਾਂ ਨੂੰ ਇਸ ਤਰ੍ਹਾਂ ਐਕਸਪਲੇਨ ਕਰ ਦਿੰਦਾ ਹੈ, ਜਿਹਦੇ 'ਚ ਸਾਡੀ ਸਾਈਕੋਲੋਜੀ ਵੀ ਹੈ, ਸਾਨੂੰ ਤਸੱਲੀ ਦੇਣ ਦੇ ਲਈ ਵੀ ਉਹਦੇ 'ਚ ਪਾਵਰ ਹੈਗੀ ਹੈ। ਇਹ ਜਿਹੜੇ ਰਿਲੀਜੀਅਸ ਬਲੀਫ ਸਿਸਟਮਸ ਨੇ ਉਹਨਾਂ 'ਚ ਬੜੀ ਸ਼ਕਤੀ ਹੈ ਇਸ ਗੱਲ ਦੀ। ਜਿਹੜੇ ਅਸੀਂ ਸਾਇੰਟੀਫਿਕ ਬਲੀਫ ਸਿਸਟਮ ਘੜੇ, ਉਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰਨ ਦੀ ਸ਼ਕਤੀ ਨਹੀਂ ਹੈ। ਪਰ ਜਦੋਂ ਧਰਮ ਅਤੇ ਰਿਲੀਜਨ ਦੀ ਪਹਿਲਾਂ ਲੜਾਈ ਹੋਈ, 500 ਸਾਲ ਦੀ ਹਿਸਟਰੀ ਹੈ ਇਹ, ਪਰ ਮੈਂ ਤੁਹਾਨੂੰ 2 ਲਾਈਨਾਂ 'ਚ ਹੀ ਦੱਸਦਾ। ਧਰਮ ਬਾਰੇ ਕਿਹਾ ਗਿਆ ਕਿ ਜੀ ਐਵੇਂ ਹੀ ਹੈ, ਬਕਵਾਸ ਹੈ, ਕਿਉਂਕਿ ਧਰਮ ਦੇ ਨਾਂ ਹੇਠ ਬਹੁਤ ਸਾਰਾ ਜ਼ੁਲਮ ਹੋਇਆ। ਧਰਮ ਦੇ ਨਾਂ ਹੇਠ ਸਭ ਤੋਂ ਜ਼ਿਆਦਾ ਕਤਲ ਹੋਏ। ਆ ਜਿਹੜਾ ਵੈਸਟਰਨ ਵਰਲਡ ਹੈ, ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਰੈਸ਼ਨਲ ਹਾਂ, ਬਹੁਤ ਲੌਜੀਕਲ ਹਾਂ, ਮਿਲੀਅਨਸ ਆਫ ਵੂਮਨ, 1-2 ਲੱਖ ਨਹੀਂ, ਕਰੋੜਾਂ ਦੀ ਗਿਣਤੀ 'ਚ ਔਰਤਾਂ ਨੂੰ ਵਿੱਚ ਕਹਿ ਕੇ ਫੂਕ ਦਿੰਦੇ ਸੀ। ਸੇਂਟ ਜੋਨ, ਮੇਰੀ ਵਾਈਫ ਨੇ ਉਹ 'ਤੇ ਰਿਸਰਚ ਕਰੀ ਸੀ। ਸੇਂਟ ਜੋਨ ਨੂੰ ਬਾਅਦ 'ਚ ਸੇਂਟ ਦਾ ਡਿਗਰੀ ਦਿੱਤੀ ਗਈ। ਉਹ ਫਰੈਂਚ ਲੇਡੀ ਸੀਗੀ, ਅੰਗਰੇਜ਼ਾਂ ਦੇ ਖਿਲਾਫ ਲੜ ਰਹੀ ਸੀ, ਉਹਦੇ ਆਕੂਪੇਸ਼ਨ ਦੇ ਖਿਲਾਫ ਲੀਡ ਕੀਤੀ ਉਹਨੇ ਫੌਜ। ਉਹਨੂੰ ਫੜ ਕੇ ਉਹਦੇ 'ਤੇ ਮੁਕੱਦਮਾ ਚਲਾ ਕੇ ਚਰਚ ਨੇ ਕਿਹਾ ਕਿ ਨਹੀਂ ਜੀ ਇਹ ਠੀਕ ਨਹੀਂ ਹੈ, ਇਹ ਵਿੱਚ ਇਹਨੂੰ ਫੂਕ ਦਿਓ। ਮਾੜੀ ਜੀ ਕੋਈ ਔਰਤ ਜਿਹੜੀ ਕਹਿਣਾ ਨਹੀਂ ਸੀ ਮੰਨਦੀ, ਉਹਨੂੰ ਵਿੱਚ ਕਹਿ ਕੇ ਫੂਕ ਦਿੱਤਾ ਜਾਂਦਾ ਸੀ। ਕਾਫਰ ਤਾਂ ਖੈਰ ਵੈਸੇ ਹੀ ਮਾਰਨ ਯੋਗ ਹੁੰਦੇ ਸੀ, ਮੁਸਲਮਾਨ ਹੁਣ ਤੱਕ ਮਾਰੀ ਜਾਂਦੇ ਨੇ। ਸੋ ਧਰਮ ਦੇ ਨਾਂ ਹੇਠ ਜਿਹੜਾ ਜ਼ੁਲਮ ਹੁੰਦਾ ਸੀ ਇੰਨਾ, ਧਰਮ ਦੇ ਨਾਂ ਹੇਠ ਜਿਹੜਾ ਮਨ ਨੂੰ ਬਿਲਕੁਲ 100% ਕੰਟਰੋਲ ਕੀਤਾ ਹੋਇਆ ਸੀ, ਸਾਇੰਸ ਨੇ ਉਹਨੂੰ ਮੁਕਤ ਕਰਾਇਆ। ਸਾਇੰਸ ਨੇ ਕਿਹਾ ਕਿ ਅਸੀਂ ਲੌਜਿਕ ਤੋਂ ਬਿਨਾਂ ਕੋਈ ਗੱਲ ਨਹੀਂ ਮੰਨਾਂਗੇ, ਐਵੀਡੈਂਸ ਤੋਂ ਬਿਨਾਂ ਕੋਈ ਗੱਲ ਨਹੀਂ ਮੰਨਾਂਗੇ। ਪਰ ਜਿਹੜੀ ਐਵੇਂ ਹੀ ਮੋਰੈਲਿਟੀ ਬਣਾਈ ਹੋਈ ਹੈ ਕਿ ਬੰਦੇ ਚੰਗੇ ਹੁੰਦੇ ਨੇ, ਆਹ ਕਰੈਕਟਰ ਹੁੰਦਾ, ਨਹੀਂ ਹੁੰਦਾ, ਇਹਨੂੰ ਛੱਡੋ ਪਰੇ, ਕੋਈ ਗੱਲ ਨਹੀਂ ਹੈ, ਅਸੀਂ ਪਦਾਰਥਕ ਚੀਜ਼ਾਂ ਨੂੰ ਮੰਨਾਂਗੇ ਸਿਰਫ। ਹੁਣ ਅਸੀਂ ਨਿਗਾਹ ਮਾਰ ਸਕਦੇ ਹਾਂ ਸਾਇੰਸ 'ਤੇ ਵੀ, ਵੈਸੇ ਉਦੋਂ ਤਾਂ ਨਹੀਂ ਸੀ ਮਾਰੀ ਜਾ ਸਕਦੀ, ਕਿ ਸਾਇੰਟਿਸਟ ਨੇ ਜਿਹੜੇ ਉਹਨਾਂ ਨੇ ਕੀ ਕੀਤਾ। ਸਭ ਤੋਂ ਸਿਆਣੇ ਲੋਕ ਸਾਇੰਟਿਸਟ ਹੋਣੇ ਚਾਹੀਦੇ ਸੀ, ਆਈਨਸਟਾਈਨ, ਸਟੀਫਨ ਹਾਕਿੰਸ ਵਗੈਰਾ, ਜਿਨ੍ਹਾਂ ਨੇ ਸਾਰਾ ਕੁਛ ਐਕਸਪਲੇਨ ਕਰਕੇ ਲਾਈਟਾਂ ਮਚ ਰਹੀਆਂ ਨੇ, ਜਿਨ੍ਹਾਂ ਦੀ ਕਿਰਪਾ ਨਾਲ, ਇਹਨਾਂ ਦੀ ਕਿਰਪਾ ਨਾਲ ਹੀ 2 ਵਰਲਡ ਵਾਰਸ ਵੀ ਲੱਗੀਆਂ, ਐਟਮ ਬੰਬ ਵੀ ਬਣਿਆ। ਅੱਜ ਵੀ 60% ਜਿਹੜੀ ਸਾਇੰਟੀਫਿਕ ਫੋਰਸ ਹੈ ਉਹ ਵਾਰ ਮਟੀਰੀਅਲ ਪ੍ਰੋਡਿਊਸ ਕਰਨ ਲੱਗੀ ਹੋਈ ਹੈ। ਕਈ ਮੁਲਕਾਂ ਕੋਲ ਇਹੋ ਜਿਹੇ ਬੰਬ ਨੇ, ਜੇ ਇੱਕ ਬਟਨ ਦੱਬ ਦੇਣ ਸਾਰਾ ਪਲੈਨਟ ਖਤਮ ਹੋ ਜਾਊਗਾ। ਇਹ ਸਾਇੰਸ ਦਾ ਇੱਕ ਇਹ ਵੀ ਰੂਪ ਹੈ, ਜਿਹਦਾ ਮਤਲਬ ਇਹ ਹੈ ਕਿ ਸਾਇੰਸ ਵੀ ਇੱਕ ਬਲੀਫ ਸਿਸਟਮ ਹੈ। ਇਹਨੇ ਸਾਨੂੰ ਵਧੀਆ ਬੰਦੇ ਨਹੀਂ ਬਣਾਇਆ, ਜੇ ਧਰਮ ਨੇ ਨਹੀਂ ਬਣਾਇਆ, ਸਾਇੰਸ ਨੇ ਵੀ ਨਹੀਂ ਬਣਾਇਆ। ਸੋ ਇਸ ਕਰਕੇ ਸਾਨੂੰ ਥੋੜ੍ਹਾ ਪਿੱਛੇ ਹਟ ਕੇ ਡਿਟੈਚ ਹੋ ਕੇ ਦੇਖਣ ਦੀ ਜ਼ਰੂਰਤ ਹੈ ਕਿ ਅਸੀਂ ਬਲੀਫ ਸਿਸਟਮਸ ਕ੍ਰੀਏਟ ਕਿਵੇਂ ਕਰਦੇ ਹਾਂ, ਆਖਿਰਕਾਰ ਉਹਨਾਂ ਦੀ ਜ਼ਰੂਰਤ ਕਿੰਨੀ ਕੁ ਹੁੰਦੀ ਹੈ, ਜਾਂ ਉਹਨਾਂ ਨੂੰ ਮੌਕੇ ਸਿਰ ਰਿਵਾਈਜ਼ ਕਿਵੇਂ ਕੀਤਾ ਜਾ ਸਕਦਾ। ਸੋ ਇਹ ਇਸ ਪ੍ਰਸੰਗ ਦੇ ਵਿੱਚ 3 ਲੈਵਲ ਨੇ। ਧਰਮ ਐਕਸਪਲੇਨੇਟਰੀ ਸਿਸਟਮ ਹੈ ਇੱਕ ਉਹਦਾ ਹੋਰ ਲੈਵਲ, ਜਿਹੜੇ ਐਡਵਰਡ ਟੇਲਰ ਨੇ ਲਿਖੀ ਸੀਗੀ ਕਿਤਾਬ ਰਿਲੀਜਨ 'ਤੇ, ਉਹਦੀ ਉਹ ਮਸ਼ਹੂਰ ਹੈ।
ਉਹ ਕਹਿੰਦਾ ਧਰਮ ਤਾਂ ਐਕਸਪਲੇਨ ਕਰਦਾ ਸਾਰੇ ਬ੍ਰਹਿਮੰਡ ਨੂੰ ਕਿ ਜੀਵਨ ਦਾ ਮਕਸਦ ਕੀ ਹੈ, ਸਾਰਾ ਬ੍ਰਹਿਮੰਡ ਕਿਸ ਤਰ੍ਹਾਂ ਚੱਲਦਾ ਹੈ। ਇੱਕ ਹੋਰ ਲੈਵਲ ਹੈ, ਉਹਨੂੰ ਅਸੀਂ ਮੈਜਿਕ ਕਹਿੰਦੇ ਹਾਂ ਕਿ ਜੀ ਜੇ ਇਸ ਤਰ੍ਹਾਂ ਕਰੀਏ ਤਾਂ ਇਸ ਤਰ੍ਹਾਂ ਹੋ ਜਾਂਦਾ, ਜੇ ਯੱਗ ਕਰੀਏ ਤਾਂ ਮੀਂਹ ਪੈ ਜਾਂਦਾ, ਇੰਦਰ ਦੇਵਤਾ ਖੁਸ਼ ਹੋ ਜਾਂਦਾ। ਮੈਜਿਕ ਦੇ ਵਿੱਚ ਸਿੰਪਲ ਲੌਜਿਕ ਹੈ, ਰਿਲੀਜਨ ਦੇ ਵਿੱਚ ਤਾਂ ਐਬਸਟਰੈਕਟ ਲੌਜਿਕ ਹੈ ਕਿ ਜੀ ਪੈਦਾ ਹੋਏ ਸੀ, ਕਿੱਥੋਂ ਆਏ ਹਾਂ, ਕਿੱਥੇ ਜਾਣਾ। ਉਹ ਤਾਂ ਇਹਨਾਂ ਕੁਐਸਚਨਾਂ ਨੂੰ ਡੀਲ ਕਰਦਾ ਕਿ ਅਸੀਂ ਵਾਈ ਵੀ ਐਗਜ਼ਿਸਟ ਲਾਈਕ ਦਿਸ, ਜਾਂ ਮੈਨੂੰ ਇਹੀ ਸਰੀਰ ਕਿਉਂ ਮੈਂ ਧਾਰਨ ਕੀਤਾ, ਹੋਰ ਕਿਸਮ ਦਾ ਕਿਉਂ ਨਹੀਂ ਸੀ, ਜਾਂ ਇਹ ਸਰੀਰ ਮੇਰੀ ਮਰਜ਼ੀ ਦੇ ਮੁਤਾਬਕ ਵੀ ਬੁੱਢਾ ਕਿਉਂ ਹੋਈ ਜਾ ਰਿਹਾ, ਵਾਲ ਕਿਉਂ ਚਿੱਟੇ ਹੋ ਗਏ। ਮੈਂ ਬਾਹਰ ਗੋਲੂ ਤੋਂ ਵਾਲ ਕਟਾਉਂਦਾ ਹੁੰਦਾ ਸੀ, ਜਦੋਂ ਮੇਰੇ ਪਹਿਲੇ 2 ਵਾਲ ਚਿੱਟੇ ਹੋਏ ਨਾ, ਮੈਨੂੰ ਕਹਿੰਦਾ ਵੀ ਤੁਸੀਂ ਨਾ ਮਤਲਬ ਹੌਲੀ ਹੌਲੀ ਉਹਨੇ ਮੈਨੂੰ ਟਿਕਾਇਆ ਵੀ ਤੁਸੀਂ ਰੰਗ ਲਾ ਲਿਆ ਕਰੋ। ਮੈਂ ਉਹਨੂੰ ਕਹਾਂ ਨਹੀਂ, ਕਿੱਤਾ ਐਸਾ ਹੈ ਪ੍ਰੋਫੈਸਰ ਦਾ ਅਤੇ ਵਕੀਲ ਦਾ, ਇਹਨਾਂ ਦੇ ਚਿੱਟੇ ਵਾਲ ਜ਼ਿਆਦਾ ਠੀਕ ਰਹਿੰਦੇ ਨੇ, ਸਮਾਨ ਬੈਟਰ ਵਿਕਦਾ, ਬੰਦਾ ਸਿਆਣਾ ਸਮਝ ਲੈਂਦਾ। ਨਹੀਂ ਤਾਂ ਐਵੇਂ ਐਨਕਾਂ ਉਨਕਾਂ ਲਾਉਣੀਆਂ ਪੈਂਦੀਆਂ ਨਾਲ ਐਡੀਸ਼ਨਲ, ਨਹੀਂ ਜ਼ਰੂਰਤ ਵੀ ਨਹੀਂ ਹੁੰਦੀ। ਪਰ ਲੜਕੀਆਂ ਦੇ, ਲੇਡੀਜ਼ ਦੇ, ਜਾਂ ਬਹੁਤ ਸਾਰੇ ਬੰਦੇ ਜਿਹੜੇ ਆਪਣੀ ਦਿੱਖ ਬਾਰੇ ਕੌਨਸ਼ੀਅਸ ਨੇ, ਉਹਨਾਂ ਦੀ ਮਰਜ਼ੀ ਦੇ ਬਾਵਜੂਦ ਵਾਲ ਚਿੱਟੇ ਹੁੰਦੇ ਰਹਿੰਦੇ ਨੇ, ਝੁਰੜੀਆਂ ਪੈਂਦੀਆਂ ਰਹਿੰਦੀਆਂ ਨੇ, ਸਰੀਰ ਵਿਕਸਿਤ ਵੀ ਹੁੰਦਾ, ਡਾਊਨ ਵੀ ਹੁੰਦਾ। ਮਤਲਬ ਇਹਨਾਂ ਚੀਜ਼ਾਂ ਨੂੰ ਕਿਵੇਂ ਐਕਸਪਲੇਨ ਕੀਤਾ ਜਾਵੇ ਵੀ ਕਿਉਂ ਹੋ ਰਿਹਾ ਹੈ, ਇਹਦੇ 'ਤੇ ਵੀ ਆਪਾਂ ਆਵਾਂਗੇ। ਸੋ ਮੈਜਿਕ ਸਿੰਪਲ ਗੱਲ ਦੱਸਦਾ ਹੈ, ਗੋਲੂ ਵਾਲਾ ਇਲਾਜ ਕਿ ਤੁਸੀਂ ਕਾਲੇ ਕਰ ਲਓ ਠੀਕ ਹੈ। ਇਵੇਂ ਹੀ ਅਸੀਂ ਦੇਵਤਿਆਂ ਨੂੰ ਖੁਸ਼ ਕਰ ਲੈਂਦੇ ਸੀ, ਬਹੁਤ ਸਾਰੀਆਂ ਉਹਨੇ ਟੈਕਨੀਕਸ ਬਣਾ ਲਈਆਂ ਵੀ ਅੱਗ ਦਾ ਦੇਵਤਾ ਹੋ ਗਿਆ, ਇਹ ਹੋ ਗਿਆ, ਉਹ ਸਾਰੇ ਉਹਨੂੰ ਬਹੁ ਈਸ਼ਵਰਵਾਦ ਕਹਿੰਦੇ ਨੇ। ਧਰਮ ਦੇ 2 ਹਿੱਸੇ ਨੇ, ਇੱਕ ਮੋਨੋਥੀਜ਼ਮ ਹੈ ਕਿ ਇੱਕੋ ਈਸ਼ਵਰ ਹੈ, ਉਹ ਸਭ ਨੂੰ ਕੰਟਰੋਲ ਕਰਦਾ, ਸਾਰਾ ਉਹਦੇ ਭਾਣੇ 'ਚ, ਉਹਦੇ ਹੁਕਮ 'ਚ ਹੈ। ਪਰ ਇਹ ਤੋਂ ਪਹਿਲਾਂ ਉਹ ਕਹਿੰਦੇ ਵੀ ਜਿਹੜੀ ਚੇਤਨਾ ਦਾ ਲੈਵਲ ਘੱਟ ਸੀ, ਇਹ ਤੋਂ ਪਹਿਲਾਂ ਜਿਹੜੀ ਚੀਜ਼ ਤੋਂ ਵੀ ਡਰ ਲੱਗਦਾ ਸੀ, ਬਿਜਲੀ ਕੜਕਦੀ ਹੈ, ਹੜ੍ਹ ਆਉਂਦੇ ਨੇ, ਉਹਨਾਂ ਦੇ ਹੀ ਦੇਵਤੇ ਸੀ। ਮਤਲਬ ਇੰਡੀਆ ਤਾਂ ਖੈਰ ਬਹੁਤ ਵੱਡਾ, ਕਿਉਂਕਿ ਇੰਡੀਆ ਦੀ ਪਾਪੂਲੇਸ਼ਨ ਨਹੀਂ ਸੀ ਉਨੀ ਜਿੰਨੇ ਦੇਵਤੇ ਸੀ, 33 ਕਰੋੜ ਦੇਵਤੇ। ਹੁਣ ਤਾਂ ਖੈਰ ਅਸੀਂ ਉਹਨਾਂ ਨੂੰ ਸਰਪਾਸ ਕਰਤਾ, ਹੁਣ ਤਾਂ ਅਸੀਂ 120 ਕਰੋੜ ਹਾਂ। ਪਰ ਉਹ ਹਰ ਚੀਜ਼ ਦਾ ਹੀ ਅਸੀਂ ਦੇਵਤਾ ਘੱਟ ਲੈਂਦੇ ਸੀ, ਕਿਉਂਕਿ ਜਿਹੜੀ ਚੀਜ਼ ਡਰਾਉਂਦੀ ਹੈ, ਜਿਹੜੀ ਲਾਲਚ ਹੈ, ਮਨ ਦਾ ਇਹ ਹੈ ਕਿ ਮਨ ਦੇ ਵਿੱਚ 2 ਹੀ ਚੀਜ਼ਾਂ ਨੇ, ਕੁਝ ਚੀਜ਼ਾਂ ਅਸੀਂ ਚਾਹੁੰਦੇ ਹਾਂ, ਕੁਝ ਨਹੀਂ ਚਾਹੁੰਦੇ, ਪੋਜ਼ੀਟਿਵ ਅਤੇ ਨੈਗੇਟਿਵ ਵਾਲਾ ਕੰਮ ਹੈ, ਇਹ ਦਵੈਤ 'ਚ ਹੀ ਰਹਿੰਦਾ ਹੈ। ਸੋ ਸੈਕਿੰਡ ਲੈਵਲ ਜਿਹੜਾ ਉੱਦਾਂ ਦੀ ਲੌਜਿਕ ਵਾਲਾ, ਉਹਨੂੰ ਮੈਜਿਕ ਕਹਿੰਦੇ ਨੇ। ਇੱਕ ਤੀਜਾ ਲੈਵਲ ਹੋਰ ਹੈ, ਜਿਹਨੂੰ ਆਪਣੇ ਕਾਲਾ ਇਲਮ ਕਿਹਾ ਜਾਂਦਾ, ਜਾਂ ਉਹਨਾਂ ਦੇ ਵਿਚ ਕਰਾਫਟ, ਸੋਰਸਰੀ। ਇਹ ਇੱਕ ਏਰੀਆ ਐਸਾ ਕਿ ਜਿਹਦੇ ਬਾਰੇ ਲੋਕ ਅਕਸਰ ਗੱਲਾਂ ਨਹੀਂ ਕਰਦੇ, ਡਰਦੇ ਨੇ ਇਸ ਗੱਲ ਤੋਂ। ਸਾਡਾ ਇੱਕ ਦੋਸਤ ਹੁੰਦਾ ਸੀ, ਉਹਦੀ ਬਹੁਤ ਦਿਲਚਸਪ ਕੋਟੇਸ਼ਨ ਅਸੀਂ ਦਿੰਦੇ ਹੁੰਦੇ ਸੀ ਅੱਗੇ। ਉਹ ਕਹਿੰਦਾ ਮੈਂ ਨਹੀਂ ਮੰਨਦਾ, ਵੈਸੇ ਪਹਿਲਾਂ ਹੀ ਉਹ ਕਹਿ ਦਿੰਦਾ ਸੀ ਕਿ ਮੈਂ ਨਹੀਂ ਮੰਨਦਾ, ਪਰ ਭੂਤ ਕਹਿੰਦਾ ਹੁੰਦੇ ਨੇ। ਸਾਡਾ ਸਾਰਿਆਂ ਦਾ ਲਗਭਗ ਐਟੀਚਿਊਡ ਐਸਾ ਹੀ ਹੁੰਦਾ। ਵੈਸੇ ਜਿੰਨੇ ਵੀ ਤੁਸੀਂ ਬੈਠੇ ਹੋ, ਕੋਈ ਐਸਾ ਹੈ ਜਿਹਦਾ ਭੂਤਾਂ ਦੇ ਵਿੱਚ ਵਿਸ਼ਵਾਸ ਨਹੀਂ ਹੈ? ਬਿਲਕੁਲ ਨਹੀਂ ਮੰਨਦੇ ਤੁਸੀਂ? ਬਾਕੀ ਮੰਨਦੇ ਨੇ। ਜਿਹੜੇ ਮੰਨਦੇ ਨੇ ਉਹਨਾਂ 'ਚੋਂ ਕੋਈ ਐਸਾ ਹੈ ਜਿਹਨੇ ਭੂਤ ਦੇਖਿਆ ਹੋਵੇ ਕਦੇ? ਉਹ ਤਾਂ ਮੈਂ ਦੱਸਦਾ ਤੁਹਾਨੂੰ ਵੀ ਕੀ ਹੁੰਦਾ, ਫਿਰ ਮੈਂ ਪੁੱਛ ਰਿਹਾ ਵੀ ਕਿਸੇ ਨੇ ਦੇਖਿਆ ਭੂਤ ਕਦੇ? ਅੰਗਰੇਜ਼ੀ ਦੇ ਵਿੱਚ ਤਾਂ ਲਫ਼ਜ਼ ਗੋਸਟ ਵਰਤਦੇ ਨੇ, ਉਹ ਬੜਾ ਅਪਰੋਪਰੀਏਟ ਨਹੀਂ ਹੈ। ਪੰਜਾਬੀ ਦੇ ਵਿੱਚ ਬੜਾ ਅਪਰੋਪਰੀਏਟ ਲਫ਼ਜ਼, ਅਸੀਂ ਭੂਤ ਹੀ ਰੱਖ ਲਿਆ ਉਹਦਾ ਨਾਮ। ਜਦੋਂ ਅਸੀਂ ਟਾਈਮ ਦੀ ਗੱਲ ਕਰਦੇ ਹਾਂ, ਅਸੀਂ ਭੂਤਕਾਲ ਕਹਿੰਦੇ ਹਾਂ। ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਪਿਛਲਾ ਲੋਡ ਭੂਤਕਾਲ ਦਾ ਕੈਰੀ ਕਰ ਰਹੇ ਹੋ, ਉਹੀ ਭੂਤ ਹੈ, ਉਹੀ ਹੌਂਟ ਕਰਦਾ ਹੈ। ਜਦੋਂ ਤੁਸੀਂ ਇੱਕ ਮੂਮੈਂਟ ਤੋਂ ਅਗਲੇ ਮੂਮੈਂਟ ਤੱਕ ਵੀ ਆਪਣੇ ਜਿਹੜਾ ਕੁਛ ਵੀ ਨਾਲ ਲੈ ਕੇ ਜਾ ਰਹੇ ਹੋ, ਬੇਸਿਕਲੀ ਉਹ ਭੂਤ ਹੈ। ਜਿਹੜਾ ਇਮੇਜ ਸਾਨੂੰ ਸਮਾਜ ਨੇ ਦਿੱਤਾ ਹੋਇਆ ਕਿ ਤੂੰ ਲੜਕੀ ਹੈ, ਤੂੰ ਲੜਕਾ ਹੈ, ਤੂੰ ਪ੍ਰੋਫੈਸਰ ਹੈ, ਤੂੰ ਬੜੀ ਘੈਂਟ ਚੀਜ਼ ਹੈ, ਤੂੰ ਜੱਟ ਹੈ, ਤੂੰ ਡਰ ਕੇ ਰਹਿ, ਤੂੰ ਦਲਿਤ, ਮਤਲਬ ਨੰਬਰ ਆਫ ਥਿੰਗਸ, ਆਲ ਐਕਸਪੀਰੀਅੰਸਿਸ, ਸਾਡੇ ਆਪਣੇ ਵੀ, ਸਾਡੇ ਕੁਲੈਕਟਿਵ ਵੀ, ਜਿਹੜੇ ਸਾਨੂੰ ਟਰਾਂਸਫਰ ਕੀਤੇ ਗਏ ਨੇ, ਬੇਸਿਕਲੀ ਉਹ ਭੂਤ ਹੀ ਨੇ। ਹੁੰਦਾ ਇਹ ਸੀ ਕਿ ਜਦੋਂ ਕੋਈ ਕਿਸੇ ਨੂੰ ਉਸ ਤਰ੍ਹਾਂ ਪਹਿਲਾਂ ਸਿਹਤ ਖਰਾਬ ਹੋ ਗਈ, ਬਿਮਾਰੀ ਹੋ ਗਈ। ਸਾਡੇ ਪਿੰਡ ਮੈਨੂੰ ਯਾਦ ਹੈ ਇੱਕ ਲੜਕੀ ਹੁੰਦੀ ਸੀ, ਭਰਾਈਆਂ ਦਾ ਪਰਿਵਾਰ ਸੀ, ਉਹ ਪਾਰਟੀਸ਼ਨ 'ਚ ਹੋਇਆ ਕਿ ਛੋਟਾ ਲੜਕਾ ਸੀ, ਉਹ ਪਿੰਡ ਵਾਲਿਆਂ ਨੇ ਰੱਖ ਲਿਆ, ਨਿਰਮਲ ਸਿੰਘ ਉਹਦਾ ਨਾਂ ਰੱਖ ਲਿਆ, ਸਰਦਾਰ ਬਣ ਗਿਆ। ਪਰ ਉਹਦਾ ਵਿਆਹ ਕੀਤਾ ਭਰਾਈਆਂ ਦਾ ਹੀ। ਉਹਦੀ ਵਾਈਫ ਸ਼ਾਇਦ ਮਲੇਰਕੋਟਲੇ ਦੇ ਲਾਗੇ ਕਿਸੇ ਪਿੰਡ ਦੀ ਸੀ। ਉਹਨਾਂ ਦੇ ਲੜਕੇ, 2 ਲੜਕੇ ਸੀ, ਇੱਕ ਲੜਕੀ ਪੈਦਾ ਹੋਈ। ਲੜਕੀ ਮੇਰੇ ਤੋਂ ਛੋਟੀ ਸੀ, ਬਹੁਤ ਖੂਬਸੂਰਤ, ਮਤਲਬ ਬਹੁਤ ਹੀ ਜ਼ਿਆਦਾ ਖੂਬਸੂਰਤ ਕੁੜੀ ਸੀ। ਅੱਛਾ, ਹੁਣ ਗਰੀਬ ਘਰ ਦੇ ਵਿੱਚ ਖੂਬਸੂਰਤ ਕੁੜੀ ਪੈਦਾ ਹੋ ਜਾਵੇ, ਇਹ ਵੀ ਇੱਕ ਸੰਕਟ ਵਾਲਾ ਮਸਲਾ ਹੁੰਦਾ ਹੈ।
ਉਹਨੂੰ ਅਨਫੋਰਚੂਨੇਟਲੀ ਕੁਛ ਦੇਰ ਬਾਅਦ ਉਹ ਲੜਕੀ ਨੂੰ ਜਦੋਂ ਉਹ ਜਵਾਨ ਹੋਣ ਲੱਗੀ ਤਾਂ ਉਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਉਹਦਾ ਹੱਥ ਹੌਲਾ ਕਰਾਇਆ ਕਰਨ, ਹੋਰ ਕਰਿਆ ਕਰਨ। ਉਹ ਜਿਹੜਾ ਹੱਥ ਹੌਲਾ ਕਰਨ ਆਇਆ ਕਰੇ, ਉਹ ਦੱਸੇ ਵੀ ਇਹਦੀ ਦਾਦੀ ਦੀ ਰੂਹ ਆ ਗਈ, ਇਹਦੀ ਚਾਚੀ ਦੀ ਰੂਹ ਫਲਾਣੀ, ਇਹਨਾਂ ਦੇ ਪਰਿਵਾਰ 'ਚ ਕੋਈ ਪਤਾ ਨਹੀਂ ਕਿੰਨੇ ਨਾਂ ਨੇ ਉਹਨਾਂ ਦੇ, ਮੇਰੇ ਕੋਲ ਤਾਂ ਪੂਰੀਆਂ ਲਿਸਟਾਂ ਹੈਗੀਆਂ ਵੀ ਉਹ ਕੁਚੀਲ ਹੁੰਦੀ ਹੈ ਜੇ ਲੇਡੀ ਜੇ ਡੂਰਿੰਗ ਬਰਥ ਮਰ ਜਾਵੇ। ਉਹਦੀ ਪੂਰੀਆਂ ਕੈਟੇਗਰੀ ਬਣਾਈਆਂ ਹੋਈਆਂ ਨੇ ਉਹਨਾਂ ਨੇ ਸਾਰਿਆਂ ਨੇ, ਜਿਹੜੇ ਸਿਆਣੇ ਜਿਹਨਾਂ ਨੂੰ ਕਹਿੰਦੇ ਨੇ। ਉਹਨਾਂ ਨੇ ਉਹ ਬੇਸਿਕਲੀ ਉਹ ਐਕਸਪਲੇਨ ਕਰਨਾ ਹੁੰਦਾ, ਹੋਰ ਉਹਦਾ ਕੋਈ ਮਤਲਬ ਨਹੀਂ ਹੁੰਦਾ ਕਿ ਇਹਨੂੰ ਅਸਲ ਦੇ ਵਿੱਚ ਕੋਈ ਗੁੰਝਲ ਪਿਛਲੀ ਇਹਦੇ ਪੇਰੈਂਟਸ ਦੇ ਮਨਾਂ ਦੇ ਵਿੱਚ ਪਈ ਹੈ ਜਾਂ ਇਹਦੇ 'ਚ ਪਈ ਹੈ, ਉਹ ਤੰਗ ਕਰ ਰਹੀ ਹੈ। ਕਿਉਂਕਿ ਬੱਚਾ ਜਦੋਂ ਵੱਡਾ ਹੋ ਰਿਹਾ ਹੁੰਦਾ, ਤੁਸੀਂ ਸਾਰੇ ਹੁਣ ਇਹ ਸਟੇਜ 'ਚੋਂ ਲੰਘ ਚੁੱਕੇ ਹੋ ਕਿ ਇੱਕ ਸਟੇਜ ਹੈ ਜਦੋਂ ਸਾਡੇ ਰੀਪਰੋਡਕਟਿਵ ਔਰਗਨਸ ਚੇਂਜ ਹੁੰਦੇ ਨੇ, ਸਾਡੇ ਬਾਡੀ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਰਹੀਆਂ ਹੁੰਦੀਆਂ ਨੇ, ਐਨਰਜੀ ਫੀਲਡ ਬਦਲ ਰਿਹਾ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ ਕਿ ਆਪਣਾ ਕੀ ਕਰੀਏ, ਪਰ ਕੋਈ ਦੱਸਣ ਵਾਲਾ ਨਹੀਂ ਹੁੰਦਾ। ਜਦੋਂ ਬੱਚਿਆਂ 'ਚ ਲੜਕਿਆਂ 'ਚ ਵੀ ਚੇਂਜ ਆਉਂਦੀ ਹੈ, ਕੋਈ ਨਹੀਂ ਦੱਸਣ ਵਾਲਾ ਹੁੰਦਾ। ਅਸੀਂ ਘਰਾਂ ਦੇ ਵਿੱਚ ਗੱਲ ਨਹੀਂ ਕਰਦੇ, ਮਾਂ ਪਿਓ ਨਾਲ ਗੱਲ ਨਹੀਂ ਹੋ ਸਕਦੀ। ਦੱਸਣ ਵਾਲੇ ਉਹੀ ਗਲੀ ਮੁਹੱਲੇ ਜਿਹੜੇ ਤੁਰੇ ਫਿਰਦੇ ਹੁੰਦੇ ਨੇ, ਜਿਨ੍ਹਾਂ ਨੂੰ ਆਪ ਉਹ ਜਿਹਾ ਕੁਛ ਹੀ ਹੋ ਰਿਹਾ ਹੁੰਦਾ। ਸੋ ਉਹ ਕੋਈ ਪ੍ਰੋਪਰ ਐਕਸਪਲੇਨੇਸ਼ਨ ਨਹੀਂ ਮਿਲਦੀ। ਉਹ ਜਿਹਦੀ ਜ਼ਿਆਦਾ ਐਨਰਜੀ ਡਿਵੈਲਪ ਹੋ ਰਹੀ ਹੈ, ਉਹਨੂੰ ਉਹ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਹਨੂੰ ਅਸੀਂ ਕਹਿੰਦੇ ਦੌਰਾ ਪੈ ਗਿਆ ਜੀ। ਦੌਰਾ ਪੈਣਾ ਕੁਛ ਨਹੀਂ ਹੈ, ਬੇਸਿਕਲੀ ਮਾਈਂਡ ਹੈ ਜਿਹੜਾ ਕੁਛ ਫੰਕਸ਼ਨਸ ਨੂੰ ਸਵਿਚ ਆਫ ਕਰ ਦਿੰਦਾ, ਕਿਉਂਕਿ ਐਨਰਜੀ ਹੈ ਜਿਹੜੀ ਉਹ ਰਸ਼ ਕਰ ਰਹੀ ਹੁੰਦੀ ਹੈ, ਜ਼ਿਆਦਾ ਐਨਰਜੀ ਉਹ ਤੋਂ ਹੈਂਡਲ ਨਹੀਂ ਹੋ ਰਹੀ ਹੁੰਦੀ। ਪਰ ਇਵੇਂ ਹੀ ਲੋਕ ਅਗਰੈਸ਼ਨ ਚਲੇ ਜਾਂਦੇ ਨੇ, ਬਹੁਤ ਸਾਰੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ। ਮੇਰੀ ਇੱਕ ਵੀਡੀਓ ਵੀ ਉਹਦੇ 'ਤੇ ਕਿ ਸੁਸਾਈਡ ਕਿਉਂ ਕਰਦਾ ਬੰਦਾ। ਇੱਕ ਸਟੇਜ ਆ ਜਾਂਦੀ ਹੈ ਕਿ ਤੁਸੀਂ ਹੈਂਡਲ ਹੀ ਨਹੀਂ ਕਰ ਪਾਉਂਦੇ, ਉਹ ਤੁਹਾਨੂੰ ਇੰਨੀ ਓਵਰਪਾਵਰ ਚੀਜ਼ ਕਰ ਜਾਂਦੀ ਹੈ ਕਿ ਬੰਦਾ ਬੋਡੀ ਨੂੰ ਡਿਸਟਰੋਏ ਕਰਨ ਤੱਕ ਚਲੇ ਜਾਂਦਾ। ਸੋ ਇਹ ਬਲੀਫ ਸਿਸਟਮਸ ਦਾ ਸਾਡਾ ਇੱਕ ਪੁਰਾਣਾ ਜਿਹੜਾ ਸਿਸਟਮ ਸੀ ਉਹ ਕੰਮ ਕਰਦਾ ਸੀਗਾ। ਜਿਉਂ ਹੀ ਸਮਾਜ ਦੇ ਵਿੱਚ ਚੇਂਜ ਆਉਂਦੀ ਹੈ ਤਾਂ ਪੁਰਾਣੇ ਜਿਹੜੇ ਐਕਸਪਲੇਨੇਟਰੀ ਸਿਸਟਮ ਨੇ ਉਹ ਕੰਮ ਨਹੀਂ ਕਰਦੇ। ਸਾਡੇ ਇੰਡੀਆ 'ਚ, ਪੰਜਾਬ 'ਚ ਤਾਂ ਖਾਸ ਕਰਕੇ ਇਹ ਅੱਛੀ ਗੱਲ ਹੋਈ, ਮੈਂ ਸਮਝਦਾ ਬੜੀ ਖੂਬਸੂਰਤ ਹੋਈ ਕਿ ਸਾਡੇ ਕੰਪੀਟਿੰਗ ਐਕਸਪਲੇਨੇਟਰੀ ਸਿਸਟਮ ਬਣ ਗਏ। ਬਹੁਤ ਸਾਰੀਆਂ ਧਾਰਮਿਕ ਲਹਿਰਾਂ ਸੀ, ਇੱਕੋ ਹੀ ਧਾਰਮਿਕ ਲਹਿਰ ਹੋਵੇ, ਇੱਕੋ ਹੀ ਐਕਸਪਲੇਨੇਸ਼ਨ ਹੋਵੇ, ਉਹਦੇ 'ਚ ਲੋਕ ਚੱਲੀ ਜਾਂਦੇ ਨੇ ਖੋਪੇ ਲਾ ਕੇ। ਸਾਡੇ ਤਾਂ ਮੁਸਲਮਾਨ ਵੀ ਆਏ, ਫਕੀਰ ਵੀ ਆਏ, 35 ਇੱਕ ਧਰਮ ਦੀਆਂ 20 ਕਿਸਮਾਂ ਨੇ। ਅਸੀਂ ਹੁਣ ਅੱਜ ਕੱਲ੍ਹ ਤਾਂ ਹਿੰਦੂ ਰਾਸ਼ਟਰ ਦਾ ਬੜਾ ਜ਼ੋਰ ਹੈ। ਜਦੋਂ ਮੈਂ ਰਿਸਰਚ ਕਰਨ ਲੱਗਿਆ ਸੀ, 2 ਹੀ ਪਰੰਪਰਾਵਾਂ ਮੇਨ ਸੀ ਜਿਹੜੀਆਂ, ਜੇ ਫਿਲੋਸਫੀਕਲੀ ਦੇਖੋ, ਇੱਕ ਸ਼ੈਵਾਈਟ ਟ੍ਰੈਡੀਸ਼ਨ ਹੈ, ਇੱਕ ਵੈਸ਼ਨਵ ਟ੍ਰੈਡੀਸ਼ਨ ਹੈ। ਮੇਰੇ ਜਿਹੜੇ ਸੁਪਰਵਾਈਜ਼ਰ ਉਹਨਾਂ ਨੇ ਮੈਨੂੰ ਦੱਸਿਆ, ਉਹ ਕਹਿੰਦੇ ਹਿੰਦੂ ਕੀ ਹੁੰਦਾ, ਦੇयर ਇਜ਼ ਨੋ ਡੈਫੀਨੇਸ਼ਨ ਆਫ ਹਿੰਦੂ। ਮੈਂ ਕਿਹਾ ਜੀ ਉਹ ਕਿੱਦਾਂ? ਕਹਿੰਦੇ ਜਿਹੜਾ ਨਮਕ, ਲਸਣ, ਪਿਆਜ਼ ਵੀ ਨਹੀਂ ਖਾਂਦਾ ਪੰਡਤ, ਉਹ ਵੀ ਹਿੰਦੂ ਹੈ। ਜਿਹੜਾ ਇੱਕ ਅਗੋਰੀ ਜਲਦੇ ਸਿਵੇ 'ਚੋਂ ਹਿਊਮਨ ਫਲੈਸ਼ ਕੱਢ ਕੇ ਖਾ ਲੈਂਦਾ, ਉਹ ਵੀ ਹਿੰਦੂ ਹੈ। ਕਿੱਦਾਂ ਐਕਸਪਲੇਨ ਕਰੋਗੇ ਤੁਸੀਂ? ਉਹ ਕਹਿੰਦੇ ਸੀ ਵੀ ਇਹ ਵੇ ਆਫ ਲਾਈਫ ਹੈ, ਇਹ ਧਰਮ ਨਹੀਂ ਹੈ ਆਪਣੇ ਆਪ ਦੇ ਵਿੱਚ। ਔਰ ਇਹ ਸਾਰੇ ਧਰਮਾਂ 'ਚ ਹੈ। ਤੁਸੀਂ ਸਾਡਾ ਸਭ ਤੋਂ ਯੰਗੈਸਟ ਜਿਹੜਾ ਧਰਮ ਹੈ ਸਿੱਖੀਜ਼ਮ ਹੈ। ਕੱਟੜ ਨਿਹੰਗ ਜਿਹੜਾ ਸ਼ਸਤਰਧਾਰੀ ਹੈ ਉਹ ਵੀ ਸਿੱਖ ਹੈ। ਅਸੀਂ ਵੀ ਸਿੱਖ ਸਮਝਦੇ ਹਾਂ ਆਪਣੇ ਆਪ ਨੂੰ, ਅੱਧੇ ਪੌਣੇ 20-30% ਜੋ ਵੀ ਹੈ ਮਤਲਬ। ਸੋ ਇਹ ਜਿਹੜੇ ਐਕਸਪਲੇਨੇਟਰੀ ਸਿਸਟਮ ਨੇ, ਇਹ ਬੇਸਿਕਲੀ ਸਾਡੇ ਮਨ ਨੂੰ ਰਝਾਉਣ ਲਈ ਨੇ, ਐਕਸਪਲੇਨ ਕਰਨ ਦੇ ਲਈ ਨੇ, ਪਰ ਅਕਸਰ ਇਹ ਪੂਰੇ ਨਹੀਂ ਹੁੰਦੇ ਕਿਉਂਕਿ ਅਸੀਂ ਗਰੋ ਕਰ ਰਹੇ ਹਾਂ, ਸਾਡੀ ਚੇਤਨਾ ਵੀ ਗਰੋ ਕਰ ਰਹੀ ਹੈ, ਮਾਈਂਡ ਵੀ ਗਰੋ ਕਰ ਰਿਹਾ ਹੈ। ਕੁਐਸਚਨ ਬਾਰ-ਬਾਰ ਉੱਠਦੇ ਰਹਿੰਦੇ ਨੇ। ਹੁੰਦਾ ਕੀ ਹੈ ਕਿ ਉਹ ਕੁਐਸਚਨ ਨੇ ਜਿਹੜੇ ਮਨ ਦੇ ਲੈਵਲ 'ਤੇ ਉੱਠਦੇ ਨੇ, ਪਰ ਕੁਛ ਸਾਡਾ ਇੱਕ ਲੈਵਲ ਚੇਤਨਾ ਦਾ ਐਸਾ ਹੈ ਕਿ ਜਿਹੜਾ ਮਨ ਦੇ ਕੰਟਰੋਲ 'ਚ ਨਹੀਂ, ਜਾਂ ਤਾਂ ਉਹ ਬਿਲੋ ਮਾਈਂਡ ਹੈ ਜਾਂ ਅਬਵ ਮਾਈਂਡ ਹੈ। ਉਹਦੀ ਮੈਂ ਤੁਹਾਨੂੰ ਸਟੋਰੀ ਸੁਣਾਉਣਾ ਕਿ ਬਲੀਫ ਸਿਸਟਮ ਦਾ ਤਾਂ ਚਲੋ ਮੈਂ ਪੜ੍ਹਿਆ, ਸਮਝ ਲਿਆ, ਥੋੜ੍ਹਾ ਬਹੁਤ ਮੈਨੂੰ ਸਮਝ ਆਈ ਕਿ ਇਹ ਹੋਇਆ। ਸੈਕਿੰਡ ਚੀਜ਼ ਮੈਂ ਜਿਹੜੀ ਪੜ੍ਹੀ ਕਿ ਜਿਹੜੀ ਮੇਰੀ ਇੰਡੀਵਿਜੂਅਲ ਲੌਜਿਕ ਹੈ, ਮੇਰੇ ਮਨ ਦੀ ਲੌਜਿਕ ਹੈ, ਅਤੇ ਜਿਹੜੀ ਲੋਕ ਮਨ ਦੀ ਲੌਜਿਕ ਹੈ, ਕਿ ਇਹਨਾਂ ਦੇ ਵਿੱਚ ਕੋਈ ਸੰਬੰਧ ਹੈ ਆਪਸ ਦੇ ਵਿੱਚ, ਕਿ ਉਹ ਵੱਡਾ ਜਾਂ ਛੋਟਾ ਹੈ। ਇਹ ਤੁਸੀਂ ਇੱਕ ਬੁੱਕ ਪੜ੍ਹਨਾ, ਲੀ ਵੌਨ, ਇੱਕ ਬੰਦਾ ਫਰੈਂਚ ਫਿਲੋਸਫਰ ਹੋਇਆ, 1895 'ਚ ਉਹਨੇ ਦਾ ਕਰਾਊਡ ਕਿਤਾਬ ਲਿਖੀ ਸੀ, ਜਿਹਨੂੰ ਬਾਅਦ 'ਚ ਯੂਜ਼ ਕਰਕੇ ਹਿਟਲਰ ਨੇ ਨਾਜ਼ੀਜ਼ਮ ਖੜਾ ਕਰਿਆ। ਕਿ ਜਿਹੜਾ ਕਰਾਊਡ ਹੈ ਅਤੇ ਜਿਹੜਾ ਇੰਡੀਵਿਜੂਅਲ ਹੈ, ਉਹਨਾਂ ਦਾ ਰਿਸ਼ਤਾ ਕੀ ਹੈ। ਇਹ ਆਪਣਾ ਅੱਜ ਦਾ ਟੌਪਿਕ ਨਹੀਂ ਹੈ, ਪਰ ਕਰਾਊਡ ਦਾ ਮਾਈਂਡ ਹੈ ਜਿਹੜਾ, ਉਹ ਸਾਨੂੰ ਤਾਂ ਇਹ ਲੱਗਦਾ ਵੀ ਇਕੱਠੇ ਹੋ ਕੇ ਮਾਈਂਡ ਜ਼ਿਆਦਾ ਉੱਚਾ ਹੋ ਜਾਂਦਾ ਹੋਣਾ। ਐਕਚੁਅਲੀ ਉਹ ਜਾਨਵਰ ਦੇ ਲੈਵਲ ਦਾ ਹੁੰਦਾ, ਉਹ ਰਿਐਕਟਿਵ ਹੁੰਦਾ ਬਹੁਤ ਜ਼ਿਆਦਾ। ਇੰਡੀਵਿਜੂਅਲ ਮਾਈਂਡ ਜ਼ਿਆਦਾ ਕੌਨਸ਼ੀਅਸ ਹੋ ਸਕਦਾ ਹੁੰਦਾ ਵੀ ਹੈ, ਲੌਜੀਕਲ ਹੁੰਦਾ ਜ਼ਿਆਦਾਤਰ। ਕਿਉਂਕਿ ਮੈਂ ਲੌਜੀਕਲ ਸੀ ਬਹੁਤ, ਮਾਰਕਸਿਜ਼ਮ ਪੜ੍ਹਿਆ ਹੋਇਆ ਸੀ, ਪੂਰਾ ਭਰੋਸਾ ਸੀ, ਅੱਗੇ ਵੀ ਪੜ੍ਹਾਈ ਦਾ ਸੀ। ਜਿਹੜੇ ਪਾਠ ਕਰਦੇ ਸੀ ਉਹਨਾਂ ਨੂੰ ਜਾ ਕੇ ਰੋਕੀਦਾ ਸੀ, ਸਗੋਂ ਵੀ ਇਹ ਕੀ ਗਲਤ ਟਾਈਮ ਵੇਸਟ ਕਰਨ ਲੱਗੇ ਹੋਏ ਹੋ। ਬਾਅਦ 'ਚ ਮੇਰੇ 'ਚ ਵੀ ਚੇਂਜ ਆਈ, ਆਪਾਂ ਉਹ ਵੀ ਡਿਸਕਸ ਕਰਾਂਗੇ।
ਜਦੋਂ ਮੈਂ ਇਹ ਡਾਟਾ ਕਲੈਕਟ ਕਰਨ ਦਾ ਕੰਮ ਕਰਿਆ, ਪਹਿਲਾਂ ਤਾਂ ਇੱਥੇ ਹੋਇਆ ਐਕਸਪੀਰੀਅੰਸ, ਦੂਜਾ ਪਵਿਆਂ ਦੀ ਮਾੜੀ ਦੇ ਵਿੱਚ ਮੈਂ ਗਿਆ, ਉੱਥੇ ਇਕੱਲਾ ਹੀ ਸੀ ਮੈਂ। ਪਵਿਆਂ ਦੇ ਵਿੱਚ ਜਿਹੜੀ ਮਾੜੀ ਹੈ, ਉੱਥੇ ਇੱਕ ਪਿੰਡ ਹੈ ਸਨੇਕ ਬਾਈਟ, ਸੁਣਿਆ ਹੋਣਾ, ਗੁੱਗੇ ਜਾਹਰ ਪੀਰ ਦੀ ਪੂਜਾ ਇਸ ਕਰਕੇ ਜ਼ਿਆਦਾ ਹੁੰਦੀ ਹੈ ਕਿ ਜੇ ਕੋਈ ਸਨੇਕ ਬਾਈਟ ਦਾ ਕੇਸ ਹੋ ਜਾਵੇ ਜਾਂ ਸਸਪੀਸ਼ੀਅਸ ਹੋਵੇ, ਉਹਨੂੰ ਮਿਹਰ ਕਿਹਾ ਜਾਂਦਾ ਕਿ ਜੀ ਮਿਹਰ ਹੋ ਗਈ ਇਹਨੂੰ, ਉਹਨੂੰ ਲੈ ਜਾਂਦੇ ਨੇ ਅਤੇ ਉੱਥੇ ਉਹਦਾ ਹੱਥ ਹੌਲਾ ਕਰਕੇ ਚੌਂਕੀਆਂ ਭਰਾ ਕੇ ਉਹ ਠੀਕ ਹੋ ਜਾਂਦਾ ਬੰਦਾ। ਮੈਨੂੰ ਤਾਂ ਵਿਸ਼ਵਾਸ ਨਹੀਂ ਸੀ, ਜਿਹੜਾ ਵਿਸ਼ਵਾਸ ਵਾਲਾ ਉਹਨੂੰ ਠੀਕ ਹੋ ਜਾਂਦਾ। ਚਲੋ ਮੈਂ ਜੀ ਉਹਦੇ ਘਰੇ ਗਿਆ, ਉਹ ਭਗਤ ਘਰ ਹੈ ਨਹੀਂ ਸੀ ਪਰ ਚਾਂਸ, ਮੈਂ ਰੁਕ ਗਿਆ, ਉਹਦੀ ਵਾਈਫ ਨੂੰ ਪੁੱਛਿਆ, ਉਹ ਕਹਿੰਦੇ ਜੀ ਆਉਣ ਵਾਲੇ ਹੀ ਨੇ, ਕੋਈ ਗੱਲ ਨਹੀਂ। ਜਦ ਨੂੰ ਉੱਥੇ ਇੱਕ ਅੰਬੈਸਡਰ ਕਾਰ ਪੁਰਾਣੀ 1980 ਦੀਆਂ ਗੱਲਾਂ ਨੇ ਆਈ, ਤਾਂ ਉਹਦੇ 'ਚੋਂ 2-3 ਬੰਦਿਆਂ ਨੇ, ਇੱਕ ਡਰਾਈਵਰ ਸੀ, 2-3 ਜਾਣਿਆਂ ਨੇ ਇੱਕ ਬੰਦਾ ਕੱਢ ਕੇ ਉੱਥੇ ਲਿਟਾ ਦਿੱਤਾ ਉਹਨਾਂ ਨੇ ਥੱਲੇ, ਇੱਕ ਨੇ ਬਾਹਾਂ ਤੋਂ ਲੱਤਾਂ ਤੋਂ ਫੜ ਕੇ, ਆਲਮੋਸਟ ਮਰਨ ਕਿਨਾਰੇ ਸੀ ਉਹ ਬੰਦਾ। ਜਦ ਨੂੰ ਭਗਤ ਜੀ ਆ ਗਏ, ਉਹਨੇ ਹਲ ਛੱਡ ਕੇ ਆਇਆ, ਉਹ ਬਲਦ ਖੋਲ੍ਹ ਕੇ ਉਹਨੇ ਖੋਲੀ 'ਤੇ ਬੰਨੇ, ਅਤੇ ਆਪ ਉਹ ਕਹਿੰਦਾ ਹਾਂ ਜੀ ਦੱਸੋ, ਉਹ ਕਹਿੰਦੇ ਜੀ ਮਿਹਰ ਹੋ ਗਈ। ਉਹਨੇ ਜੁੱਤੀ ਖੋਲ੍ਹੀ, ਉੱਦਾਂ ਹੀ ਬੈਠ ਕੇ, ਮਤਲਬ ਹੱਥ ਧੋ ਕੇ ਆਇਆ, ਜੁੱਤੀ ਖੋਲ੍ਹ ਕੇ ਬੈਠ ਕੇ ਜੀ ਉਹਨੇ 5 ਕੁ ਵਾਰ ਅੱਖਾਂ ਮੀਚ ਕੇ ਨਾ ਮਿੱਟੀ ਚੱਕ ਕੇ ਇੱਦਾਂ ਸਿੱਟੀ, ਅਤੇ ਫਿਰ ਉਹਨੇ ਕਿਹਾ ਵੀ ਚਾਹ ਬਣਾ ਲਓ ਭਾਈ। ਚਲੋ ਜੀ ਉਹਨਾਂ ਨੇ ਚਾਹ ਬਣਾਈ, ਉਹਨੂੰ ਲੱਗਿਆ ਮੈਂ ਉਹਨਾਂ ਦੇ ਨਾਲ ਦਾ ਹੀ ਹਾਂ। ਚਾਹ ਪੀਂਦੇ ਪੀਂਦੇ ਉਹ ਬੰਦਾ ਉੱਠ ਕੇ ਬੈਠ ਗਿਆ ਮੇਰੇ ਸਾਹਮਣੇ ਹੀ, ਜਾਣ ਲੱਗੇ ਤੁਰ ਕੇ ਉਹਨਾਂ ਦੇ ਨਾਲ ਗੱਡੀ 'ਚ ਬੈਠ ਕੇ ਚਲਾ ਗਿਆ। ਮੇਰੇ ਲਈ ਬੜਾ, ਚਲੋ ਮੈਂ ਚੁੱਪ ਰਿਹਾ, ਖੈਰ ਮੈਂ ਕਹਿ ਵੀ ਕੀ ਸਕਦਾ ਸੀ। ਮੈਂ ਉਹ ਬਾਅਦ 'ਚ ਭਗਤ ਜੀ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕੀ ਕੀਤਾ ਇਹਨੂੰ? ਉਹ ਕਹਿੰਦਾ ਮੈਂ ਤਾਂ ਕੁਛ ਨਹੀਂ ਕਰਿਆ। ਮੈਂ ਕਿਹਾ ਤੁਸੀਂ ਕੋਈ ਮੰਤਰ ਪੜ੍ਹਿਆ ਹੋਣਾ? ਕਹਿੰਦਾ ਮੈਨੂੰ ਆਉਂਦਾ ਹੀ ਨਹੀਂ। ਮੈਂ ਕਿਹਾ ਜਦੋਂ ਮਿੱਟੀ ਸਿੱਟ ਰਹੇ ਸੀ? ਕਹਿੰਦਾ ਬਸ ਆਪਾਂ ਪੀਰ ਦਾ ਨਾਂ ਲੈ ਕੇ ਮਿੱਟੀ ਸਿੱਟਦੇ। ਮੈਂ ਕਿਹਾ ਫਿਰ ਇਲਾਜ ਕਿਵੇਂ ਹੋਇਆ ਠੀਕ ਹੈ? ਉਹ ਕਹਿੰਦਾ ਇਹ ਤਾਂ ਉਹੀ ਕਰਦਾ। ਮੈਂ ਕਿਹਾ ਮੇਰੇ ਲਈ ਬੜੀ ਅਜੀਬ ਗੱਲ ਸੀ ਇਹ। ਮੈਂ ਕਿਹਾ ਤੁਸੀਂ ਕੁਛ ਸਿੱਖਿਆ ਹੋਣਾ? ਕਹਿੰਦਾ ਨਹੀਂ ਮੈਂ ਤਾਂ ਕੁਛ ਨਹੀਂ ਸਿੱਖਿਆ। ਕਹਿੰਦਾ ਮੇਰੇ ਬਾਬੇ ਨੂੰ ਪਤਾ ਨਹੀਂ ਪੜਦਾਦੇ ਨੂੰ ਬਖਸ਼ ਹੋਈ ਸੀਗੀ। ਕਹਿੰਦਾ ਲੋਕਾਂ ਦਾ ਵਿਸ਼ਵਾਸ ਹੈ ਵੀ ਇਹਨਾਂ ਨੂੰ ਬਖਸ਼ ਹੋਈ ਹੈ। ਕਹਿੰਦਾ ਉਹ ਆ ਜਾਂਦੇ ਨੇ, ਆਪਾਂ ਤਾਂ ਕੋਈ ਲਈਦਾ ਨਹੀਂ ਦਈਦਾ ਨਹੀਂ, ਬਸ ਕਹਿੰਦਾ ਇੱਦਾਂ 5 ਵਾਰ ਮਿੱਟੀ ਸਿੱਟ ਦਿੱਤੀ ਹੈ, ਜ਼ਾਹਰ ਪੀਰ ਦਾ ਨਾਂ ਲੈ ਕੇ ਬੰਦਾ ਠੀਕ ਹੋ ਜਾਂਦਾ। ਮੈਨੂੰ ਮੇਰੇ ਸਾਹਮਣੇ ਉੱਠ ਕੇ ਤੁਰ ਕੇ ਗਿਆ ਬੰਦਾ। ਅੱਛਾ ਮੈਂ ਤਾਂ ਬਿਲੀਵ ਕਰ ਹੀ ਨਹੀਂ ਸੀ ਸਕਦਾ ਇਹ ਗੱਲ। ਮੈਨੂੰ ਲੱਗਿਆ ਇਹ ਤਾਂ ਡਾਇਲੈਕਟ੍ਰੀਕਲ ਮਟੀਰੀਅਲ ਲੱਗ ਨਹੀਂ ਰਿਹਾ, ਇੱਥੇ ਕਿੱਥੇ ਲਾਵਾਂ ਮੈਂ। ਮਤਲਬ ਮੈਨੂੰ ਬੜੀ ਸ਼ੌਕਿੰਗ ਲੱਗੀ ਗੱਲ ਇਹ ਆਪਣੇ ਆਪ ਦੇ ਵਿੱਚ। ਮੈਂ ਕਿਹਾ ਅਜੀਬ ਗੱਲ ਹੈ ਇਹ। ਚਲੋ ਖੈਰ ਇੱਦਾਂ ਹੀ ਚਲੋ ਉਹ ਤਾਂ ਦੂਜੇ ਬੰਦੇ ਨਾਲ ਸੀ। ਮੇਰੇ ਨਾਲ ਇੰਟਰਸਟਿੰਗ ਗੱਲ ਹੋਈ ਕਿ ਮੇਰੇ ਹੱਥ ਦੇ ਉੱਪਰ ਅਤੇ ਇੱਕ ਪੈਰ 'ਤੇ ਨਾ ਜਿਹੜੇ ਵਾਰਟਸ ਨਹੀਂ ਨਿਕਲੇ ਆਉਂਦੇ ਮੌਕੇ, ਉਹ ਨਿਕਲੀ ਜਾਣ। ਮੇਰਾ ਇੱਕ ਦੋਸਤ ਸੀ ਹੋਮਿਓਪੈਥੀ ਦਾ, ਉਹਨੇ ਦੱਸਿਆ ਵੀ ਥੂਜ਼ਾ ਇੱਕ ਦਵਾਈ ਹੁੰਦੀ ਹੈ ਉਹ ਲੈ ਲਿਓ। ਮੈਂ ਲਈ, ਉਹ ਨਹੀਂ ਹਟੇ। ਮੇਰੀ ਸਿਸਟਰ ਮੈਨੂੰ ਕਹਿੰਦੀ ਉੱਥੇ ਸਾਡੇ ਪਿੰਡਾਂ ਦੇ ਲਾਗੇ ਨਾ ਇੱਕ ਬਾਬਾ ਮਨੋਹਰ ਦੀ ਸ਼ਰਾਈਨ ਹੈ, ਇੱਦਾਂ ਦੀ ਉਹ ਜਿਹੜੀਆਂ ਫੋਕ ਸ਼ਰਾਈਨਸ ਹੁੰਦੀਆਂ ਨੇ, ਉਹ ਕਹਿੰਦੀ ਉੱਥੇ ਨਮਕ ਸੁੱਖ ਲੈਂਦੇ ਹਾਂ ਵੀ ਠੀਕ ਹੋ ਜਾਊ। ਮੈਂ ਕਿਹਾ ਮੈਨੂੰ ਤਾਂ ਭਰੋਸਾ ਨਹੀਂ। ਉਹ ਕਹਿੰਦੀ ਮੈਂ ਸੁੱਖ ਲੈਂਦੀ ਹਾਂ। ਮੈਂ ਕਿਹਾ ਤੂੰ ਕਰ ਲੈ ਜੋ ਕਰਨਾ, ਮੈਂ ਤਾਂ ਕੀ ਕਰਨਾ ਇਹਦੇ 'ਚ। ਉਹਨੇ ਸੁੱਖ ਲਿਆ, ਉਹ ਮੌਕੇ ਠੀਕ ਹੋ ਗਏ। ਜਦ ਮੈਂ ਦੁਬਾਰਾ ਗਿਆ ਉਹ ਕਹਿੰਦੀ ਦੇਖਿਆ ਠੀਕ ਹੋ ਗਏ। ਮੈਂ ਕਿਹਾ ਨਹੀਂ ਇੰਨੇ ਕੁ ਟਾਈਮ ਦੀ ਉਹ ਬਿਮਾਰੀ ਹੁੰਦੀ ਹੈ, ਇਹ ਆਪੇ ਹੀ ਠੀਕ ਹੋ ਜਾਂਦੀ ਹੈ ਕੁਛ ਦੇਰ ਬਾਅਦ। ਪਰ ਮੇਰੇ ਮਨ ਦੇ ਵਿੱਚ ਇਹ ਗੱਲ ਰਹੀ ਵੀ ਹੋਇਆ ਕੀ ਇਹ ਆਖਿਰਕਾਰ। ਤੀਜੀ ਘਟਨਾ ਜਿਹੜੀ ਇਹ ਤੋਂ ਵੀ ਇੰਟਰਸਟਿੰਗ ਵਾਪਰੀ, ਜਦੋਂ ਮੈਂ ਟੌਪਿਕ ਲਿਆ ਤਾਂ ਸਾਡੇ ਇੱਥੇ ਪ੍ਰੋਫੈਸਰ ਹੁੰਦੇ ਸੀ, ਇਹ ਤਾਂ ਜਾਣਦੇ ਨੇ, ਮੈਂ ਹੁਣ ਉਹਨਾਂ ਦਾ ਨਾਂ ਕਾਹਨੂੰ ਲੈਣਾ। ਉਹਨੇ ਬੜਾ ਮਜ਼ਾਕ ਉਡਾਉਣਾ ਵੀ ਕੀ ਕਰਦਾ ਤੇਰਾ ਗੁੱਗਾ, ਫਲਾਣਾ ਜੇ ਉਹ ਬਹੁਤ ਉਹਨੇ। ਅੱਛਾ ਮੈਂ ਤਾਂ ਆਪ ਹੀ ਰੈਸ਼ਨਲ ਬੰਦਾ ਸੀ, ਮੈਂ ਕੀ ਕਰਨਾ ਸੀ ਉਹਦੇ ਵਿੱਚ। ਮੈਂ ਹੱਸ ਛੱਡਣਾ। ਉਹਦੇ ਨਾ ਕਿਤੇ ਕੋਈ ਪੈਰ ਦੇ ਉੱਪਰ ਕੋਈ ਛੋਟਾ ਜਿਹਾ ਕੋਈ ਸਕਿਨ ਦੀ ਪ੍ਰੋਬਲਮ ਹੋ ਗਈ। ਹੌਲੀ ਹੌਲੀ ਉਹ ਵਧਣੀ ਸ਼ੁਰੂ ਹੋ ਗਈ, ਜੁੱਤੀ ਪੈਣੋਂ ਹਟ ਗਈ, ਚਮਰਸ ਹੋ ਗਿਆ ਕਈਆਂ ਨੇ ਕਿਹਾ। ਫਿਰ ਉਹ PGI ਗਿਆ, ਉਹਨੇ ਬੜੇ ਥਾਂ ਇਲਾਜ ਕਰਾਇਆ, ਪੈਰ ਗਲਣਾ ਸ਼ੁਰੂ ਹੋ ਗਿਆ। ਗੁਰਮੁਖ ਬੰਦਾ ਸੀ, ਕੋਈ ਗੁਰੂ ਨਾਨਕ ਨੂੰ ਮੰਨਣ ਵਾਲਾ, ਕਿਸੇ ਇਹੋ ਜਿਹੀ ਚੀਜ਼ 'ਚ ਵਿਸ਼ਵਾਸ ਨਹੀਂ ਸੀ। ਕਿਸੇ ਨੇ ਕਿਹਾ ਵੀ ਤੇਰਾ ਕੀ ਘਟਦਾ, ਤੂੰ ਇੱਥੇ 7 ਚੌਂਕੀਆਂ ਭਰ ਲੈ ਗੁੱਗੇ ਦੇ। ਉਹ 7 ਵਾਰੀ ਗਿਆ, ਠੀਕ ਹੋ ਗਿਆ। ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਇਹ ਕਿਵੇਂ ਠੀਕ ਹੋ ਗਿਆ? ਮੈਂ ਕਿਹਾ ਤੂੰ ਦੱਸ, ਮੈਂ ਤੈਨੂੰ ਕੀ ਦੱਸਣਾ, ਮੈਂ ਤਾਂ ਆਪ ਤੇਰੀ ਗੱਲ ਕਰ ਰਿਹਾ। ਖੈਰ ਬੜੀਆਂ ਸਟੋਰੀਆਂ ਇੱਦਾਂ ਦੀਆਂ। ਮੈਨੂੰ ਇਹ ਲੱਗਿਆ ਵੀ ਮੈਨੂੰ ਆਈ ਮਸਟ ਨੋ ਦਿਸ ਥਿੰਗ ਕਿ ਆਰਾਮ ਆ ਕਿੱਦਾਂ ਜਾਂਦਾ ਹੈ। ਜਿਹੜੀ ਗੱਲ ਮੇਰਾ ਦਿਮਾਗ ਨਹੀਂ ਐਕਸਪਲੇਨ ਕਰ ਪਾ ਰਿਹਾ ਹੈ ਕੀ ਗੱਲ ਕੀ ਹੈ ਇਹ ਆਪਣੇ ਆਪ 'ਚ। ਮੈਂ ਜੀ ਹੀਲਿੰਗ ਦੇ ਉੱਪਰ ਪੜ੍ਹਨਾ ਸ਼ੁਰੂ ਕੀਤਾ। ਹੋਮਿਓਪੈਥੀ ਦਾ ਤੁਸੀਂ ਸੁਣਿਆ ਹੋਣਾ, ਹਨੀਮੈਨ ਸੀਗਾ। ਹਨੀਮੈਨ ਦਾ ਜਿਹੜਾ ਇੱਕੋ ਹੀ ਮੰਤਰ ਹੈ ਪਹਿਲਾ, ਉਹ ਕਹਿੰਦਾ ਨੋ ਥਾਈ ਸੈਲਫ। ਮੈਡੀਸਨ ਦਾ ਮਤਲਬ ਹੈ ਆਪਣੇ ਆਪ ਨੂੰ ਜਾਣੋ। ਹੀਲਿੰਗ ਦਾ ਮਤਲਬ ਵੀ ਇਹੀ ਹੈ ਕਿ ਆਪਣੇ ਆਪ ਨੂੰ ਜਾਣੋ।
ਹੌਲੀ ਹੌਲੀ ਮੈਨੂੰ ਇਹ ਸਮਝ ਆਉਣ ਲੱਗੀ ਕਿ ਜਿਹੜੇ ਕੁਲੈਕਟਿਵ ਬਲੀਫ ਨੇ, ਜਿਹੜੇ ਅਸੀਂ ਨਹੀਂ ਘੜੇ, ਸਾਡੇ ਤੋਂ ਪਹਿਲਾਂ ਹੀ ਜਿਹੜੇ ਗਰੁੱਪ 'ਚ ਅਸੀਂ ਪੈਦਾ ਹੋਏ ਹਾਂ ਜਾਂ ਜਿੱਥੇ ਪੈਦਾ ਉੱਥੇ ਘੜੇ ਹੋਏ ਨੇ, ਉਹ ਸਾਡੇ ਕਲਚਰ ਦੇ ਵਿੱਚ ਓਪਰੇਟ ਕਰਦੇ ਨੇ। ਉਹ ਇਸ ਲੈਵਲ 'ਤੇ ਨਹੀਂ ਓਪਰੇਟ ਕਰਦੇ ਜਿਹੜੇ ਲੈਵਲ 'ਤੇ ਅਸੀਂ ਲੌਜਿਕ ਕਰਦੇ ਹਾਂ। ਉਹ ਤੁਸੀਂ ਨਾ ਵੀ ਮੰਨਦੇ ਹੋ ਤੁਹਾਡੇ 'ਤੇ ਅਸਰ ਕਰਦੇ ਨੇ। ਉਹ ਐਕਸਪੀਰੀਅੰਸ ਦੇ ਲੈਵਲ ਦੇ ਉੱਪਰ ਅਸਰ ਕਰਦੇ ਨੇ। ਜਿਹੜੀ ਐਕਸਪੀਰੀਐਂਸ਼ੀਅਲ ਨੋਇੰਗ ਹੈ, ਮੈਂ ਫਿਰ ਐਪਿਸਟੀਮੋਲੋਜੀ ਹੋਰ ਮੈਂ ਪੜ੍ਹਿਆ ਵੀ ਜਾਣਨ ਦੇ ਕਿੰਨੇ ਕੁ ਤਰੀਕੇ ਨੇ। ਆਖਰਕਾਰ ਮਨ ਰਾਹੀਂ ਜਾਣਨਾ, ਆਪਣੀਆਂ ਸੈਂਸਸ ਦੇ ਰਾਹੀਂ ਜਾਣਨਾ ਇੱਕ ਲੈਵਲ ਹੈ ਸਾਡਾ। ਸੈਂਸਸ ਨੇ ਜਿਹੜੀਆਂ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਸਮੈਲ ਕਰਦੇ ਹਾਂ, ਟੱਚ ਕਰਦੇ ਹਾਂ, ਇਹਦੇ ਨਾਲ ਵੀ ਇੱਕ ਇਨਫੋਰਮੇਸ਼ਨ ਆਉਂਦੀ ਹੈ, ਉਹਨੂੰ ਮਾਈਂਡ ਪ੍ਰੋਸੈਸ ਕਰਦਾ। ਇੱਕ ਲੈਵਲ ਹੈ ਇਹਨੂੰ ਜਾਣਨ ਦਾ। ਇੱਕ ਲੈਵਲ ਤੋਂ ਅਗਲਾ ਮੈਂਟਲ ਹੈ, ਜਿਹਨੂੰ ਅਸੀਂ ਕੰਸੈਪਚੁਅਲ ਨੌਲੇਜ ਕਹਿੰਦੇ ਹਾਂ। ਅਸੀਂ ਉਹਦੇ ਉੱਪਰ ਲੇਬਲ ਲਾ ਦਿੰਦੇ ਹਾਂ ਕਿ ਪਿਛਲੀ ਵਾਰੀ ਅੱਗ ਨੂੰ ਹੱਥ ਲਾਇਆ ਸੀ, ਇਹ ਗਰਮ ਸੀ ਜਾਂ ਸਾੜਦੀ ਸੀ। ਉਹ ਸਟੋਰ ਹੁੰਦੀ ਰਹਿੰਦੀ ਹੈ ਸਾਡੇ ਮਾਈਂਡ ਦੇ ਵਿੱਚ, ਸੌਫਟਵੇਅਰ ਦੀ ਤਰ੍ਹਾਂ ਉਹ ਵਰਕ ਕਰਦੀ ਹੈ, ਔਰ ਅਸੀਂ ਉਹਨੂੰ 100% ਸਹੀ ਮੰਨਦੇ ਹਾਂ। ਇਹ ਵੀ ਇੱਕ ਲੈਵਲ ਹੈ। ਇਹ ਤੋਂ ਉੱਪਰ ਵੀ ਲੈਵਲ ਹੈਗੇ ਨੇ ਨੌਲੇਜ ਦੇ। ਜਿਹੜੇ ਬਲੀਫ ਸਿਸਟਮਸ ਕੁਲੈਕਟਿਵ ਬਣਦੇ ਨੇ, ਉਹ ਉੱਪਰਲੇ ਲੈਵਲਾਂ 'ਤੇ ਬਣਦੇ ਨੇ ਕਈ ਵਾਰੀ ਜਾ ਕੇ, ਔਰ ਉਹਨਾਂ ਦੀ ਵੀ ਦਰਜੇਬੰਦੀ ਹੈ ਅੱਗੇ। ਉਹਨਾਂ 'ਚ ਛੋਟੇ ਵੀ ਨੇ, ਵੱਡੇ ਵੀ ਨੇ। ਸੋ ਸਾਨੂੰ ਜਦੋਂ ਸਾਡੀ ਹੀਲਿੰਗ ਹੁੰਦੀ ਹੈ, ਮੰਨ ਲਓ ਫਰਾਂਸ ਦੇ ਵਿੱਚ ਤਾਂ ਐਕਸਪੀਰੀਅੰਸ ਹੀ ਕੀਤਾ, ਉਹਨਾਂ ਨੇ ਐਕਸਪੈਰੀਮੈਂਟ ਕਰਿਆ ਕਿ ਇੱਕੋ ਹੀ ਗਿਣਤੀ ਦੇ ਮੰਨ ਲਓ 30 ਪੇਸ਼ੈਂਟ ਨੇ ਜਿਹੜੇ, ਉਹਨਾਂ ਨੂੰ ਦਵਾਈ ਦਿੱਤੀ, 30 ਨੂੰ ਖਾਲੀ ਦਵਾਈ ਦੇ ਦਿੱਤੀ, ਕੈਪਸੂਲ ਜਿਵੇਂ ਆਪਾਂ ਦਿੰਦੇ ਹਾਂ। ਉਹ 'ਚ ਮੈਡੀਸਨ ਨਹੀਂ ਸੀ, ਉਹਦੇ ਵਿੱਚ ਸਿਰਫ ਇਹ ਵਹਿਮ ਸੀ ਕਿ ਮੈਡੀਸਨ ਹੈ। ਉਹ ਵੀ ਉਨੇ ਹੀ ਠੀਕ ਹੋ ਗਏ ਜਿਨ੍ਹਾਂ ਨੂੰ ਦਵਾਈ ਦਿੱਤੀ ਸੀ। ਉਹਨੂੰ ਪਲੇਸੀਬੋ ਇਫੈਕਟ ਕਹਿੰਦੇ ਨੇ। ਕਿ ਮਤਲਬ ਤੁਸੀਂ ਜੇ ਕੋਈ ਚੀਜ਼ ਖਾ ਲਈ, ਤੁਹਾਨੂੰ ਇਹ ਦੱਸ ਦਿੱਤਾ ਗਿਆ ਕਿ ਜ਼ਹਿਰ ਸੀ, ਤਾਂ ਤੁਸੀਂ ਮਰ ਸਕਦੇ ਹੋ, ਜਾਂ ਉਹ ਜ਼ਹਿਰ ਵਰਗਾ ਅਸਰ ਕਰ ਸਕਦੀ ਹੈ। ਜੇ ਦੱਸਿਆ ਜਾਵੇ ਵਿਸ਼ ਨਹੀਂ ਹੈ, ਅੰਮ੍ਰਿਤ ਸੀ, ਤਾਂ ਅੰਮ੍ਰਿਤ ਵਰਗਾ ਅਸਰ ਕਰ ਸਕਦੀ ਹੈ। ਸੋ ਸਾਡੇ ਜਿਹੜੇ, ਫਿਰ ਮੈਂ ਸਿੰਬੋਲਿਜ਼ਮ ਦੀ ਸਟੱਡੀ ਕਰਨੀ ਸ਼ੁਰੂ ਕਰੀ ਕਿ ਜਦੋਂ ਅਸੀਂ ਲੈ ਕੇ ਜਾਂਦੇ ਹਾਂ ਕਿਸੇ ਬੰਦੇ ਨੂੰ ਕਿਸੇ ਪੀਰ ਕੋਲ, ਫਕੀਰ ਕੋਲ, ਜਗ੍ਹਾ ਦੇ ਉੱਪਰ, ਉੱਥੇ ਕੁਛ ਰਿਚੁਅਲਸ ਨੇ, ਉਹ ਰਿਚੁਅਲਸ ਸਿੰਬੋਲਿਕ ਨੇ। ਸਾਡੇ ਡੁਰਖਾਈਮ ਨੇ ਰਿਲੀਜਨ 'ਤੇ ਬਹੁਤ ਲਿਖਿਆ, ਉਹਨੇ ਕਿਹਾ ਕਿ 2 ਡੋਮੇਨਸ ਨੇ, ਇੱਕ ਸੇਕਰਡ ਅਤੇ ਇੱਕ ਪ੍ਰੋਫੇਨ। ਜਿਹੜੀ ਸੇਕਰਡ ਡੋਮੇਨ ਹੈ ਉਹ ਕੁਲੈਕਟਿਵ ਹੈ, ਉਹਨੂੰ ਆਮ ਅਸੀਂ ਐਕਸੈਸ ਨਹੀਂ ਕਰ ਸਕਦੇ। ਉਹ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਬਦਲਦੇ ਹਾਂ, ਅਸੀਂ ਰਿਚੁਅਲਸ ਕੁਛ ਨਾ ਕੁਛ ਪਰਫੋਰਮ ਕਰਦੇ ਹਾਂ, ਅਸੀਂ ਉੱਥੇ ਹੋਰ ਬੰਦਾ ਬਣ ਕੇ ਗਏ ਹੁੰਦੇ ਹਾਂ। ਤੁਸੀਂ ਗੁਰਦੁਆਰੇ ਤਾਂ ਸਾਰੇ ਗਏ ਹੀ ਹੋਵੋਗੇ ਕਿ ਨਹੀਂ? ਕੋਈ ਐਸਾ ਹੈ ਜਿਹਨੇ ਗੁਰਦੁਆਰਾ ਨਹੀਂ ਦੇਖਿਆ ਜਾਂ ਕੋਈ ਨਹੀਂ ਗਿਆ? ਗਏ ਹੋਵੋਗੇ ਤਾਂ ਮੱਥਾ ਵੀ ਟੇਕਿਆ ਹੋਣਾ। ਸਾਡਾ ਮਨ ਹੈ ਨਾ ਜਿਹੜਾ, ਇਹ ਟਿਕਦਾ ਨਹੀਂ, ਕਦੇ ਚੱਲਦਾ ਹੀ ਰਹਿੰਦਾ ਹੈ। ਉੱਥੇ ਚਾਹੇ ਇੱਕ ਫਰੈਕਸ਼ਨ ਆਫ ਸੈਕਿੰਡ ਦੇ ਲਈ, ਕਿਉਂਕਿ ਇੱਥੇ ਹੀ ਸਾਰਾ ਕੁਛ ਚੱਲ ਰਿਹਾ ਹੁੰਦਾ, ਮੱਥੇ ਦਾ ਮਤਲਬ ਇਹ ਹੈ ਅਸੀਂ ਇਹਨੂੰ ਸਮਰਪਿਤ ਕਰ ਰਹੇ ਹੁੰਦੇ ਹਾਂ। ਇੱਕ ਮਿੰਟ ਲਈ ਵੀ ਜੇ ਟਿਕ ਜਾਵੇ ਤਾਂ ਸੁੱਖ ਦਾ ਸਾਹ ਆ ਜਾਂਦਾ ਹੈ। ਜਿਉਂ ਹੀ ਮੱਥਾ ਚੱਕਦੇ ਹਾਂ ਫਿਰ ਖੜਾ ਹੋ ਜਾਂਦਾ ਹੈ। ਸੋ ਸਾਡੀ ਜਿਹੜੀ ਥਿੰਕਿੰਗ ਹੈ, ਸਾਡੇ ਰੈਗੂਲਰ ਜਿਹੜੀ ਐਕਟੀਵਿਟੀ ਹੈ, ਮੈਂਟਲ ਐਕਟੀਵਿਟੀ ਹੈ, ਰੈਗੂਲਰ ਜਿਹੜਾ ਮੈਂਟਲ ਨੋਇਸ ਹੈ, ਜਿਹਦੇ ਬਾਰੇ ਅਸੀਂ ਅਵੇਅਰ ਨਹੀਂ ਹੁੰਦੇ। ਉਹ ਅਵੇਅਰ ਅਸੀਂ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਸਾਡੇ ਗੜਬੜ ਇਹ ਹੋ ਗਈ ਕਿ ਸਾਡੀ ਸਾਰੀ ਐਨਰਜੀ ਹੈ ਜਿਹੜੀ 75% ਆਕਸੀਜਨ ਜਿਹੜੀ ਅਸੀਂ ਸਾਹ ਲੈਂਦੇ ਹਾਂ, ਉਹ ਇੱਥੇ ਹੀ ਯੂਜ਼ ਹੁੰਦੀ ਹੈ। ਔਰ ਮਾਈਂਡ ਸਾਨੂੰ ਦੱਸਦਾ ਹੈ ਜੇ ਨਾ ਸੋਚਿਆ, ਐਕਚੁਅਲੀ ਬਹੁਤ ਸਾਰੀ ਸੋਚਾਂ ਨੇ ਜਿਹੜੀਆਂ ਜਦ ਹੀ ਸਾਨੂੰ ਸੁਰਤ ਸੰਭਾਲਦੇ ਹਾਂ ਅਸੀਂ, ਤੁਸੀਂ ਦੇਖਿਓ ਕਦੇ ਨਿਗਾਹ ਮਾਰ ਕੇ, ਉਹ ਯੂਜ਼ਲੈਸ ਹੁੰਦੀਆਂ ਨੇ। ਯੂਜ਼ਲੈਸ ਚੈਟਰ ਆਫ ਮਾਈਂਡ। ਕਿਤੇ ਆਹ ਨਾ ਹੋ ਜਾਵੇ, ਐਂ ਨਾ ਹੋ ਜਾਵੇ, ਜਾਂ ਇੱਦਾਂ ਹੋਵੇ। ਔਰ ਉਵੇਂ ਐਗਜ਼ੈਕਟਲੀ ਕਦੇ ਨਹੀਂ ਹੁੰਦਾ। ਹੁਣੇ ਹੀ ਪ੍ਰੋਗਰਾਮ ਬਣਾ ਲਓ ਵੀ ਆਪਾਂ ਚੰਡੀਗੜ੍ਹ ਜਾਣਾ, ਤੁਸੀਂ 17 ਸੈਕਟਰ ਪਹੁੰਚ ਜਾਊਗਾ ਤੁਹਾਡਾ ਮਾਈਂਡ, ਝੀਲ 'ਤੇ ਘੁੰਮ ਰਿਹਾ ਹੋਊਗਾ। ਕੋਈ ਮਤਲਬ ਨਹੀਂ ਹੈ ਉਹਦਾ, ਉਵੇਂ ਕਦੇ ਵੀ ਨਹੀਂ ਹੁੰਦਾ। ਮੈਂ ਸ਼ਾਹ ਮੁਹੰਮਦ ਦਾ ਉਹ ਪੜ੍ਹਿਆ, ਉਹਦੇ 'ਤੇ ਆਰਟੀਕਲ ਵੀ ਲਿਖੇ ਕਾਫੀ, ਇੱਥੇ ਸੈਮੀਨਾਰ ਵੀ ਅਸੀਂ ਕਰਿਆ। ਮੈਂ ਜਦੋਂ ਸ਼ਾਹ ਮੁਹੰਮਦ ਨੂੰ ਪੜ੍ਹਦਾ ਸੀ ਤਾਂ ਲਾਹੌਰ ਦਾ ਮੇਰੇ ਮਨ 'ਚ ਇੱਕ ਇਮੇਜ ਸੀ ਕਿ ਫੌਜਾਂ ਜਿਸ ਤਰ੍ਹਾਂ ਬੁੱਧੂ ਦੇ ਆਵੇ ਕੋਲ ਦੀ ਗਈਆਂ, ਇਸ ਤਰ੍ਹਾਂ ਦਰਵਾਜ਼ਾ ਹੋਣਾ, ਇਹ ਹੋਣਾ। ਜਿਹੜਾ ਜਦੋਂ ਉਹ ਨੌਨਿਹਾਰ ਸਿੰਘ ਕੰਵਰ ਮਾਰਿਆ ਗਿਆ, ਉੱਥੇ ਦਰਵਾਜ਼ਾ ਗਿਰਿਆ, ਮੇਰੇ ਮਨ 'ਚ ਇੱਕ ਪੂਰਾ ਨਕਸ਼ਾ ਸੀ ਵੀ ਇਹ ਲਾਹੌਰ ਹੈ, ਇੱਦਾਂ ਬਿਲਡਿੰਗਾਂ, ਮਤਲਬ ਕੰਕਰੀਟ ਜਮ੍ਹਾਂ। ਮੈਨੂੰ ਲਾਹੌਰ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਜਾਣ ਦਾ ਮੌਕਾ ਮਿਲਿਆ, ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਸੀ। ਉਹ ਦਰਵਾਜ਼ਾ ਹੋਰ ਹੀ ਤਰ੍ਹਾਂ ਦਾ ਸੀ। ਮੈਂ ਖੱਬੇ ਪਾਸੇ, ਉਹ ਸੱਜੇ ਪਾਸੇ ਸੀ। ਉਹ ਮਤਲਬ ਹੁਣ ਮੈਂ ਇਹ ਸੋਚਦਾ, ਇੰਟਰਸਟਿੰਗ ਦੇਖੋ ਤੁਸੀਂ ਮਾਈਂਡ ਦੀ ਵਰਕਿੰਗ ਕੀ ਹੈ। ਜਦੋਂ ਨਵਾਂ ਲਾਹੌਰ ਦੇਖ ਲਿਆ, ਐਕਚੁਅਲ ਲਾਹੌਰ ਦੇਖ ਲਿਆ, ਤਾਂ ਪੁਰਾਣਾ ਨਕਸ਼ਾ ਮਿਟ ਜਾਣਾ ਚਾਹੀਦਾ ਸੀ।
ਉਹ ਵੀ ਮਾਈਂਡ 'ਚ ਐਗਜ਼ਿਸਟ ਕਰਦਾ ਹੈ। ਜਿਹੜਾ ਘੜਿਆ ਸੀ ਮਨ ਨੇ, ਜਿਹੜਾ ਐਕਚੁਅਲ ਦੇਖਿਆ ਉਹ ਵੀ ਐਗਜ਼ਿਸਟ ਕਰਦਾ ਹੈ। ਸੋ ਇਹ ਮਾਈਂਡ ਦੀ ਇੱਕ ਤਾਂ ਕਪੈਸਿਟੀ ਬਹੁਤ ਹੈ ਸਟੋਰ ਕਰਨ ਦੀ। ਦੂਜੀ ਚੀਜ਼ ਇਹ ਹੈ ਕਿ ਮਾਈਂਡ ਐਕਟੀਵਿਟੀ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਹੜੀ ਮੈਂਟਲ ਕੌਨਸ਼ੀਅਸਨੈਸ ਹੈ ਇਹਦੇ ਲੈਵਲ ਨੇ, ਇਹ ਗੁਰਬਾਣੀ 'ਚ ਤਾਂ ਬਹੁਤ ਹੀ ਕਲੀਅਰ ਲਿਖਿਆ ਹੋਇਆ, ਪਰ ਬੋਧੀਆਂ ਨੇ ਵੀ ਬਹੁਤ ਅੱਛਾ ਲਿਖਿਆ ਹੈ ਕਿ ਮਨ ਦੀਆਂ ਅਵਸਥਾਵਾਂ ਨੇ। ਜਦੋਂ ਆਪਾਂ ਸੁੱਤੇ ਹੁੰਦੇ ਹਾਂ, ਸਾਰਿਆਂ ਨੇ ਤੁਸੀਂ ਦੇਖਿਆ ਹੋਣਾ, ਸਵੇਰੇ ਸਾਰੇ ਜਦੋਂ ਉੱਠਦੇ ਹਾਂ ਤਾਂ ਜੀਅ ਨਹੀਂ ਕਰਦਾ ਉੱਠਣ ਨੂੰ। ਕੋਈ ਐਸਾ ਹੈ ਜਿਹਦਾ ਸਵੇਰੇ ਜੀਅ ਕਰਦਾ ਵੀ ਹੁਣੇ ਉੱਠ ਜਾਈਏ ਜੀ, ਅਨਲੈਸ ਅੰਟਲ ਛਿੱਤਰ ਨਾ ਮਾਰਨ ਨੂੰ ਕੋਈ ਖੜਾ ਹੋਵੇ ਉੱਪਰ ਸਿਰ 'ਤੇ, ਜਾਂ ਕੋਈ ਐਸੀ ਵਿਫਤਾ ਨਾ ਪਈ ਹੋਵੇ ਕਿ ਜੇ ਇੰਨੇ ਵਜੇ ਅਲਾਰਮ ਲਾਇਆ ਹੋਇਆ ਉੱਠ ਕੇ ਜਾਣਾ ਹੀ ਜਾਣਾ, ਅਦਰਵਾਈਜ਼ ਜੀਅ ਨਹੀਂ ਕਰਦਾ। ਪਰ ਮਨ ਦੀ ਲੌਜਿਕ ਹਮੇਸ਼ਾ ਇਹ ਹੁੰਦੀ ਹੈ ਕਿ ਥੋੜ੍ਹੀ ਦੇਰ ਹੋਰ, ਫਿਰ ਸਾਡੀ ਜਾਗ ਖੁੱਲ੍ਹ ਜਾਂਦੀ ਹੈ। ਇੱਕਦਮ ਲੱਗਦਾ ਯਾਰ ਲੇਟ ਹੋ ਗਏ ਤਾਂ 9 ਵੱਜਣ ਵਾਲੇ ਹੋ ਗਏ ਹੈ, ਫਟਾਫਟ ਉਹੀ ਮਾਈਂਡ ਜਿਹੜਾ ਕਹਿ ਰਿਹਾ ਹੁੰਦਾ ਥੋੜ੍ਹੀ ਦੇਰ ਹੋਰ, ਉਹੀ ਤੁਹਾਨੂੰ ਡਾਂਟਣਾ ਸ਼ੁਰੂ ਕਰ ਦਿੰਦਾ ਵੀ ਇਹ ਤੂੰ ਕੀ ਕਰਿਆ ਹੈ, ਤੈਨੂੰ ਰੋਜ਼ ਮਤਲਬ ਇਸ ਟਾਈਮ ਉੱਠਣਾ ਚਾਹੀਦਾ, ਅੱਗੇ ਤੋਂ ਇੱਦਾਂ ਕਰਨਾ ਚਾਹੀਦਾ, ਸੇਮ ਮਾਈਂਡ। ਸੋ ਇਹ ਜਿਹੜੀ ਮੈਂਟਲ ਐਕਟੀਵਿਟੀ ਇਹਦਾ ਕੋਈ ਸਟੈਂਡ ਨਹੀਂ। ਅਸੀਂ ਕਈ ਵਾਰ ਇਹਦੇ ਨਾਲ ਸਟੈਂਡ ਲੈ ਲੈਂਦੇ ਹਾਂ ਐਵੇਂ ਖਾਮ-ਖਾ। ਇਹ ਡੂਅਲ ਦਵੈਤ ਦੀ ਚੇਤਨਾ ਇਹਨੂੰ ਕਿਹਾ ਗਿਆ ਹੈ, ਇਹ ਡੁਐਲਿਟੀ ਹੈ। ਇੱਕ ਗੱਲ ਖੜੀ ਕਰੋਗੇ ਮਨ ਦੇ ਵਿੱਚ, ਉਹਦੇ ਪੈਰਲਲ ਖੜੀ ਕਰ ਦੂਗਾ ਕਿ ਪਰਮਾਤਮਾ ਹੈਗਾ, ਇਹ ਕਹੂਗਾ ਨਹੀਂ ਹੈ ਨਹੀਂ। ਤੁਸੀਂ ਕਹੋਗੇ ਨਹੀਂ ਹੈਗਾ, ਇਹ ਕਹੂਗਾ ਹੈਗਾ। ਅੱਜ ਦੀ ਡੇਟ 'ਚ 850 ਕਰੋੜ ਲੋਕ ਇਹ ਧਰਤੀ 'ਤੇ ਰਹਿ ਰਹੇ ਨੇ। ਇੰਟਰਸਟਿੰਗਲੀ, ਕਿਉਂਕਿ ਮੈਂ ਇਹਦੇ 'ਤੇ ਰਿਸਰਚ ਵੀ ਕਰੀ, ਬਾਅਦ 'ਚ ਮੈਂ ਸਾਇੰਸਿਸ ਦੇ ਵਿੱਚ ਵੀ ਮੈਨੂੰ ਚਲੋ ਮੌਕਾ ਮਿਲਿਆ, ਇੱਕ ਵੀ ਬੰਦਾ ਐਸਾ ਨਹੀਂ ਹੈ ਜਿਹਦਾ 100% ਵਿਸ਼ਵਾਸ ਹੈ ਪਰਮਾਤਮਾ 'ਚ, ਜਿਹੜਾ ਆਸਤਕ ਹੈ, ਜਿਹੜਾ 100% ਕਿਸੇ ਦਾ ਨਹੀਂ। 80 ਹੋਊਗਾ, 90 ਹੋਊਗਾ, 20 ਹੋਊਗਾ, 10 ਹੋਊਗਾ। ਕੁਛ ਚੀਜ਼ਾਂ ਅਸੀਂ ਪਰਮਾਤਮਾ 'ਤੇ ਛੱਡੀਆਂ ਹੁੰਦੀਆਂ ਨੇ, ਕੁਛ ਚੀਜ਼ਾਂ ਅਸੀਂ ਆਪਣੇ 'ਤੇ ਲਈਆਂ ਹੁੰਦੀਆਂ ਨੇ ਵੀ ਪਰਮਾਤਮਾ ਇੰਨਾ ਕੁ ਕਰਦੇ, ਬਸ ਬਾਕੀ ਅਸੀਂ ਸੰਭਾਲ ਲਾਂਗੇ। ਨਾ ਹੀ ਕੋਈ 100% ਐਥੀਸਟ ਹੈ, ਨਾਸਤਕ ਵੀ ਕੋਈ ਨਹੀਂ। ਅਸੀਂ ਕਹਿੰਦੇ ਵੀ ਰੱਬ ਨੂੰ ਨਹੀਂ ਮੰਨਦਾ, ਐਸਾ ਮੈਨੂੰ ਨਹੀਂ ਕੋਈ ਮਿਲਿਆ। ਜਦ ਵਿਫਤਾ ਪੈਂਦੀ ਹੈ ਫਟਾਫਟ ਯਾਦ ਆ ਜਾਂਦਾ ਵੀ ਹੇ ਪਰਮਾਤਮਾ। ਪਰ ਜਿਹੜਾ ਵੀ ਕੋਈ ਪਰਮਾਤਮਾ ਅਸੀਂ ਉਹਦਾ ਕਨਸੈਪਟ ਧਾਰਨ ਕੀਤਾ ਹੁੰਦਾ, ਉਹ ਫਟਾਫਟ ਅਸੀਂ ਕੋਈ ਸ਼ਕਤੀ ਲੱਭਦੇ ਹੁੰਦੇ ਹਾਂ ਕਿ ਜਿਹਤੋਂ ਆਸਰਾ ਮਿਲ ਸਕੇ, ਕਿਉਂਕਿ ਮਨ ਬੜਾ ਇਨਸਿਕਿਉਰ ਚੀਜ਼ ਹੈ। ਇੱਕ ਤੀਜਾ ਲੈਵਲ ਵੀ ਹੈ, ਜੱਟ ਦੀ ਮੱਝ ਤੁਸੀਂ ਸੁਣਿਆ ਹੋਣਾ, ਫੋਕ ਰਿਲੀਜਨ ਦੀ ਹੋਈਆਂ ਕਥਾਵਾਂ ਨੇ ਇਹ। ਉਹਦੀ ਮੱਝ ਗੁੰਮ ਹੋ ਗਈ ਅਤੇ ਉਹ ਸੁੱਖਣ ਲੱਗ ਗਿਆ ਵੀ ਹੇ ਲਾਲਾਂ ਵਾਲਿਆ ਤੇਰਾ ਰੋਟ ਦੇ ਦਾਂਗੇ, ਇਹ ਗੁੱਗਾ ਜਾਰ ਪੀਰੇ ਕਰ ਦਾਂਗੇ, ਫਲਾਣੀ ਜਗ੍ਹਾ ਨੈਣਾ ਦੇਵੀ। ਉਹਦੀ ਵਾਈਫ ਕਹਿੰਦੀ ਤੂੰ ਇੰਨੀਆਂ ਸੁੱਖਾਂ ਸੁੱਖਣੇ, ਇੰਨੀ ਤਾਂ ਮੱਝ ਨਹੀਂ ਹੈ। ਮਤਲਬ 15-20 ਦੇਵਤੇ ਧਿਆ ਲਏ, ਉਹ ਕਹਿੰਦਾ ਮੱਝ ਤਾਂ ਮਿਲੇ, ਇਹਨਾਂ ਨਾਲ ਤਾਂ ਮੈਂ ਆਪੇ ਦੇਖ ਲੂੰ, ਕਹਿੰਦਾ ਬਸ। ਸੋ ਸਾਡਾ ਜਿਹੜਾ ਐਟੀਚਿਊਡ ਹੈ ਉਹ ਬੇਸਿਕਲੀ ਇਸ ਦਵੈਤ ਦੇ ਵਿੱਚ ਰਹਿੰਦਾ ਹਮੇਸ਼ਾ। ਔਰ ਬਹੁਤ ਕਲਾਸੀਕਲ, ਜੇ ਤੁਸੀਂ ਕਿਤੇ ਪੜ੍ਹਨ ਦਾ ਮੌਕਾ ਮਿਲੇ, ਪੜ੍ਹਿਓ। ਇੱਕ ਰਾਈਟਰ ਬੜਾ ਪਿਆਰਾ ਹੈ ਹਿੰਦੀ ਦਾ, ਹਰੀਸ਼ੰਕਰ ਪਰਸਾਈ, ਵਿਅੰਗ ਲੇਖਕ ਸੀਗਾ ਉਹ। ਹਾਂ, ਉਹਨੇ, ਮੈਨੂੰ ਉਹਦੀਆਂ ਲਾਈਨਾਂ ਨਹੀਂ ਭੁੱਲਦੀਆਂ, ਉਹਨੇ ਵਿਸ਼ਵਾਸ ਬਾਰੇ, ਫੇਥ ਬਾਰੇ, ਰੱਬ ਬਾਰੇ ਬੜੀ ਸੋਹਣੀ ਇੱਕ ਲਾਈਨ ਲਿਖੀ। ਪਹਿਲਾਂ ਸ਼ੁਰੂ ਹੀ ਉਹ ਕਰਦਾ ਕਿ ਹੇ ਈਸ਼ਵਰ, हे प्रभु, अगर आप नहीं हो तो कोई बात नहीं, अगर तुम हो तो कहता बख्श लो, हमने तो तुम्हें माना नहीं। सो साडा एटीट्यूड ये हुंदा। पर इंटरस्टिंग गल ये है कि जदों असीं मत्था टेकदे हां, मैं इस करके तुहानूं ये कह रहा सी, फ्यू सैकेंड्स साडी लाइफ दे विच मत्था टेकदे समय, बहुत खतरे दे समय, बहुत ही ज़्यादा एक्सट्रीम खुशी दे समय, कुछ पलां ले ਲਈ ਅਸੀਂ ਐਕਸਪੀਰੀਅੰਸ ਕਰਦੇ ਹਾਂ ਕਿ ਮਾइंड ਦੀ ਜਿਹੜੀ ਦਵੈਤ ਹੈ ਉਹ ਖਤਮ ਹੋ ਗਈ, ਉਹ ਬਿਲਕੁਲ ਇਕਾਗਰ ਹੋ ਗਿਆ। ਤੁਸੀਂ ਐਕਸਪੀਰੀਅੰਸ ਕੀਤਾ ਹੋਣਾ ਇਹ ਕਿ ਬਿਲਕੁਲ ਹੀ ਜਦੋਂ ਜਿਹੜੇ ਰੌਕ ਕਲਾਈਂਬਿੰਗ ਕਰਦੇ ਨੇ ਨਾ, ਉਹ ਬਾਰ-ਬਾਰ ਉਹੀ ਕਰਦੇ ਨੇ ਉਹ, ਹਾਲਾਂਕਿ ਉਹ 'ਚ ਖਤਰਾ ਹੁੰਦਾ, ਮਾੜਾ ਜਿਹਾ ਇੱਕ ਫ੍ਰੈਕਸ਼ਨ ਆਫ ਸੈਕਿੰਡ ਲਈ ਵੀ ਹੋ ਜਾਣ ਤਾਂ ਖਤਮ ਹੋ ਜਾਂਦੇ ਨੇ, ਮਰਦੇ ਵੀ ਨੇ ਲੋਕ। ਈਵਨ ਦੈਨ ਦੇ ਡੂ ਇਟ, ਕਿਉਂਕਿ ਜਿਹੜਾ ਉਹ ਐਕਸਪੀਰੀਅੰਸ ਹੈ, ਇੱਕ ਮੂਮੈਂਟ ਦਾ ਐਕਸਪੀਰੀਅੰਸ, ਇਕਾਗਰਤਾ ਦਾ ਅਤੇ ਵਨਨੈਸ ਆਫ ਯੂਅਰ ਸੈਲਫ, ਕਿ ਤੁਹਾਡਾ ਬਾਡੀ, ਮਾਈਂਡ, ਸਪਿਰਿਟ ਇੱਕੋ ਹੀ ਲਾਈਨ 'ਚ ਹੈ। ਇਹ ਐਕਸਪੀਰੀਅੰਸ ਹੈ ਜਿਹੜਾ, ਇਹ ਡਿਫਰੈਂਟ ਕਿਸਮ ਦੀ ਕੌਨਸ਼ੀਅਸਨੈਸ ਹੈ, ਇਹ ਡਿਫਰੈਂਟ ਕਿਸਮ ਦੀ ਨੋਇੰਗ ਹੈ। ਜਿਹੜਾ ਇੱਦਾਂ ਐਕਸਪੀਰੀਅੰਸ ਰਾਹੀਂ ਜਾਣਿਆ ਜਾਂਦਾ, ਉਹ ਕਨਸੈਪਚੁਅਲ ਨੌਲੇਜ ਤੋਂ ਡਿਫਰੈਂਟ ਹੈ। ਉਹਦੀ ਸਿੰਪਲੈਸਟ ਐਗਜ਼ਾਮਪਲ ਇਹ ਹੈ ਕਿ ਤੁਸੀਂ ਸਾਰਿਆਂ ਨੇ ਸ਼ਾਇਦ ਤਾਂ ਖਾਧਾ ਹੀ ਹੋਣਾ, ਸੇਬ ਵੀ ਖਾਧਾ ਹੋਣਾ। ਕੀ ਤੁਸੀਂ ਜਿਹੜਾ ਐਕਸਪੀਰੀਅੰਸ ਕਰਦੇ ਹੋ ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ, ਸ਼ਬਦਾਂ 'ਚ ਅਸੀਂ ਦੱਸ ਦਿੰਦੇ ਹਾਂ ਕਿ ਮੈਂ ਸੇਬ ਖਾਧਾ ਸੀ, ਬੜਾ ਸਵਾਦ ਸੀ, ਦੂਜੇ ਨੂੰ ਵੀ
ਜਿੱਦਾਂ ਦਾ ਸੇਬ ਉਹਨੇ ਖਾਧਾ ਹੁੰਦਾ, ਉਹਨੂੰ ਸਵਾਦ ਆਇਆ ਹੁੰਦਾ, ਉਹਦੇ ਰਾਹੀਂ ਉਹ ਐਕਸਪੀਰੀਅੰਸ ਕਰਦਾ ਉਹਨੂੰ। ਪਰ ਐਕਸਪੀਰੀਅੰਸ ਟ੍ਰਾਂਸਫਰ ਨਹੀਂ ਹੋ ਸਕਦਾ। ਸੋ ਜਿਹੜੀ ਐਕਸਪੀਰੀਐਂਸ਼ੀਅਲ ਨੌਲੇਜ ਹੈ, ਬੋਡੀ ਦੇ ਲੈਵਲ 'ਤੇ ਵੀ, ਮਾਈਂਡ ਦੇ ਲੈਵਲ 'ਤੇ ਵੀ, ਜਾਂ ਕਹਿ ਲਓ ਸਪਿਰਿਟ ਦੇ ਲੈਵਲ 'ਤੇ ਵੀ, ਇਹ ਡਿਫਰੈਂਟ ਨੌਲੇਜ ਹੈ। ਜਿਹੜੇ ਹੀਲਿੰਗ ਦੇ ਫੇਥ ਸਿਸਟਮਸ ਨੇ ਉਹ ਇਹਦੇ ਉੱਪਰ ਓਪਰੇਟ ਕਰਦੇ ਨੇ ਕਿ ਜਦੋਂ ਹੀ ਉੱਥੇ ਬੰਦਾ ਜਾਂਦਾ, ਤੁਸੀਂ ਦੇਖੋਗੇ ਜਿਹੜੀਆਂ ਰਿਚੁਅਲਸ ਨੇ ਉਹ ਪਹਿਲਾਂ ਉਹਦੀ ਆਈਡੈਂਟੀਟੀ ਨੂੰ ਚੇਂਜ ਕਰਦੀਆਂ ਨੇ, ਉਹ ਡਿਫਰੈਂਟ ਬੰਦਾ ਬਣ ਜਾਂਦਾ। ਅਸੀਂ ਸ਼ਰਾइन 'ਚ ਜਾਵਾਂਗੇ, ਜੁੱਤੀ ਲਾਹਾਂਗੇ, ਪਹਿਲਾਂ ਸਿਰ ਢਕਾਂਗੇ, ਨੋਰਮਲੀ ਨਹੀਂ ਤੁਸੀਂ ਉੱਥੇ ਜਾ ਸਕਦੇ। ਔਰ ਉੱਥੇ ਆਟੋਮੈਟਿਕਲੀ ਤੁਹਾਡੇ ਉੱਪਰ ਇੱਕ ਐਸਾ ਮਾਹੌਲ ਬਣਿਆ ਹੋਊਗਾ ਕਿ ਇੱਥੇ ਮਾੜੇ ਵਿਚਾਰ ਨਹੀਂ ਲਿਆਉਣੇ। ਫਿਰ ਵੀ ਲੋਕਾਂ ਦੇ ਮਨ 'ਚ ਆਈ ਜਾਂਦੇ ਨੇ, ਜਿਹੜੇ ਅਕਸਰ ਜਾਂਦੇ ਨੇ ਇਸੇ ਕਰਕੇ ਕਹਿੰਦੇ ਨੇ ਕਿ ਨੀਅਰ ਟੂ ਦਾ ਚਰਚ ਫਾਦਰ ਫਰੋਮ ਦਾ ਗੋਡ। ਜਿਹੜੇ ਰੋਜ਼ ਸੇਵਾ ਕਰਦੇ ਨੇ ਰੋਜ਼ ਦੇਖਣ ਲੱਗ ਜਾਂਦੇ ਨੇ ਵੀ ਰੱਬ ਨੇ ਕਰਿਆ ਤਾਂ ਕੁਛ ਹੈ ਨਹੀਂ, ਕੱਲ੍ਹ ਵੀ ਪ੍ਰਸ਼ਾਦ ਖਾ ਹੀ ਲਿਆ ਸੀ ਅਸੀਂ ਕੱਢ ਕੇ। ਉਹ ਵਿਸ਼ਵਾਸ ਉੱਠ ਜਾਂਦਾ ਕਿਉਂਕਿ ਮਾਈਂਡ ਉੱਥੇ ਵਰਕ ਕਰ ਰਿਹਾ ਉਸ ਚੀਜ਼ ਦੇ ਉੱਪਰ। ਪਰ ਨੋਰਮਲੀ ਇਹ ਹੈ ਕਿ ਜਿਹੜਾ ਉਹ ਐਕਸਪੀਰੀਅੰਸ ਹੈ ਉਹ ਹੁੰਦਾ ਤਾਂ ਰੇਅਰਸਟ ਰੇਅਰ ਨੂੰ ਹੀ ਹੈ ਬੇਸਿਕਲੀ। ਉਹ ਜਿਹੜੇ ਜਿੰਨੇ ਵੀ ਪੈਗੰਬਰ ਨੇ ਉਹਨਾਂ ਨੂੰ ਹੋਇਆ ਹੁੰਦਾ, ਇਸੇ ਕਰਕੇ ਉਹਨੂੰ ਕਿਹਾ ਜਾਂਦਾ ਵੀ ਇਹ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਟਰੁੱਥ ਕੈਨ ਨੋਟ ਬੀ ਡਿਸਕ੍ਰਾਈਬਡ ਐਂਡ ਐਕਸਪਲੇਨਡ। ਜਿਹੜਾ ਬਾਰ-ਬਾਰ ਗੁਰਬਾਣੀ 'ਚ ਤਾਂ ਲਿਖਿਆ ਹੀ ਹੋਇਆ ਬਾਰ-ਬਾਰ ਕਿ ਕਹੀ ਨਹੀਂ ਜਾ ਸਕਦੀ ਇਹ ਗੱਲ। ਔਰ ਸਾਰੇ ਗ੍ਰੰਥ ਜਿਹੜੇ ਓਰੀਜਨਲ ਗ੍ਰੰਥ ਨੇ, ਬਾਈਬਲ ਵਗੈਰਾ, ਸਾਰਿਆਂ 'ਚ ਲਿਖਿਆ ਹੋਇਆ ਕਿ ਇਹ ਗੱਲ ਦੱਸੀ ਨਹੀਂ ਜਾ ਸਕਦੀ। ਇਹ ਡਿਫਰੈਂਟ ਕਿਸਮ ਦੀ ਨੌਲੇਜ ਹੈ, ਡਿਫਰੈਂਟ ਲੈਵਲ ਦੀ ਨੌਲੇਜ ਹੈ ਇਹ, ਕਿਉਂਕਿ ਇਹਦੇ 'ਚ ਦਵੈਤ ਨਹੀਂ ਹੈ। ਮਨ ਦੀ ਜਿਹੜੀ ਹੈ ਪਹੁੰਚ ਨਹੀਂ ਇਹਦੇ ਤੱਕ। ਇਹ ਰਾਧਾ ਸਵਾਮੀ ਨੇ ਨਾ ਜਿਹੜੇ ਆਪਣੇ ਇਹਨਾਂ ਦਾ ਜਿਹੜਾ ਕੀ ਉਹਦਾ ਸੀਗਾ, ਜਿਹੜਾ ਇਹਨਾਂ ਦਾ ਪਹਿਲਾ ਗੁਰੂ ਸੀ, ਉਹਨੂੰ ਕੀ ਹੈ, ਸ਼ਿਵ ਕੁਮਾਰ ਖੱਤਰੀ ਕੇ ਇੱਦਾਂ ਦਾ ਉਹਦਾ ਨਾਂ ਹੈ ਕੁਛ, ਜਿਹਦੇ ਤੋਂ ਸ਼ੁਰੂ ਹੋਇਆ ਰਾਧਾ ਸਵਾਮੀ ਕਲਟ। ਉਹਦੀ ਇੱਕ ਬੁੱਕ ਹੈ ਸਾਰ ਬਚਨ, ਜਿਹੜਾ ਰਾਧਾ ਸਵਾਮੀਆਂ ਦਾ ਪ੍ਰਾਇਮਰੀ ਗ੍ਰੰਥ ਹੈ, ਮੈਂ ਉਹ ਪੜ੍ਹੀ। ਉਹਦੇ 'ਚ ਉਹਨੇ ਇੱਕ ਬੜਾ ਪਿਆਰਾ ਲਫ਼ਜ਼ ਲਿਖਿਆ ਹੋਇਆ ਕਿ ਮਨ ਦੀ ਗਮਤਾ ਨਹੀਂ ਹੈ ਇਹਦੇ ਤੱਕ। ਜਿਹੜੀ ਚੀਜ਼ ਦੀ ਅਸੀਂ ਗੱਲ ਕਰ ਰਹੇ ਹਾਂ, ਗਮਤਾ ਦਾ ਮਤਲਬ ਹੁੰਦਾ ਪਹੁੰਚ, ਕਿ ਮਨ ਉੱਥੇ ਤੱਕ ਜਾ ਹੀ ਨਹੀਂ ਸਕਦਾ, ਕਪੈਸਿਟੀ ਨਹੀਂ ਹੈ ਉਹਦੀ। ਕਿਉਂ ਨਹੀਂ ਜਾ ਸਕਦਾ? ਕਿਉਂਕਿ ਮਨ ਨੂੰ ਆਕਾਰ ਤੋਂ ਬਿਨਾਂ ਚੀਜ਼ ਸਮਝ ਨਹੀਂ ਆ ਸਕਦੀ। ਮਨ ਹੈ ਜਿਹੜਾ ਇਹ ਫਾਰਮਲੈਸ ਨੂੰ ਨਹੀਂ ਸਮਝ ਸਕਦਾ, ਇਹ ਫਾਰਮਡ ਚੀਜ਼ ਨੂੰ ਨਹੀਂ ਸਮਝਦਾ। ਜਿਹੜੇ ਵਿਚਾਰ ਵੀ ਨੇ, ਸਾਡੇ ਸੰਕਲਪ ਵੀ ਨੇ, ਇਹ ਇੱਕ ਕਿਸਮ ਦਾ ਆਕਾਰ ਨੇ। ਸੋ ਜਿਹੜਾ ਮਨ ਹੈ ਅਸਲ ਦੇ ਵਿੱਚ ਇਹ ਕਿਉਂਕਿ ਦੁਬਿਧਾ ਤੋਂ ਬਾਹਰ ਨਹੀਂ ਨਿਕਲ ਸਕਦਾ, ਆਕਾਰ ਤੋਂ ਬਾਹਰ ਨਹੀਂ ਨਿਕਲ ਸਕਦਾ, ਇਸ ਕਰਕੇ ਜਿਹੜੀ ਇਹ ਤੋਂ ਬਾਹਰ ਦੀ ਚੀਜ਼ ਹੈ ਉਹਨੂੰ ਇਹ ਮੰਨਦਾ ਹੀ ਨਹੀਂ। ਆਪਾਂ ਕਮਰੇ 'ਚ ਬੈਠੇ ਹਾਂ, ਦੇਖੋ ਸਿੰਪਲ, ਅਸੀਂ ਜਦੋਂ ਇਹ ਕਮਰੇ ਨੂੰ ਦੇਖਦੇ ਹਾਂ, ਫਰਨੀਚਰ ਹੈ, ਕੁਰਸੀਆਂ ਨੇ, ਸਰੀਰ ਨੇ, ਸਾਰੇ ਆਕਾਰ ਸਾਨੂੰ ਨਜ਼ਰ ਆਉਂਦੇ ਨੇ। ਆਕਾਰਾਂ ਤੋਂ ਬਿਨਾਂ ਹੈ ਇਹਦੇ 'ਚ ਕੁਛ? ਇਸ ਕਮਰੇ 'ਚ ਆਪਾਂ ਬੈਠੇ ਹਾਂ ਸਾਰੇ ਜਾਣੇ, ਤੁਸੀਂ ਸਾਰੇ ਦੇਖ ਰਹੇ ਹੋ, ਐਕਸਪੀਰੀਅੰਸ ਕਰ ਰਹੇ ਹੋ, ਕੋਈ ਆਕਾਰਾਂ ਤੋਂ ਬਿਨਾਂ ਕੋਈ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੈ? ਉਹੀ ਚੀਜ਼ ਹੈ ਜਿਹਨੇ ਇਹਨਾਂ ਨੂੰ ਆਕਾਰ ਦਿੱਤਾ, ਉਹ ਸਪੇਸ ਹੈ ਅਸਲ ਦੇ ਵਿੱਚ। ਆਹੀ ਨਿਰੰਕਾਰ ਹੀ ਹੈ ਜਿਹਦੇ 'ਚ ਹੱਥ ਘੁੰਮ ਰਿਹਾ ਇਹਦਾ। ਇਹ ਆਕਾਰ ਨਹੀਂ ਹੈ, ਪਰ ਆਕਾਰ ਇਹਦੇ ਵਿੱਚ ਹੀ ਦਿਖ ਰਿਹਾ, ਇਹਦਾ ਫਰੇਮ ਹੈ ਇਹ। ਸੋ ਜਿਹੜੀ ਨਿਰੰਕਾਰੀ ਚੇਤਨਾ ਦਾ ਜਿਹੜਾ ਸੰਕਲਪ ਰੋਜ਼ ਆਪਾਂ ਪਾਠ ਕਰਦੇ ਹਾਂ ਕਿ ਨਿਰੰਕਾਰ ਹੈ ਜੀ, ਪ੍ਰਭੂ ਹੈ ਜਿਹੜਾ, ਅਲੱਖ ਹੈ, ਨਿਰੰਜਨ ਹੈ। ਇਹ ਲਫ਼ਜ਼ ਅਸੀਂ ਬੋਲਦੇ ਰਹਿੰਦੇ ਹਾਂ, ਇਹਦਾ ਮਤਲਬ ਕੋਈ ਨਹੀਂ ਕਰਦਾ ਕਦੇ ਕੋਈ। ਅਲੱਖ ਦਾ ਮਤਲਬ ਜਿਹਦਾ ਕੋਈ ਲਕਸ਼ਣ ਹੀ ਨਹੀਂ ਹੈਗੇ। ਨਿਰੰਜਨ ਦਾ ਮਤਲਬ ਜਿਹਦੇ ਕੋਈ ਅੰਜਨ ਨਹੀਂ ਹੈ। ਅੰਜਨ ਦਾ ਮਤਲਬ ਹੁੰਦਾ ਲੇਪ, ਨਿਰਲੇਪ ਹੈ, ਜਿਹਦੀ ਕੋਈ ਫਾਰਮ ਨਹੀਂ ਹੈ। ਮਨ ਦੀ ਕਪੈਸਿਟੀ ਨਹੀਂ ਇਸ ਗੱਲ ਦੀ। ਇਸ ਕਰਕੇ ਜਦੋਂ ਵੀ ਉਹ ਉਸ ਡੋਮੇਨ ਦੇ ਵਿੱਚ ਮਾਈਂਡ ਜਾਊਗਾ, ਉਹਦਾ ਕੰਟਰੋਲ ਹੋਰ ਚੀਜ਼ ਕਰ ਰਹੀ ਹੁੰਦੀ ਹੈ। ਬੱਚੇ ਨੂੰ ਅਸੀਂ ਲੈ ਕੇ ਜਾਂਦੇ, ਉਹਨੂੰ ਤਾਂ ਕੁਛ ਵੀ ਸਮਝ ਨਹੀਂ ਹੁੰਦੀ। ਉਹ ਜਿਹੜਾ ਬਾਬਾ ਬੈਠਾ ਹੁੰਦਾ, ਉਹ ਮੋਰ ਪੰਖ ਜੇ ਨਾਲ ਇੱਦਾਂ ਇੱਦਾਂ ਕਰ ਦਿੰਦਾ ਜੀ, ਝਾੜਾ ਹੋ ਗਿਆ। ਬਾਬਾ ਵਡਭਾਗ ਸਿੰਘ ਦੇ ਡੇਰੇ ਕਿਤੇ ਜਾ ਕੇ ਦੇਖਿਓ, ਸਾਰੇ ਹੀ ਖੇਲਣ ਲੱਗ ਜਾਂਦੇ ਨੇ, ਕਹਿੰਦੇ ਜੀ ਆ ਗਈ ਹਵਾ, ਆ ਗਈ ਇਹਦੇ 'ਚ ਆਉਣ ਆਉਂਦੀ ਹੈ। ਗੁੱਗੇ ਜ਼ਾਹਰ ਪੀਰ ਦੇ ਮਰੇ ਭਗਤ ਲੈ ਕੇ ਉਹ ਛੜੀਆਂ ਮਤਲਬ ਪਿੱਠ ਕੁੱਟ ਲੈਂਦੇ ਨੇ। ਮੁਸਲਮਾਨ ਜਦੋਂ ਤਾਜ਼ੀਏ ਹੁੰਦੇ ਨੇ, ਸਰੀਰ ਵੱਢ ਲੈਂਦੇ ਨੇ ਸਾਰਾ ਆਪਣਾ, ਕਿੰਨੀ ਪੇਨ ਜਨਰੇਟ ਕਰ ਲੈਂਦੇ ਨੇ, ਪਰ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ। ਪਰ ਉਹ ਦੱਸਦੇ ਨੇ ਮੁਸਲਮਾਨ ਜਿਹੜੇ ਬਲੀਵਰ ਨੇ ਕਿ ਰਿਕਾਰਡ ਹੈ, ਕਿਸੇ ਨੂੰ ਕੋਈ ਇਨਫੈਕਸ਼ਨ ਨਹੀਂ ਹੋਈ ਕਦੇ। ਉਹ ਤਾਂ ਪੀਰ ਦੀ ਉਹਦੀ ਸਮਝਦੇ ਨੇ ਕਿਰਪਾ। ਬੇਸਿਕਲੀ ਤਾਂ ਆਪਣੀ ਉਹੀ ਕਿਰਪਾ ਹੈ, ਆਪਣੀ ਉਹ ਸ਼ਕਤੀ ਜਾਗੀ ਹੁੰਦੀ ਹੈ ਤੁਹਾਡੇ ਅੰਦਰ, ਜਿਹੜੀ ਹੀਲਿੰਗ, ਤੁਹਾਡੀ ਆਪਣੀ ਹੀਲਿੰਗ ਜਿੰਨੀ ਦੇਰ ਸ਼ਕਤੀ ਨਹੀਂ ਜਾਗੂਗੀ ਉਨੀ ਦੇਰ ਹੀਲ ਹੁੰਦੀ ਨਹੀਂ ਬੋਡੀ। ਹੋਮਿਓਪੈਥੀ ਤਾਂ ਇਸ ਗੱਲ 'ਚ ਬਿਲੀਵ ਕਰਦੀ ਹੈ, ਐਲੋਪੈਥੀ ਨਹੀਂ ਕਰਦੀ। ਮੈਨੂੰ ਯਾਦ ਆਇਆ ਕਿ ਉਹ ਤਾਜ਼ੀਏ ਕਿਤੇ ਕੱਢ ਰਹੇ ਸੀ, ਕੋਈ ਅੰਗਰੇਜ਼ ਆਇਆ ਇੱਥੇ,
ਉਹਨੇ ਪੁੱਛਿਆ, ਕਹਿੰਦਾ ਵੀ ਕੀ ਹੋ ਗਿਆ, ਇੰਨਾ ਰੋ ਪਿੱਟ ਰਹੇ ਨੇ ਉਹ, ਹਾਏ ਹਾਏ ਹੁਸੈਨ ਹਮ ਨਾ ਹੋਏ। ਮੈਂ ਤੁਸੀਂ ਸੁਣਿਆ ਹੋਣਾ ਕਿੰਨਾ ਉਹ ਵਿਰਲਾਪ ਕਰਦੇ ਨੇ ਵਿਚਾਰੇ। ਉਹ ਕਿਸੇ ਨੇ ਦੱਸਿਆ ਵੀ ਇਹਨਾਂ ਦਾ ਪੈਗੰਬਰ ਹੈ ਜਿਹੜਾ, ਉਹਦੀ ਡੈਥ ਹੋ ਗਈ। ਉਹ ਕਹਿੰਦਾ ਵੀ ਡੈਥ ਕਦੋਂ ਹੋਈ? ਕਹਿੰਦੇ ਜੀ 700 ਸਾਲ ਪਹਿਲਾਂ। ਕਹਿੰਦਾ ਇਨਫੋਰਮੇਸ਼ਨ ਕੇਮ ਸੋ ਲੇਟ। ਉਹਨੂੰ ਲੱਗਿਆ ਵੀ ਇਹਨਾਂ ਨੂੰ ਅੱਜ ਇਨਫੋਰਮੇਸ਼ਨ ਮਿਲੀ ਹੈ। ਸੋ ਜਿਹੜਾ ਕਲੈਕਟਿਵ ਮਾਈਂਡ ਹੈ ਉਹਦੀ ਪਾਵਰ ਇਹ ਹੈ ਕਿ ਉਹ ਟਾਈਮ 'ਚ ਓਪਰੇਟ ਨਹੀਂ ਕਰ ਰਿਹਾ। ਵੈਸੇ ਵੀ ਉਹ ਤਾਂ ਐਗਜ਼ੈਕਟਲੀ ਹਾਜ਼ਰ ਨਾਜ਼ਰ ਹੈ ਉਸੇ ਤਰ੍ਹਾਂ ਹੀ। ਇਹ ਜਿਹੜਾ ਜ਼ਾਹਰ ਪੀਰ ਦਾ ਵੀ ਕੌਨਸੈਪਟ ਹੈ ਨਾ, ਕਿ ਉਹ ਜ਼ਾਹਰ ਇਸ ਕਰਕੇ ਕਿਉਂਕਿ ਉਹਦੀ ਕੋਈ ਉਹ ਨਹੀਂ ਹੈ, ਕਹਿ ਲਓ ਕਿ ਤੁਸੀਂ ਉਹਦਾ ਰੂਪ ਨਹੀਂ ਹੈ ਕੋਈ, ਉਹ ਨਿਰਾਕਾਰ ਦੇ ਵਿੱਚ ਸਮਾ ਗਿਆ ਉਸ ਤਰੀਕੇ ਦੇ ਨਾਲ। ਪਰ ਜੇ ਤੁਸੀਂ ਇੰਟਰਸਟਿੰਗ ਮੈਂ ਦੇਖੀਏ ਆਪਾਂ ਬਹਾਦਰਗੜ੍ਹ ਤੋਂ ਲੈ ਕੇ ਈਵਨ ਨਾਢਾ ਸਾਹਿਬ ਤੋਂ ਲੈ ਕੇ ਉਰਲੇ ਪਾਸੇ ਗੁਰਦੁਆਰਾ ਨਾਭਾ ਸਾਹਿਬ ਹੈ, ਬਠਿੰਡੇ ਤੱਕ ਜਿੰਨੇ ਗੁਰਦੁਆਰੇ ਨੇ ਇਹਨਾਂ ਦੇ ਨਾਲ ਇੱਕ ਇੱਕ ਪੀਰ ਦੀ ਸਮਾਧ ਹੈ। ਬਠਿੰਡੇ ਹਾਜੀ ਰਤਨ ਦੀ ਹੈ, ਤੁਸੀਂ ਦੇਖਿਆ ਹੋਣਾ। ਇਹ ਜਿਹੜਾ ਫੋਕ ਰਿਲੀਜਨ ਹੈ ਇਹ ਡਿਸਟਿੰਗੁਇਸ਼ ਨਹੀਂ ਕਰਦਾ। ਜਿਹੜੀਆਂ ਧਾਰਮਿਕ ਥਿਊਰੀਆਂ ਅਸੀਂ ਬਾਅਦ 'ਚ ਕੱਢਦੇ ਹਾਂ ਸ਼ਹਿਰਾਂ ਦੇ ਵਿੱਚ ਕਿ ਆਹ ਸਿੱਖ ਹੈ ਨਹੀਂ ਸਿੱਖ, ਆ ਹਿੰਦੂ ਹੈ ਨਹੀਂ ਹਿੰਦੂ, ਇਹ ਮੁਸਲਮਾਨ ਹੈ ਨਹੀਂ ਮੁਸਲਮਾਨ ਹੈ, ਇੱਦਾਂ ਦਾ ਕੁਛ ਨਹੀਂ ਹੈ। ਆਰੀਆ ਸਮਾਜ ਆਪਣੇ ਹਿੰਦੂ ਸੁਰੱਖਿਆ ਸਮਿਤੀ ਦਾ ਗੜ੍ਹ ਹੈ, ਉਹਦੇ ਬਿਲਕੁਲ ਗੜ੍ਹ ਦੇ ਵਿੱਚ ਸਬਜ਼ੀ ਮੰਡੀ ਹੈ। ਸਬਜ਼ੀ ਮੰਡੀ ਦੇ ਬਿਲਕੁਲ ਸੈਂਟਰ ਦੇ ਵਿੱਚ ਲਾਲਾਂ ਵਾਲੇ ਦੀ ਜਗ੍ਹਾ ਹੈ। ਉੱਥੇ ਹਿੰਦੂਆਂ ਦੀ ਜਦੋਂ ਉਹ ਵਾਲ ਕੱਟਦੇ ਨੇ ਉੱਥੇ ਚੜ੍ਹਾਏ ਜਾਂਦੇ ਨੇ। ਸੋ ਜਦੋਂ ਮੈਂ ਸਟੱਡੀ ਕਰਨੀ ਸ਼ੁਰੂ ਕਰੀ ਮੈਨੂੰ ਲੱਗਿਆ ਵੀ ਇਹ ਫੋਕ ਰਿਲੀਜਨ ਦਾ ਤਾਂ ਏਰੀਆ ਹੀ ਬਿਲਕੁਲ ਇੰਟਾਇਰਲੀ ਡਿਫਰੈਂਟ ਚੀਜ਼ ਹੈ। ਵੀ ਕੀ ਹੋਇਆ ਇਹ? ਨੈਣਾ ਦੇਵੀ ਦੇ ਚਾਲੇ 'ਤੇ ਜਾ ਰਹੇ ਸੀ ਬਰਨਾਲੇ ਕੁਛ ਲੋਕ, ਉੱਥੇ ਬੱਸ ਉਲਟ ਗਈ, ਡੈਥ ਹੋ ਗਈ, ਅਖੰਡ ਪਾਠ ਸ਼ੁਰੂ ਕਰਤਾ ਉਹਦੀ ਆਤਮਿਕ ਸ਼ਾਂਤੀ ਲਈ। ਮਤਲਬ ਉਹ ਕਿਹੜੇ ਧਰਮ ਨੂੰ ਪੂਜਣ ਵਾਲੇ ਸੀ ਉਹ ਬੰਦੇ? ਸੋ ਇਹ ਜਿਹੜੇ ਦੇਵਤੇ ਅਸੀਂ ਘੜੇ ਹੋਏ ਨੇ ਜਾਂ ਬਣੇ ਹੋਏ ਨੇ ਸਾਡੇ ਕਲੈਕਟਿਵ, ਉਹਦੇ ਵਿੱਚ 5 ਪੀਰ ਹੀ ਉਹਨੂੰ ਕਹਿੰਦੇ ਨੇ। ਜ਼ਾਹਰ ਪੀਰ ਹੈ, ਸਖੀ ਸਰਵਰ ਹੈ, ਸੀਤਲ ਹੈ, ਖੇੜਾ ਹੈ, ਅਤੇ ਇਹ ਹਰ ਪਿੰਡ 'ਚ ਨੇ। ਅਮਰੀਕਾ 'ਚ ਮੈਂ ਇੱਕ ਪੇਪਰ ਪੜ੍ਹਿਆ, ਮੈਂ ਕਿਹਾ 12,000 ਪਿੰਡ ਹੈ। 12,000 ਹੀ ਪਾਕਿਸਤਾਨ ਪੰਜਾਬ ਦਾ ਪਿੰਡ ਹੈ ਬੇਸਿਕਲੀ। ਹਰ ਇੱਕ ਦੇ ਵਿੱਚ ਘੱਟੋ ਘੱਟ 5 ਸ਼ਰਾਈਨਸ ਹੈਗੀਆਂ, ਖਵਾਜੇ ਦੀ, ਮਾਤਾ ਰਾਣੀ ਦੀ, ਜ਼ਿਆਦਾ ਹੋ ਸਕਦੀਆਂ ਨੇ। ਮੈਂ ਕਿਹਾ 60,000 ਸ਼ਰਾਈਨਸ ਨੇ, ਕੌਣ ਮੇਨਟੇਨ ਕਰਦਾ? ਆਟੋਮੈਟਿਕਲੀ ਉਸੇ ਸੀਜ਼ਨ ਦੇ ਵਿੱਚ ਉਸੇ ਦੇ ਵਿੱਚ ਉਹ ਸਾਰਾ ਕੁਛ ਸ਼ੁਰੂ ਹੋ ਜਾਂਦਾ। ਹੁਣ ਮਾਰਚ ਚੜ੍ਹਨ ਵਾਲਾ, ਸੀਤਲਾ ਦੀ ਪੂਜਾ ਸ਼ੁਰੂ ਹੋ ਜਾਣੀ ਹੈ। ਮਾਤਾ ਜਦੋਂ ਨਿਕਲਦੀ ਹੈ, ਮਤਲਬ ਇਹ ਬਿਮਾਰੀ ਨੂੰ ਦੂਰ ਕਰਨ ਵਾਲਾ ਫੰਕਸ਼ਨ ਹੈ ਇੱਕ, ਕਿਉਂਕਿ ਸਰੀਰ ਦੇ ਵਿੱਚ ਐਗਜ਼ਿਸਟੈਂਸ ਦੇ ਵਿੱਚ ਸਾਡੀ ਜ਼ਰੂਰਤ ਸੀ ਇਹ। ਜਦੋਂ ਸਦੀਆਂ ਤੋਂ ਲੋਕ ਰਹਿੰਦੇ ਆ ਰਹੇ ਸੀ, ਮੁਸ਼ਕਿਲਾਂ ਆਉਂਦੀਆਂ ਸੀ, ਕਲੈਕਟਿਵ ਐਕਸਪੀਰੀਅੰਸ ਸੀ ਕਿ ਇਹਨਾਂ ਮਹੀਨਿਆਂ 'ਚ ਕੁਛ ਹੋਣਾ, ਇੱਦਾਂ ਦੀਆਂ ਮੁਸ਼ਕਿਲਾਂ ਆਉਣੀਆਂ ਨੇ। ਉਹਨਾਂ ਨੂੰ ਹੱਲ ਕਰਨ ਦੇ ਲਈ ਬੇਸਿਕਲੀ ਇਹ ਸਿੰਬੋਲਿਕ ਟਰੀਟਮੈਂਟ ਨੇ ਕਿਸਮ ਦੇ, ਜਿਹਦੇ ਨਾਲ ਸਾਡੀ ਜਿਹੜੀ ਛੁਪੀ ਹੋਈ ਅੰਦਰਲੀ ਹੀਲਿੰਗ ਪਾਵਰ ਵੀ ਉਹ ਵੀ ਜਾਗ ਪੈਂਦੀ ਹੈ। ਔਰ ਬਹੁਤ ਸਾਰੇ ਲੋਕ, ਹੁਣ ਨਵਾਂ ਇੱਕ ਚੱਲਿਆ ਮੈਂ ਦੇਖਿਆ, ਮੈਂ ਉਹ ਕਿਤਾਬ ਵੀ ਮੈਨੂੰ ਕਿਸੇ ਨੇ ਦਿੱਤੀ, ਮੈਂ ਪੜ੍ਹੀ, ਬਹੁਤ ਸਾਰੇ ਗੁਰਬਾਣੀ ਨਾਲ ਇਲਾਜ ਕਰ ਦਿੰਦੇ ਨੇ ਪੜ੍ਹ ਕੇ, ਸ਼ਬਦ ਪੜ੍ਹ ਕੇ। ਅੱਛਾ, ਹੁੰਦਾ ਕੀ ਹੈ? ਕਿਉਂਕਿ ਫੇਥ ਦਾ ਉਹ ਲੈਵਲ ਨਹੀਂ ਹੁੰਦਾ। ਅਸੀਂ ਦੂਜਾ ਬੰਦਾ ਦੱਸਦਾ ਹੈ ਕਿ ਜੀ ਇਹ ਸ਼ਬਦ ਪੜ੍ਹੋ ਤੁਹਾਡੇ ਘਰ ਦੇ ਵਿੱਚ ਇਹ ਹੋ ਜਾਊਗਾ, ਜਾਂ ਆ ਇਹਨੂੰ ਇਸ ਦੇਵਤੇ ਨੂੰ ਧਿਆਓ ਇੱਦਾਂ ਹੋ ਜਾਊਗਾ। ਉਹ ਕਿਸੇ ਨੇ ਕਿਹਾ ਕਿ ਜੇ ਫੁੱਲ ਤੁਹਾਨੂੰ ਫੇਥ ਹੋਵੇ ਕਿਸੇ ਲੇਡੀ ਨੂੰ, ਕਿ ਪਹਾੜਾਂ ਨੂੰ ਫੇਥ ਹਿਲਾ ਦਿੰਦਾ। ਉਹਦੇ ਘਰ ਦੇ ਬਾਹਰ ਪਹਾੜੀ ਸੀ, ਬਾਰੀ ਤੋਂ ਅੱਗੇ ਦਿਖਦਾ ਹੀ ਕੁਛ ਨਹੀਂ ਸੀ। ਉਹ ਸਾਰੀ ਰਾਤ ਬਾਰੀ ਬੰਦ ਕਰਕੇ ਫੇਥ ਨਾਲ ਪਾਠ ਕਰਦੀ ਰਹੀ, ਘਰ ਵਾਲਾ ਵੀ ਨਾਲ ਬਿਠਾ ਲਿਆ ਵਿਚਾਰਾ। ਕਹਿੰਦੇ ਵੀ ਸਵੇਰ ਤੱਕ ਪਹਾੜੀ ਦੂਰ ਹੋ ਜਾਊ। ਜਦੋਂ ਖੋਲ੍ਹ ਕੇ ਦੇਖਿਆ ਤਾਂ ਨਹੀਂ ਹੋਈ। ਉਹ ਕਹਿੰਦੇ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਹੋਣੀ ਨਹੀਂ ਹੈ। ਸੋ ਫੇਥ ਦਾ ਲੈਵਲ ਸਾਡਾ ਕਈ ਵਾਰ ਇਹ ਹੁੰਦਾ ਕਿ ਉਹ ਓਪਰੇਟ ਕਿਵੇਂ ਕਰੇ, ਉਹਦੇ ਵਿੱਚ ਉਹ ਚੀਜ਼ ਨਹੀਂ ਕਰ ਸਕਦੀ ਉਹ ਉਸ ਗੱਲ ਨੂੰ। ਪਰ ਇਹ ਹੈ ਕਿ ਇਹ ਸਾਡੇ ਜਿਹੜੇ ਬਿਲੀਫ ਸਿਸਟਮਸ ਨੇ ਬੇਸਿਕਲੀ ਦੇ ਗਵਰਨ ਅਵਰ ਲਾਈਫ, ਦੇ ਗਵਰਨ ਅਵਰ ਹੈਲਥ ਆਲਸੋ। ਤੁਸੀਂ ਕਰੋਨੇ ਦੀ ਐਗਜ਼ਾਮਪਲ ਆਪਾਂ ਲੇਟੈਸਟ ਹੈ ਆਪਣੇ ਸਾਹਮਣੇ ਹੈ। ਵੀ ਡੋਂਟ ਨੋ ਕਿ ਬਿਮਾਰੀ ਹੈ ਵੀ ਕਿ ਨਹੀਂ ਹੈ। ਪਹਿਲਾਂ ਦੱਸਿਆ ਗਿਆ ਕਿ ਜੀ ਇਹ ਸ਼ਹਿਰਾਂ 'ਚ ਹੀ ਹੋਣੀ ਹੈ, ਸ਼ਹਿਰਾਂ ਦੇ ਲੋਕ ਮਰੇ। ਫਿਰ ਕਿਹਾ ਕਿ 60 ਸਾਲ ਤੋਂ ਉੱਪਰ ਵਾਲਿਆਂ ਨੂੰ ਹੋਣੀ ਹੈ। ਫਿਰ ਨੈਕਸਟ ਫੇਜ਼ ਆਈ, ਉਹ ਕਹਿੰਦੇ ਜੀ ਯੂਥ ਨੂੰ ਹੋਊਗੀ ਇਸ ਵਾਰੀ। ਪਤਾ ਨਹੀਂ ਕਿੱਥੇ ਦੱਸ ਜਾਂਦਾ ਉਹ ਕਰੋਨਾ ਆ ਕੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ। ਹੁਣ ਤੀਜੀ ਵਾਰੀ ਉਹ ਕਹਿੰਦੇ ਜੀ ਬੱਚਿਆਂ ਦੇ ਲਈ ਆ ਰਹੀ ਹੈ, ਵੀ ਜਿਵੇਂ ਆਪ ਹੀ ਬਣਾ ਰਹੇ ਹੁੰਦੇ ਨੇ ਕਿਤੇ ਬੈਠ ਕੇ। ਮੈਂ ਇਹਦੀ ਕਲਾਸੀਕਲ ਐਗਜ਼ਾਮਪਲ ਇਹ ਦੇਖੀ ਕਿ ਉੱਥੇ ਦਿੱਲੀ ਦੇ ਵਿੱਚ ਮੋਰਚੇ ਦੇ ਉੱਪਰ ਕਿਸਾਨਾਂ ਨੂੰ ਨਹੀਂ ਹੋਈ। 90 ਸਾਲ ਦੇ ਬਜ਼ੁਰਗ ਉੱਥੇ ਬੈਠੇ ਸੀ, ਟਰਾਲੀਆਂ 'ਚ 10-10 ਜਾਣੇ, ਕੋਈ ਮਾਸਕ ਵੀ ਨਹੀਂ ਸੀ ਪਾਉਂਦੇ। ਦਿੱਲੀ 'ਚ ਜਿਹੜੇ ਮਾਸਕ ਪਾ ਰਹੇ ਸੀ ਉੱਥੇ ਡੈੱਡ ਬੋਡੀਜ਼ ਰੱਖਣ ਨੂੰ ਥਾਂ ਨਹੀਂ ਸੀ, ਸ਼ਮਸ਼ਾਨ ਘਾਟ ਪੂਰੇ ਨਹੀਂ ਪਏ। ਸੋ ਜਿਹੜਾ ਫੇਥ ਹੈ ਸਾਡਾ, ਜੇ ਤੁਹਾਨੂੰ ਇਹ ਫੇਥ ਹੋ ਜਾਵੇ ਕਿ ਤੁਸੀਂ ਬਿਮਾਰ ਹੋ, ਤੁਸੀਂ ਬਿਮਾਰ ਹੀ ਹੋ ਜਾਓਗੇ ਹੌਲੀ ਹੌਲੀ। ਡਾਕਟਰ ਜਦੋਂ ਐਕਸਰੇ ਦੇਖਦਾ ਨਾ ਇਸ ਤਰ੍ਹਾਂ ਕਰਕੇ,
ਜਿਹੜੇ ਉਹ 2-3 ਮਿੰਟ ਹੁੰਦੇ ਨੇ ਨਾ, ਬੰਦਾ ਤਾਂ ਮਰਨ ਵਾਲਾ ਉਸੇ 'ਚ ਹੀ ਹੋ ਜਾਂਦਾ ਅਸਲ ਦੇ ਵਿੱਚ। ਹਾਂ, ਫਿਰ ਤੁਸੀਂ ਪੁੱਛਦੇ ਹੋ ਵੀ ਡਾਕਟਰ ਸਾਹਿਬ ਕਿਸ ਤਰ੍ਹਾਂ ਹੈ, ਉਹ ਦੇਖ ਰਿਹਾ ਹੁੰਦਾ ਵੀ ਬਿੱਲ ਕਿੰਨਾ ਬਣਾਉਣਾ ਹੈ, ਵੀ ਕਿੰਨਾ ਕੁ ਝਾੜਿਆ ਜਾ ਸਕਦਾ ਇਹਨੂੰ। ਪਰ ਇੰਟਰਸਟਿੰਗਲੀ ਬਹੁਤ ਸਾਰੇ ਡਾਕਟਰਾਂ ਤੋਂ ਲੋਕਾਂ ਨੂੰ ਵੈਸੇ ਹੀ ਆਰਾਮ ਆ ਜਾਂਦਾ। ਕਈ ਫ੍ਰੀ ਦਵਾਈ ਦਿੰਦੇ ਨੇ, ਤੁਸੀਂ ਦੇਖਿਆ ਹੋਣਾ, ਕਹਿੰਦੇ ਜਿਹਦੇ ਹੱਥ 'ਚ ਬੜੀ ਸ਼ਿਫਾ ਹੈ। ਜਿੱਥੇ ਲਾਲਚ ਨਹੀਂ ਹੈ ਉੱਥੇ ਆਰਾਮ ਆਉਂਦਾ, ਜਿੱਥੇ ਲਾਲਚ ਹੈ ਉੱਥੇ ਨਹੀਂ ਆਉਂਦਾ। ਪਰ ਮੈਂ ਇੱਥੇ ਵਿਆਹ ਗਿਆ, ਮੇਰਾ ਦੋਸਤ ਹੈ, ਉਹਦਾ ਭਾਣਜੇ ਦਾ ਵਿਆਹ ਸੀ, ਉਹ ਆਈ ਸਰਜਨ ਦਾ ਕੋਰਸ ਕਰ ਰਿਹਾ ਸੀ। ਮੈਨੂੰ ਬੜਾ ਇੱਕਦਮ ਗਿਆਨ ਪ੍ਰਾਪਤ ਹੋਇਆ ਉਸ ਦਿਨ ਉੱਥੇ, ਜਦੋਂ ਉਹਨਾਂ ਦੇ ਸਾਰੇ ਡਾਕਟਰ ਆਏ ਰਜਿੰਦਰਾ ਹਸਪਤਾਲ ਦੇ, ਅਜੇ ਰਿਟਾਇਰ ਨਹੀਂ ਸੀ ਹੋਏ। ਕੋਈ ਲੰਗੜਾਉਂਦਾ ਆਵੇ, ਕਿਸੇ ਦੇ ਉਹ ਮਤਲਬ ਨਾਲ ਮਸ਼ੀਨ ਜੀ ਚੱਕੀ ਹੋਈ ਸਾਹ ਵਾਲੀ। ਮੈਂ ਕਿਹਾ ਇਹ ਕੀ ਕਰਨਗੇ ਇਲਾਜ ਕਿਸੇ ਦਾ, ਇਹ ਤਾਂ ਖੁਦ ਹੀ ਬਿਮਾਰ ਨੇ ਸਾਰੇ। ਮਤਲਬ ਮੈਂ ਉਹਨਾਂ ਤੋਂ ਇਹ 'ਚ ਵੱਡਾ ਸੀ, ਮੈਂ ਠੀਕ ਠਾਕ ਬੈਠਾ, ਮੈਂ ਕਿਹਾ ਇਹਨਾਂ ਤੋਂ ਵੀ ਅਸੀਂ ਵੀ ਚੰਗੇ। ਸੋ ਜੇ ਕਿਤੇ ਜਿੰਨੀ ਸਾਇੰਟੀਫਿਕ ਗੱਲਾਂ ਇਹ ਕਰਦੇ ਨੇ, ਜਿੱਡਾ ਸਾਡਾ ਫੇਥ ਹੋਰ ਚੀਜ਼ ਤੋਂ ਹਟਾ ਕੇ ਉਸ ਦੇ ਉੱਪਰ ਕਰਵਾਉਂਦੇ ਨੇ, ਫਿਰ ਡਾਕਟਰ ਤਾਂ ਕੋਈ ਮਰਨਾ ਨਹੀਂ ਸੀ ਚਾਹੀਦਾ। ਜਿਸ ਕੌਨਫੀਡੈਂਸ ਦੇ ਨਾਲ ਉਹ ਦੱਸਦੇ ਨੇ ਤੁਹਾਡੀ ਡਿਸੀਜ਼ ਬਾਰੇ, ਤੁਹਾਡੀ ਬਾਡੀ ਬਾਰੇ, ਐਜ਼ ਇਫ ਦੇ ਨੋ ਐਵਰੀਥਿੰਗ। ਹਾਲਾਂਕਿ ਪਾਰਸ਼ਲ ਨੌਲੇਜ ਹੈ, ਫੁੱਲ ਨੌਲੇਜ ਨਹੀਂ ਹੈ ਕਿਸੇ ਚੀਜ਼ ਦੀ। ਮਤਲਬ ਬਹੁਤ ਸਿਆਣੇ ਵੀ ਡਾਕਟਰ ਹੁੰਦੇ ਨੇ। ਜਿਹੜਾ ਡਾਕਟਰ ਲਾਲਚੀ ਨਹੀਂ ਹੈ, ਸਿਆਣਾ, ਮੈਂ ਸਮਝਦਾ ਵੀ ਉਹਦੇ ਵਰਗਾ ਫਰਿਸ਼ਤਾ ਕੋਈ ਨਹੀਂ। ਜਿਹੜਾ ਲਾਲਚੀ ਹੈ ਉਹਦੇ ਵਰਗਾ ਕਸਾਈ ਕੋਈ ਨਹੀਂ, ਅਨਫੋਰਚੂਨੇਟਲੀ। ਕਿਉਂਕਿ ਲਾਲਚ ਵੱਧਦਾ ਜਾ ਰਿਹਾ ਦੁਨੀਆ 'ਚ। ਡਾਕਟਰ ਨੇ ਜਿਹੜੇ ਨਾ ਸਿਰਫ ਉਹ ਹੈਲਥ ਖਰਾਬ ਕਰਨ ਲੱਗੇ ਨੇ, ਬਿਮਾਰੀਆਂ ਪੈਦਾ ਕਰਨ ਲੱਗੇ ਨੇ। ਕਰੋਨਾ ਇਜ਼ ਵਨ ਆਫ ਦੈਮ, ਬਲੱਡ ਪ੍ਰੈਸ਼ਰ ਇਜ਼ ਵਨ ਆਫ ਦੈਮ, ਸ਼ੂਗਰ ਇਜ਼ ਵਨ ਆਫ ਦੈਮ। ਸਾਡੇ ਇੱਥੇ ਬੋਪਰਾਏ ਸਾਹਿਬ ਹੁੰਦੇ ਸੀ ਵਾਈਸ ਚਾਂਸਲਰ, ਉਹ ਹੈਲਥ ਸੈਕਟਰੀ ਵੀ ਰਹੇ ਸੀ। ਉਹਨਾਂ ਦੀ ਬੜੀ ਇੰਟਰਸਟਿੰਗ ਇਹ ਸੀ ਕਿ ਉਹਨਾਂ ਨੂੰ ਹੈਲਥ ਬਾਰੇ ਬਹੁਤ ਕੌਨਸ਼ੀਅਸ ਸੀ। ਉਹ ਮੈਨੂੰ ਕਹਿੰਦੇ ਵੀ ਤੁਸੀਂ, ਤੁਹਾਡਾ ਬਲੱਡ ਪ੍ਰੈਸ਼ਰ ਕਿੰਨਾ ਹੈ, ਉੱਪਰਲਾ ਕਿੰਨਾ ਹੈ, ਥੱਲੇ ਵਾਲਾ ਕਿੰਨਾ ਹੈ। ਮੈਂ ਕਿਹਾ ਜੀ ਮੈਂ ਤਾਂ ਕਦੇ ਚੈੱਕ ਹੀ ਨਹੀਂ ਕਰਾਇਆ। ਸ਼ੂਗਰ ਕਿੰਨੀ ਹੈ? ਕਹਿੰਦੇ ਗੋਲੀ। ਮੈਂ ਕਿਹਾ ਗੋਲੀ ਵੀ ਨਹੀਂ ਖਾਈ ਦੀ। ਉਹ ਮੈਨੂੰ ਕਹਿੰਦੇ ਯੂ ਆਰ ਨਾਟ ਸੀਰੀਅਸ ਅਬਾਊਟ ਯੂਅਰ ਸੈਲਫ। ਮੈਂ ਕਿਹਾ ਹਾਂ, ਸੀਰੀਅਸ ਹੋ ਕੇ ਬਿਮਾਰ ਹੁੰਦਾ ਬੰਦਾ। ਜਿਹੜੇ ਸਰੀਰ ਨੇ ਰਹਿਣਾ ਹੀ ਨਹੀਂ, ਉਹਦੇ ਬਾਰੇ ਇੰਨੇ ਸੀਰੀਅਸ ਹੋਣ ਦੀ ਵੀ ਕੀ ਲੋੜ ਹੈ ਵੈਸੇ। ਮੈਂ ਉਹਨੂੰ ਕਿਹਾ ਜੀ ਕੱਲ੍ਹ ਨੂੰ ਗੱਲ ਕਰਾਂਗੇ। ਮੈਂ ਉਹਨਾਂ ਨੂੰ ਇੱਕ ਆਰਟੀਕਲ ਦਿੱਤਾ ਲਿਜਾ ਕੇ, ਸੋਸ਼ੋਲੋਜੀ ਆਫ ਮੈਡੀਸਨ ਦਾ ਆਰਟੀਕਲ ਸੀ। ਅਮਰੀਕਾ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਮੈਂ ਤੁਹਾਨੂੰ ਆਰਟੀਕਲ ਦੀ ਕਾਪੀ ਵੀ ਭੇਜ ਦੂੰਗਾ ਜੇ ਕਹੋ। ਮੈਕਸੀਮਮ ਡੈਥਸ ਨੇ ਜਿਹੜੀਆਂ, ਹਾਈ ਪਰਸੈਂਟੇਜ ਡੈਥ, ਪਤਾ ਕਾਹਦੇ ਨਾਲ ਹੋ ਰਹੀ ਨੇ? ਪ੍ਰੈਸਕ੍ਰਿਪਟਿਵ ਮੈਡੀਸਨ ਦੇ ਨਾਲ। ਉਸ ਬੰਦੇ ਨੇ ਇੰਸਟੀਟਿਊਸ਼ਨਲ ਕਰਪਸ਼ਨ 'ਤੇ ਆਰਟੀਕਲ ਲਿਖਿਆ ਹੋਇਆ ਸੀ ਕਿ ਜਿਹੜੀਆਂ ਮੈਡੀਸਨਸ ਕ੍ਰੀਏਟ ਕਰੀਆਂ ਜਾਂਦੀਆਂ ਨੇ, ਪਹਿਲਾਂ ਡਿਸੀਜ਼ ਲੱਭੀ ਜਾਂਦੀ ਹੈ, ਡਿਸੀਜ਼ ਆਫ ਦਾ ਡੈਕੇਡ, ਫਿਰ ਮੈਡੀਸਨਸ ਬਣਾਈਆਂ ਜਾਂਦੀਆਂ ਨੇ, ਫਿਰ ਉਹ ਮੈਡੀਸਨਸ ਦੀ ਥੋੜ੍ਹੀ ਜਿਹੀ ਵੇਰੀਏਸ਼ਨ ਕਰਕੇ ਉਹਨਾਂ ਦਾ ਰੇਟ 10 ਗੁਣਾ ਵਧਾ ਦਿੱਤਾ ਜਾਂਦਾ ਹੈ। ਪਰ ਉਹ ਚੈੱਕ ਕਰਨ ਵਾਲੇ ਕੌਣ ਹੁੰਦੇ ਨੇ? ਖੁਦ ਹੀ ਇੰਸਪੈਕਟਰ ਹੁੰਦੇ ਨੇ ਉਹ। ਸੋ ਅਸੀਂ ਫਾਰਮਾਸਿਊਟੀਕਲ ਜਿਹੜਾ ਅੰਪਾਇਰ ਹੈ, ਇਹਨੂੰ ਅਸੀਂ ਦੇਖ ਨਹੀਂ ਸਕੇ ਚੰਗੀ ਤਰ੍ਹਾਂ। ਇਹ ਬਿਮਾਰੀਆਂ ਕ੍ਰੀਏਟ ਕਰਨ ਦਾ ਇੱਕ ਬਹੁਤ ਵੱਡਾ ਸਾਧਨ ਹੈ। ਪਰ ਇਹਦੀ ਜਿਹੜੀ ਲੋਅਰ ਪਾਰਟ ਹੈ ਉਹ ਬੇਸਿਕਲੀ ਡਰੱਗਸ ਦਾ ਹੈ। ਜਿਹੜਾ ਸਾਡੇ ਕਹਿੰਦੇ ਨੇ ਨਾ ਗੁਟਕਾ ਫੜ ਕੇ ਕਿ ਨਸ਼ੇ ਦਾ ਲੱਕ ਤੋੜ ਦਾਂਗੇ, ਬੇਸਿਕਲੀ ਇਹਨਾਂ ਦਾ ਲੱਕ ਹੀ ਨਸ਼ੇ ਦਾ ਬਣਿਆ ਹੋਇਆ ਹੈ। ਇਹ ਕਿੱਥੋਂ ਵਿਚਾਰੇ ਤੋੜਨਗੇ? ਇਹ ਗੌਰਮੈਂਟਾਂ ਨੇ ਜਿਹੜੀਆਂ, ਇਹ ਉਹਦੇ ਉੱਪਰ ਹੀ ਖੜੀਆਂ ਨੇ ਅਸਲ ਦੇ ਵਿੱਚ। ਇੰਟਰਨੈਸ਼ਨਲ ਟਰੇਡ ਹੈ ਇਹ ਬਹੁਤ ਵੱਡਾ। ਸੋ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਇਹਦੇ ਵਿੱਚ ਜਦੋਂ ਅਸੀਂ ਜਿਹੜੀਆਂ ਹੀਲਿੰਗ ਟ੍ਰੈਡੀਸ਼ਨਸ ਨੇ, ਜਾਂ ਜਿਹੜਾ ਕਹਿ ਲਓ ਫੇਥ ਸਿਸਟਮ ਹੈ, ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਦੇ ਬਾਰੇ ਅਵੇਅਰ ਹੋਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਜਿਹੜੀ ਸਾਇੰਸ ਨੇ ਜਿਹੜੇ ਫੇਥ ਕ੍ਰੀਏਟ ਕਰੇ ਨੇ, ਉਹ ਵੀ ਡਿਪੈਂਡੇਬਲ ਨਹੀਂ ਹਨ। ਫਿਰ ਇਹ ਹੈ ਕਿ ਸਾਡੇ ਜਿਹੜੀਆਂ ਪੁਰਾਣੀਆਂ ਹੀਲਿੰਗ ਟ੍ਰੈਡੀਸ਼ਨਸ, ਉਹਨਾਂ ਨੂੰ ਅਨਪੜ੍ਹ ਕਹਿ ਕੇ, ਬੇਵਕੂਫ ਕਹਿ ਕੇ, ਮਤਲਬ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਰਹਿੰਦੇ ਹਾਂ। ਪਰ ਉਹ ਲੋਕ ਫਿਰ ਵੀ ਉਹਨਾਂ 'ਚ ਟਰਸਟ ਕਰਦੇ ਨੇ, ਕਿਉਂਕਿ ਫੇਥ ਉੱਥੋਂ ਜਾਗਦਾ। ਡਾਕਟਰ ਅਤੇ ਹੌਸਪੀਟਲ ਹੈ ਜਿਹੜਾ, ਉਹ ਫੇਥ ਨਹੀਂ ਜਗਾਉਂਦਾ। ਕਿੰਨੇ ਸਾਰੇ ਮਤਲਬ ਸਾਡੀਆਂ ਲੈਬਸ ਖੁੱਲ੍ਹ ਜਾਂਦੀਆਂ ਨੇ, ਕਿੰਨੇ ਟੈਸਟ ਆ ਗਏ ਹੁਣ। ਇੰਟਰਸਟਿੰਗਲੀ ਤੁਸੀਂ ਕਦੇ ਟੈਸਟ ਕਰਾਉਣ ਜਾਣਾ, ਤੁਹਾਡਾ ਸਾਰਿਆਂ ਦਾ ਹੀ ਲਗਭਗ ਵਿਦਆਊਟ ਐਕਸੈਪਸ਼ਨ ਮੈਂ ਦੇਖਿਆ ਵਿਟਾਮਿਨ ਡੀ ਘੱਟ ਜਾਂਦਾ। ਵਿਟਾਮਿਨ ਡੀ ਧੁੱਪ 'ਚੋਂ ਮਿਲਦਾ। ਵੈਸੇ ਸਾਡੇ ਸੂਰਜ ਦੀ ਬੜੀ ਕਿਰਪਾ ਹੈ, ਅਸੀਂ ਕੋਈ ਐਸਕੀਮੋਜ਼ ਨਹੀਂ ਹਾਂ, ਸੂਰਜ ਚੜ੍ਹਿਆ ਰਹਿੰਦਾ, ਅਸੀਂ ਧੁੱਪ ਦੇ ਵਿੱਚ, ਸਾਰਿਆਂ ਦੇ ਵਿਟਾਮਿਨ ਡੀ ਠੀਕ ਹੀ ਹੁੰਦਾ। ਮੈਂ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ, ਮੈਡੀਕਲ ਅਫੀਸਰ ਨੂੰ, ਮੈਂ ਕਿਹਾ ਵਿਟਾਮਿਨ ਡੀ ਕਿਉਂ ਘਟਣ ਲੱਗ ਗਿਆ ਹੁਣ? ਪਹਿਲਾਂ ਇਹਦਾ ਟੈਸਟ ਨਹੀਂ ਸੀ ਕੋਈ, ਹੁਣ ਇਹਦਾ ਟੈਸਟ ਹੋਣ ਲੱਗ ਗਿਆ, ਇਸ ਕਰਕੇ ਸਾਰਿਆਂ ਦਾ ਘਟ ਜਾਂਦਾ। ਉਹਨੇ ਮੈਨੂੰ ਲੌਜਿਕ ਦਿੱਤੀ ਬੜੀ ਇੰਟਰਸਟਿੰਗ। ਉਹ ਕਹਿੰਦਾ ਜੀ ਦੇਖੋ, ਆਪਾਂ ਏਸੀ 'ਚ ਤਾਂ ਬੈਠੇ ਰਹਿੰਦੇ ਹਾਂ, ਕਾਰਾਂ ਵੀ ਸਾਡੀਆਂ ਏਸੀ ਨੇ,
ਇਸ ਕਰਕੇ ਸਾਨੂੰ ਧੁੱਪ ਤਾਂ ਲੱਗਦੀ ਨਹੀਂ ਕਦੇ, ਘਟਨਾ ਕੁਦਰਤੀ ਹੈ ਇਹ। ਮੈਂ ਕਿਹਾ ਫਿਰ ਐਸਕੀਮੋ ਤਾਂ ਸਰਵਾਈਵ ਹੀ ਨਹੀਂ ਕਰਨੇ ਚਾਹੀਦੇ, ਜਿੱਥੇ 6 ਮਹੀਨੇ ਸੂਰਜ ਨਿਕਲਦਾ ਹੀ ਨਹੀਂ, ਉਹ ਤਾਂ ਗੁਫਾਵਾਂ 'ਚ ਰਹਿੰਦੇ ਨੇ, ਉੱਥੇ ਤਾਂ ਵਿਟਾਮਿਨ ਡੀ ਤੋਂ ਬਿਨਾਂ ਮਰ ਜਾਣੇ ਚਾਹੀਦੇ ਨੇ ਲੋਕ। ਮਤਲਬ ਲੌਜਿਕ ਸਾਨੂੰ ਸਾਇੰਟੀਫਿਕਲੀ ਕਈ ਵਾਰ ਬੜੀ ਅਪੀਲ ਕਰ ਜਾਂਦੀ ਹੈ, ਜਿਵੇਂ ਨਾ ਕਾਊਂਟਰ, ਉਹ ਕਹਿੰਦਾ ਹਾਂ ਇਹ ਤਾਂ ਠੀਕ ਹੈ ਤੁਹਾਡੀ ਗੱਲ। ਮਤਲਬ ਅਸੀਂ ਸਾਇੰਸ ਨੇ ਵੀ ਕਿਸ ਤਰ੍ਹਾਂ ਦਾ ਆਪਣੇ ਆਪ ਨੂੰ ਧਰਮ ਦਾ ਰੁਤਬਾ ਦੇ ਲਿਆ ਕਿ ਅਸੀਂ ਉਹਨੂੰ ਕੁਐਸਚਨ ਨਹੀਂ ਕਰਦੇ। ਜਿਹੜਾ ਪ੍ਰੀ ਐਗਜ਼ਿਸਟਿੰਗ ਹੈ ਸਾਡੇ ਫੇਥ ਸਿਸਟਮ ਨੇ, ਚਾਹੇ ਉਹ ਧਰਮ ਨੇ ਜਾਂ ਹੋਰ, ਉਹਨਾਂ 'ਚ ਜਿਹੜਾ ਪੋਜ਼ੀਟਿਵ ਹੈ ਉਹਨੂੰ ਵੀ ਅਸੀਂ ਡਿਸਕਾਰਡ ਕਰ ਦਿੰਦੇ ਹਾਂ। ਸੋ ਮੈਨੂੰ ਜਿਹੜੀ ਸਮਝ ਆਈ, ਆਪਾਂ ਮੁੜ ਕੇ ਟਾਈਮ ਕਿੰਨਾ ਕੁ ਦੇਖੀਏ ਤਾਂ, ਮੈਨੂੰ ਜਿਹੜੀ ਸਮਝ ਉਸ ਯੋਗੀ ਦੇ ਨਾਲ ਗੱਲਬਾਤ ਕਰਕੇ ਆਈ, ਜਿਹੜੀ ਤੇ ਮੈਂ ਅਜੇ ਵੀ ਵੈਸੇ ਮੈਨੂੰ ਕਿਤੇ ਕਿਤੇ ਸ਼ੱਕ ਪੈ ਜਾਂਦੀ ਹੈ ਕਿ ਮੈਂ ਆਪਣਾ ਬਲੀਫ ਸਿਸਟਮ ਆ ਜਾਂ ਬਲੀਫ ਸਿਸਟਮ ਮੈਨੂੰ ਕੰਟਰੋਲ ਕਰ ਰਿਹਾ ਹੈ, ਕੋਲੈਕਟਿਵ ਜਾਂ ਦੂਜਾ। ਉਹ ਮੈਨੂੰ ਸਮਝ ਇਹ ਗੱਲ ਆਈ, ਜਿਹੜੀ ਸਭ ਤੋਂ ਇੰਟਰਸਟਿੰਗ ਚੀਜ਼ ਹੈ, ਜਿਹੜੀ ਤੁਹਾਡੀ ਜ਼ਿੰਦਗੀ 'ਚ ਵੀ ਤੁਹਾਡੇ ਕੰਮ ਆਊਗੀ, ਕਿ ਅਸੀਂ ਜਿਹੜਾ ਮਾਈਂਡ ਹੈ ਸਾਡਾ, ਕਿਸੇ ਦਾ ਵੀ, ਪੜ੍ਹੇ ਲਿਖੇ ਦਾ, ਅਨਪੜ੍ਹ ਦਾ, ਕੋਲੈਕਟਿਵ, ਇੰਡੀਵਿਜੂਅਲ ਮਾਈਂਡ, ਅਸਲ ਦੇ ਵਿੱਚ ਇੱਕ ਲਿਵਿੰਗ ਔਰਗੈਨਿਜ਼ਮ ਹੈ। ਇਹ ਐਗਜ਼ਿਸਟ ਕਰਨਾ ਚਾਹੁੰਦਾ ਹੈ। ਇਹ ਸਾਨੂੰ ਆਪਣੇ ਦਾਇਰੇ ਦੇ ਵਿੱਚੋਂ ਕਦੇ ਵੀ ਨਿਕਲਣ ਨਹੀਂ ਦਿੰਦਾ, ਕਿਉਂਕਿ ਇਹ ਸਰਵਾਈਵ ਕਰਨਾ ਚਾਹੁੰਦਾ ਹੈ। ਪਰ ਇੱਕ ਲਿਮਟਿਡ ਟੂਲ ਹੈ, ਇਹ ਸਾਡਾ ਮਾਸਟਰ ਨਹੀਂ ਹੈ। ਅਸੀਂ ਇਹਦੇ ਨਾਲ ਆਇਡੈਂਟੀਫਾਈ ਕਰ ਲੈਂਦੇ ਹਾਂ ਕਿ ਜੋ ਕੁਛ ਮੇਰਾ ਮਾਈਂਡ ਕਹਿੰਦਾ ਇਹੀ ਮੈਂ ਹਾਂ, ਪਰ ਇਹਨੇ ਸਾਨੂੰ ਇੱਕ ਇਮੇਜ ਦਿੱਤਾ ਹੁੰਦਾ ਕਿ ਤੂੰ ਇਹ ਚੀਜ਼ ਹੈ। ਸਾਨੂੰ ਕਲਚਰ 'ਚੋਂ, ਪਰਿਵਾਰ 'ਚੋਂ, ਇੱਧਰੋਂ ਉੱਧਰੋਂ, ਸਮਾਜ 'ਚੋਂ, ਸਾਡੀ ਟ੍ਰੇਨਿੰਗ 'ਚੋਂ ਸਾਨੂੰ ਮਿਲਦਾ ਕਿ ਆਈ ਐਮ ਦਿਸ ਥਿੰਗ, ਆਈ ਐਮ ਦਿਸ ਬੋਡੀ। ਜਦੋਂ ਇਹ ਬੋਡੀ ਨੂੰ ਕੋਈ ਖਤਰਾ ਖੜਾ ਹੋਊਗਾ ਤਾਂ ਇੱਕਦਮ ਮੈਨੂੰ, ਜਾਂ ਫਿਰ ਇਹ ਮਾਈਂਡ ਮੈਨੂੰ ਦੱਸੂਗਾ ਕਿ ਤੂੰ ਬੜੀ ਘੈਂਟ ਚੀਜ਼ ਹੈ, ਤੇਰੀ ਇਹ ਜਾਤ ਹੈ, ਤੇਰਾ ਇਹ ਰੁਤਬਾ ਹੈ, ਤੇਰਾ ਇਹ ਪੈਸਾ ਹੈ, ਤੇਰਾ ਇਹ ਜੈਂਡਰ ਹੈ। ਇਹ ਸਾਡੇ ਬਲੀਫ ਸਿਸਟਮਸ ਨੇ। ਜਾਂ ਫਿਰ ਮਾਈਂਡ, ਜਦੋਂ ਅਸੀਂ ਬੈਠ ਕੇ ਦਾਰੂ ਪੀ ਕੇ ਫੜਾ ਮਾਰਦੇ ਹਾਂ ਕਿ ਮੈਂ ਤਾਂ ਫਿਰ ਫੱਟੇ ਚੱਕਦੇ ਸੀ, ਇੱਦਾਂ ਕਰਦੇ ਸੀ, ਅਸੀਂ ਆਪਣੀ ਸਟੋਰੀ ਨੂੰ ਆਪਣਾ ਆਪ ਸਮਝ ਲੈਂਦੇ ਹਾਂ ਕਿ ਅਸੀਂ ਤਾਂ ਐਂ ਕਰ ਦਿੰਦੇ ਹੁੰਦੇ ਹਾਂ। ਬੇਸਿਕਲੀ ਤਾਂ ਅਸੀਂ ਯਾਦ ਨਹੀਂ ਕਰਨਾ ਚਾਹੁੰਦੇ ਕਿ ਜਦੋਂ ਪੈਦਾ ਹੋਏ ਸੀ ਮੰਜੇ ਤੋਂ ਉੱਠਣ ਜੋਗੇ ਵੀ ਨਹੀਂ ਸੀ। ਨੋ ਬੋਡੀ ਰਿਮੈਂਬਰਸ। ਯਾਦ ਹੈ ਕਿਸੇ ਨੂੰ? ਤੁਹਾਨੂੰ ਮਾਈਂਡ ਉਹਨੂੰ ਨਹੀਂ ਯਾਦ ਰੱਖੂਗਾ ਕਦੇ ਵੀ। ਇਹ ਤੁਹਾਨੂੰ ਉਸੇ ਚੀਜ਼ ਨੂੰ ਰੱਖਣਾ ਚਾਹੂਗਾ ਜਿਹੜੀ ਤੁਹਾਨੂੰ ਸਟੋਰੀ ਫੀਡ ਕੀਤੀ ਹੋਈ ਹੈ, ਐਂਡ ਇਟ ਵਿਲ ਰੀਇਨਫੋਰਸ ਦੈਟ ਸਟੋਰੀ। ਜਿਹੜੀਆਂ ਚੀਜ਼ਾਂ ਉਸ ਸਟੋਰੀ ਨੂੰ ਰੀਇਨਫੋਰਸ ਕਰਦੀਆਂ ਨੇ ਉਹ ਸਾਨੂੰ ਖੁਸ਼ੀ ਦਿੰਦੀਆਂ ਨੇ, ਚਾਹੇ ਉਹ ਇਮੈਜਿਨਡ ਸਟੋਰੀ ਹੋਵੇ। ਤੁਹਾਨੂੰ ਕੋਈ ਬੰਦਾ ਆ ਕੇ ਕਹੇ ਕਿ ਯੂ ਆਰ ਸੱਚ ਏ ਨਾਈਸ ਪਰਸਨ, ਕਿੰਨੇ ਸੋਹਣੇ ਲੱਗ ਰਹੇ ਹੋ, ਕਿਆ ਡੱਬੀਆਂ ਵਾਲਾ ਕਮੀਜ਼ ਪਾਇਆ, ਆਟੋਮੈਟਿਕਲੀ ਸਾਨੂੰ ਮਤਲਬ ਥੋੜ੍ਹਾ ਜਿਹਾ ਇਹ ਮਿਲੂ ਕਿ ਯੈਸ, ਮਤਲਬ ਜਿੱਥੇ ਅਸੀਂ ਐਗਰੀ ਕਰਾਂਗੇ ਕਿਸੇ ਆਈਡੀਆਜ਼ ਦੇ ਉੱਪਰ, ਉੱਥੇ ਤੁਸੀਂ ਮਤਲਬ ਲਾਈਟ ਫੀਲ ਕਰੋਗੇ, ਗੁੱਡ ਫੀਲ ਕਰੋਗੇ, ਕਿਉਂਕਿ ਉਹ ਵੈਲੀਡੇਟ ਕਰ ਰਿਹਾ ਉਹ ਚੀਜ਼ ਨੂੰ। ਜਿਹੜਾ ਬਾਹਰਲਾ ਡਾਟਾ ਹੈ ਉਹ ਸਾਡੇ ਮਾਈਂਡ ਦੀ ਸਟੋਰੀ ਨੂੰ ਸਟਰੋਂਗ ਕਰ ਰਿਹਾ ਹੈ। ਜਿਉਂ ਹੀ ਕਿਤੇ ਇਹਨੂੰ ਥੋੜ੍ਹਾ ਜਿਹਾ ਕੁਐਸਚਨ ਉੱਠੂਗਾ, ਇਹ ਤਿਲ ਮਿਲਾ ਜਾਊਗਾ। ਇਹ ਜਿਹੜਾ ਇਮੇਜ ਦਿੱਤਾ ਹੋਇਆ ਇਹਨੂੰ ਈਗੋ ਕਿਹਾ ਜਾਂਦਾ ਹੈ। ਗੁਰਬਾਣੀ 'ਚ ਇਹਨੂੰ ਹਉਮੈ ਕਿਹਾ ਗਿਆ। ਹਉਮੈ ਦੀਰਘ ਰੋਗ ਹੈ ਔਰ ਦਾਰੂ ਵੀ ਇਸ ਮਾਹੇ। ਇਹ ਵੈਸੇ ਇਹ ਲਫ਼ਜ਼ ਕਿਉਂ ਵਰਤਿਆ ਗੁਰੂ ਸਾਹਿਬ ਨੇ ਕਿ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ? ਦਾਰੂ ਇਸ ਕਰਕੇ ਇਹਦੇ 'ਚ, ਜੇ ਅਸੀਂ ਇਹਦੇ ਬਾਰੇ, ਇਹਦੇ ਵਿੱਚ ਹੀ ਅਵੇਅਰਨੈਸ ਦੀ ਗੁੰਜਾਇਸ਼ ਹੈ, ਹੋਰ ਕਿਤੇ ਨਹੀਂ ਹੋਣੀ ਇਹ। ਜਦੋਂ ਮੈਂ ਦੇਖਣ ਲੱਗ ਗਿਆ ਕਿ ਯਾਰ ਮੈਂ ਇਹ ਕੀ ਕਰ ਰਿਹਾ, ਜਦੋਂ ਮੈਂ ਸਮਝਣ ਲੱਗ ਗਿਆ ਕਿ ਮੈਂ ਉਹੀ ਡਿਪਰੈਸ ਕਰੀ ਜਾ ਰਿਹਾ ਆਪਣੇ ਆਪ ਨੂੰ, ਮੈਨੂੰ ਕੋਈ ਬਿਮਾਰੀ ਤਾਂ ਨਹੀਂ ਕਿਤੇ ਲੱਗੀ ਹੋਈ। ਡਾਕਟਰ ਖੁਦ ਬਿਮਾਰ ਹੈ, ਮੈਂ ਤੰਦਰੁਸਤ ਹਾਂ, ਉਹਦੇ ਕਹੇ ਤੋਂ ਮੈਂ ਮੰਨੀ ਜਾ ਰਿਹਾ ਕਿ ਮੈਂ ਬਿਮਾਰ ਹਾਂ। ਇਸੇ ਕਰਕੇ ਕਹਿੰਦੇ ਨੇ ਕਿ ਸੱਚ ਤੁਹਾਨੂੰ ਮੁਕਤ ਕਰੂਗਾ। ਜਿਹੜੀ ਚੀਜ਼ ਨੇ ਨਹੀਂ ਰਹਿਣਾ, ਸਰੀਰ ਨੇ ਬਦਲਣਾ, ਇਹ ਨੇਚੁਰਲ ਪ੍ਰੋਸੈਸ ਹੈ। ਜਦੋਂ ਅਸੀਂ ਇਹ ਸੱਚ ਨੂੰ ਐਕਸੈਪਟ ਕਰ ਲਿਆ ਤਾਂ ਸਾਡੀ ਜਿਹੜੀ ਇੱਕ ਹਉਮੈ ਦੀ ਇਹ ਚੀਜ਼ ਬਣਾਈ ਕਿ ਮੈਂ ਤਾਂ ਰਹਿਣਾ ਹੀ ਹੈ। ਸ਼ਮਸ਼ਾਨ ਘਾਟ 'ਚ ਆਪਾਂ ਸਾਰੇ ਜਾਂਦੇ ਹਾਂ, ਲੋਕ ਮਰੇ ਹੁੰਦੇ ਨੇ। ਜੇ ਕਿਤੇ ਪਹਿਲੀ ਵਾਰੀ ਸਾਡੇ ਪ੍ਰੋਫੈਸਰ ਹੁੰਦੇ ਸੀ, ਉਹ ਦੱਸਦੇ, ਉਹ ਕਹਿੰਦੇ ਜੇ ਕਿਤੇ ਇਹ ਵਿਸ਼ਵਾਸ ਹੋਵੇ ਸਾਨੂੰ ਇਹਦੇ ਉੱਪਰ ਕਿ ਮਰੇ ਹੀ ਜਾਣਾ, ਯਾਰ ਆਹੀ ਐਂਡ ਹੈ, ਫਿਰ ਤਾਂ ਉੱਥੋਂ ਵਾਪਸ ਹੀ ਨਾ ਆਵੇ ਕੋਈ, ਉੱਥੇ ਹੀ ਬਹਿ ਜਾਣ ਕੇ ਜੀ ਮੁੱਕ ਗਿਆ ਕੰਮ, ਸਾਡਾ ਵੀ ਐਂ ਮੁੱਕ ਜਾਣਾ। ਲੋਕ ਉੱਥੇ ਸ਼ੇਰਾਂ ਦੀਆਂ ਗੱਲਾਂ ਕਰਦੇ ਵਾਪਸ ਆਉਂਦੇ ਹੁੰਦੇ ਨੇ। ਉਹ ਬੰਦਾ ਜਿਹੜਾ ਮਰ ਗਿਆ ਉਹਨੂੰ ਭੁੱਲ ਭੱਲ ਵੀ ਜਾਂਦੇ ਨੇ, ਜਾਂ ਗੱਲਾਂ ਕਰਦੇ ਨੇ ਵੈਸੇ ਹੈ ਤਾਂ ਲੁੱਚਾ ਹੀ ਸੀ, ਪਰ ਕੋਈ ਗੱਲ ਨਹੀਂ, ਚਲੋ ਟਾਈਮ ਨਾਲ ਲੰਘ ਗਿਆ, ਹਾਂ ਦਵਾਈ ਵੀ ਨਹੀਂ ਦਵਾਈ ਨਿਆਣਿਆਂ ਨੇ ਕਹਾ, ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਜਿਵੇਂ ਆਪ ਨਹੀਂ ਮਰਨਾ। ਆਪਾਂ ਸਭਨਾਂ ਨੂੰ ਪਤਾ ਇਹ ਗੱਲ ਦਾ ਕਿ ਬਾਕੀ ਸਾਰਿਆਂ ਨੇ ਮਰ ਜਾਣਾ, ਅੰਦਰੋਂ ਅੰਦਰੀ ਧੁਰ ਅੰਦਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੁਛ ਨਾ ਕੁਛ ਸਮਥਿੰਗ ਇਜ਼ ਦੇਅਰ ਵਿਚ ਇਜ਼ ਨਾਟ ਗੋਇੰਗ ਟੂ ਡਾਈ। ਜੇ ਨਾ ਹੋਵੇ ਫਿਰ ਤਾਂ ਲਾਈਫ ਹੀ ਨਾ ਚੱਲੇ। ਪਰ ਉਹ ਜਿਹੜੀ ਚੀਜ਼ ਹੈ, ਜੇ ਅਸੀਂ ਉਹਨੂੰ ਰਿਅਲਾਈਜ਼ ਕਰ ਲਈਏ
ਉਹਦੇ ਬਾਰੇ ਚੇਤਨ ਹੋ ਜਾਈਏ ਕਿ ਵਟ ਇਜ਼ ਦੈਟ। ਉਹ ਸਾਡੀ ਕੌਨਸ਼ੀਅਸਨੈਸ ਹੈ। ਅਸੀਂ ਬੇਸਿਕਲੀ ਸਪੈਸੀਫਿਕ ਫਾਰਮਸ ਹਾਂ, ਅਸੀਂ ਆਕਾਰ ਧਾਰੇ ਹੋਏ ਹਾਂ ਚੇਤਨਾ ਦੇ। ਜਿਹੜੀ ਨਿਰਾਕਾਰ ਚੇਤਨਾ ਹੈ ਉਹਨੇ ਨਹੀਂ ਖਤਮ ਹੋਣਾ। ਯੂ ਵਰ ਦੇਅਰ, ਗੀਤਾ ਦੇ ਵਿੱਚ ਪਹਿਲਾਂ ਹੀ ਉਹਨੇ ਅਰਜਨ ਨੂੰ ਇਹੀ ਕਿਹਾ, ਕਹਿੰਦਾ ਅਰਜਨ ਤੂੰ ਵੀ ਸੀ ਮੈਂ ਵੀ ਸੀ, ਆਪਾਂ ਰਹਿਣਾ ਵੀ ਹੈ। ਇਹਦਾ ਐਵੇਂ ਡਰਾਮਾ ਜਿਹਾ ਟੈਂਪਰੇਰੀ, ਕਹਿੰਦਾ ਕੋਈ ਖਾਸ ਗੱਲ ਨਹੀਂ। ਤੁਸੀਂ ਗੀਤਾ ਦਾ ਉਪਦੇਸ਼ ਪੜ੍ਹੋ ਨਾ ਅਸਲੀ, ਉਹ ਬੜਾ ਸਿੰਪਲ ਹੈ। ਉਹ ਕਹਿੰਦਾ ਮੇਰੇ ਰਿਸ਼ਤੇਦਾਰ ਖੜੇ ਨੇ, ਮੇਰੇ ਗੁਰੂ ਖੜੇ ਨੇ। ਉਹ ਕਹਿੰਦਾ ਕਿਹੜੇ ਗੁਰੂ? ਐਵੇਂ ਹੀ ਕਹਿੰਦਾ ਗਲਤ ਪਾਸੇ ਖੜ ਕੇ ਇਹਨਾਂ ਨੇ ਮਰਨਾ, ਮੈਂ ਵੈਸੇ ਹੀ ਮਾਰ ਦੇਣਾ ਇਹਨਾਂ ਨੂੰ, ਤੂੰ ਉਹੀ ਕਹਿੰਦਾ ਤੜਫੀ ਜਾਂਦਾ। ਜਸਟ ਕਹਿੰਦਾ ਯੂ ਬਿਕਮ ਮਾਈ ਇੰਸਟਰੂਮੈਂਟ। ਅਸੀਂ ਇੰਸਟਰੂਮੈਂਟ ਹਾਂ ਚੇਤਨਾ ਦੇ। ਮੈਂ ਜਿਹੜਾ ਤੁਹਾਨੂੰ ਭਾਸ਼ਣ ਕਰ ਰਿਹਾ, ਇਹ ਭਾਸ਼ਣ ਮੇਰੇ ਰਾਹੀਂ ਹੋ ਰਿਹਾ, ਤੁਸੀਂ ਸੁਣ ਰਹੇ ਹੋ। ਜੇ ਮੈਂ ਤੇ ਹੰਕਾਰ ਕਰਨ ਲੱਗ ਜਾਂ ਕਿ ਮੇਰਾ ਗਿਆਨ ਹੈ, ਇਹ ਮੇਰੇ ਨਾਲ ਨਹੀਂ ਪੈਦਾ ਹੋਇਆ, ਇਹ ਤੁਹਾਡੇ ਨਾਲ ਵੀ ਖਤਮ ਨਹੀਂ ਹੋ ਜਾਣਾ ਸੁਣ ਕੇ। ਸੋ ਤੱਤ ਵਿਗਿਆਨ ਜਿਹੜਾ ਹੈ, ਜਿਹੜਾ ਸਪਿਰਚੁਅਲਿਟੀ ਦੇ ਵਿੱਚ ਜਾਂ ਉਹਦੇ 'ਚ ਲਿਖਿਆ, ਜਿਹੜਾ ਹਾਈ ਰਿਲੀਜਨ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਸਾਰੇ ਧਰਮਾਂ ਦੇ ਵਿੱਚ ਲਗਭਗ ਇੱਕੋ ਹੀ ਹੈ, ਉਹ ਸਾਡੀ ਪਿਓਰ ਕੌਨਸ਼ੀਅਸਨੈਸ ਹੈ, ਜਿਹੜੀ ਫਾਰਮ 'ਚ ਨਹੀਂ ਆਉਂਦੀ, ਆਕਾਰ 'ਚ ਨਹੀਂ ਆਉਂਦੀ। ਔਰ ਮਨ ਦੀ ਕਪੈਸਿਟੀ ਨਹੀਂ ਉਹਨੂੰ ਫੜ ਸਕਣ ਦੀ। ਮਨ ਇਸ ਕਰਕੇ ਸਾਨੂੰ ਉਹਦੇ ਤੱਕ ਜਾਣ ਨਹੀਂ ਦਿੰਦਾ। ਅਸੀਂ ਜੇ ਇਹਨੂੰ ਸਾਇੰਟੀਫਿਕਲੀ ਐਕਸਪਲੇਨ ਕਰੀਏ, ਅਸੀਂ ਵਿਕਾਸ ਦੀ ਉਸ ਸਟੇਜ ਦੇ ਵਿੱਚ ਹਾਂ ਜਿਸ 'ਚ ਸਾਡਾ ਮਾਈਂਡ ਕਾਫੀ ਵਿਕਸਿਤ ਹੋ ਗਿਆ, ਪਰ ਪੂਰਾ ਚੇਤਨ ਨਹੀਂ ਹੋਇਆ। ਅੱਧਾ ਚੇਤਨ ਹੈ, ਅੱਧਾ ਅਚੇਤ ਹੈ, ਅੱਧਾ ਅਨਕੌਂਸ਼ੀਅਸ ਹੈ, ਅੱਧਾ ਕੌਂਸ਼ੀਅਸ ਹੈ। ਸੋ ਜਦੋਂ ਸਾਡਾ ਅਨਕੌਂਸ਼ੀਅਸ ਮਾਈਂਡ ਵਰਕ ਕਰਦਾ, ਤੁਸੀਂ ਆਪਣੇ ਆਪ ਆਪਣੇ ਬਿਹੇਵੀਅਰ 'ਚ, ਆਪਣੀ ਸੋਚ 'ਚ, ਆਪਣੀਆਂ ਫੀਲਿੰਗਸ 'ਚ ਲੱਭ ਕੇ ਦੇਖ ਲੈਣਾ। ਜਦੋਂ ਅਨਕੌਂਸ਼ੀਅਸ ਮਾਈਂਡ ਵਰਕ ਕਰਦਾ ਤਾਂ ਅਸੀਂ ਰਿਐਕਟ ਕਰਦੇ ਹਾਂ, ਬਿਨਾਂ ਸੋਚੇ ਸਮਝੇ ਇੱਕਦਮ ਰਿਐਕਸ਼ਨ ਹੁੰਦਾ ਹੈ। ਜਦੋਂ ਅਸੀਂ ਸੋਚ ਕੇ ਫੈਸਲਾ ਕਰਕੇ ਕੁਝ ਕਰਦੇ ਹਾਂ ਤਾਂ ਉਹਦੇ 'ਚ ਚੇਤਨਾ ਦਾ ਐਲੀਮੈਂਟ ਆ ਜਾਂਦਾ ਹੈ। ਉਹਨੂੰ ਅਸੀਂ ਹਿਊਮਨ ਕੌਂਸ਼ੀਅਸਨੈਸ ਕਹਿੰਦੇ ਹਾਂ। ਪਰ ਇੱਕ ਲੈਵਲ ਇਹਦੇ ਤੋਂ ਹੋਰ ਉੱਪਰ ਹੈ। ਸਰੀਰ ਲੈਵਲ ਦੀ ਚੇਤਨਾ, ਸਰੀਰ ਰਿਐਕਟ ਕਰਦਾ, ਪਾਣੀ ਗਰਮ ਸੰਗਾ ਇੱਕਦਮ ਰਿਐਕਟ ਕਰਦਾ। ਮਨ ਦੇ ਲੈਵਲ ਦੀ ਚੇਤਨਾ, ਜਾਂ ਅਸੀਂ ਕਹਿ ਲਓ ਇਮੋਸ਼ਨਸ ਦੇ ਲੈਵਲ ਦੀ ਹੈ, ਸਾਡੀਆਂ ਸੈਂਸੇਸ਼ਨਸ ਨੇ, ਫੀਲਿੰਗਸ ਨੇ। ਉਹ ਤੋਂ ਉੱਪਰ ਜਿਹੜੀਆਂ ਸੋਚਾਂ ਨੇ ਸਾਡੀਆਂ, ਫੀਲਿੰਗਸ ਵੀ ਸਾਨੂੰ ਖਿੱਚ ਕੇ ਲੈ ਜਾਂਦੀਆਂ ਨੇ ਕਈ ਵਾਰੀ, ਔਰ ਉਹ ਜ਼ਿਆਦਾ ਕਈ ਵਾਰ ਟਰੂ ਹੁੰਦੀਆਂ ਨੇ, ਜਿਹਨੂੰ ਅਸੀਂ ਗੱਟ ਫੀਲਿੰਗ ਕਹਿ ਦਿੰਦੇ ਹਾਂ ਕਈ ਵਾਰੀ। ਸੋਚਾਂ ਨੇ ਜਿਹੜੀਆਂ ਹਮੇਸ਼ਾ ਦੁਬਿਧਾ 'ਤੇ ਬੇਸਡ ਹੁੰਦੀਆਂ ਨੇ। ਇੱਕ ਸੋਚ ਤੋਂ ਬਿਯੋਂਡ ਥੋਟ ਤੋਂ ਉੱਪਰ ਦਾ ਵੀ, ਜਿਹਨੂੰ ਚੌਥਾ ਪਦ ਕਹਿੰਦੇ ਨੇ। ਸੋ ਸਵੇਰੇ ਜਦੋਂ ਸੁੱਤੇ ਹੁੰਦੇ ਹਾਂ ਤਾਂ ਸਰੀਰ ਸੁੱਤਾ ਹੁੰਦਾ, ਉਹ ਵੀ ਇੱਕ ਚੇਤਨ ਹੈ। ਜਦੋਂ ਜਾਗੋ ਮੀਟੀ 'ਚ ਉੱਠ ਰਹੇ ਹੁੰਦੇ ਹਾਂ, ਦੁਬਿਧਾ 'ਚ ਆਪਸ ਦੇ ਨਾਲ ਬਹਿਸ ਕਰ ਰਹੇ ਹੁੰਦੇ ਹਾਂ, ਉਹ ਵੀ ਇੱਕ ਚੇਤਨਾ ਦਾ ਲੈਵਲ ਹੈ। ਕਈ ਵਾਰ ਉਸ ਵੇਲੇ ਸਵੇਰੇ ਸੁਪਨਾ ਆਇਆ ਹੁੰਦਾ, ਸੱਪ ਮਗਰ ਪਿਆ ਹੁੰਦਾ, ਸਡਨਲੀ ਅੱਗੇ ਖੂਹ ਆ ਜਾਂਦਾ, ਇੱਕਦਮ ਅੱਖ ਖੁੱਲ੍ਹ ਜਾਂਦੀ ਹੈ, ਨਾ ਖੂਹ ਹੁੰਦਾ ਨਾ ਸੱਪ ਹੁੰਦਾ। ਇਹ ਜਿਹੜੀ ਲਾਈਫ ਹੈ, ਇਹਦੇ 'ਚ ਮਾਈਂਡ ਇੱਕ ਡਰੀਮ ਸਿਰਜਦਾ ਬਹੁਤ ਵੱਡਾ, ਕਿ ਤੂੰ ਇਹ ਹੈ, ਤੂੰ ਗਰੀਬ ਹੈ, ਤੂੰ ਅਮੀਰ ਹੈ, ਤੇਰਾ ਪਤਾ ਨਹੀਂ ਕੀ ਬਣਨਾ ਹੈ ਦੁਨੀਆ 'ਚ, ਤੂੰ ਇਕੱਲਾ ਹੀ ਹੈ। ਐਸਾ ਕੁਛ ਨਹੀਂ ਹੈ। ਵੰਸ ਯੂ ਵੇਕ ਅਪ, ਵੰਸ ਯੂ ਐਕਸੈਸ ਯੂਅਰ ਕੌਨਸ਼ੀਅਸਨੈਸ, ਤਾਂ ਆਟੋਮੈਟਿਕਲੀ ਤੁਸੀਂ ਆਪਣੇ ਆਪ ਨਾਲ ਬਹੁਤ ਪੀਸਫੁਲ ਹੋ ਜਾਂਦੇ ਹੋ, ਕਿਉਂਕਿ ਅਸੀਂ ਇਕੱਲੇ ਨਹੀਂ ਹੈ, ਸਾਰਾ ਬ੍ਰਹਿਮੰਡ ਸਾਨੂੰ ਚਲਾ ਰਿਹਾ। ਜੇ ਸਾਹ ਆ ਰਿਹਾ ਨਾ, ਇਹਦਾ ਮਤਲਬ ਇਹ ਬ੍ਰਹਿਮੰਡ ਤੁਹਾਡੇ 'ਤੇ ਮਿਹਰਬਾਨ ਹੈ। ਇਸੇ ਨੂੰ ਪਰਮਾਤਮਾ ਕਿਹਾ, ਇਸੇ ਦੇ ਹੀ ਨਾਂ ਲੈਦਾ ਰੱਖੇ ਹੋਏ ਨੇ। ਅਦਰਵਾਈਜ਼ ਸਾਹ ਨਹੀਂ ਆਊਗਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਇਹਦਾ ਮਤਲਬ ਇਹ ਹੁੰਦਾ ਹੈ ਕਿ ਉਸ ਫਾਰਮ ਨੇ ਚੇਂਜ ਹੋਣ ਦਾ ਟਾਈਮ ਆ ਗਿਆ, ਮਰਿਆ ਫਿਰ ਵੀ ਕੁਛ ਨਹੀਂ। ਸੋ ਇਸ ਕਰਕੇ ਜਿਹੜੀਆਂ ਹੀਲਿੰਗ ਟ੍ਰੈਡੀਸ਼ਨਸ ਨੇ, ਜਾਂ ਜਿਹੜਾ ਫੋਕ ਹੀਲਿੰਗ ਵੀ ਹੈ, ਇਹ ਸਿੰਬੋਲੀਕਲੀ ਉਹਨਾਂ ਚੀਜ਼ਾਂ ਨੂੰ ਜਗਾਉਂਦਾ ਹੈ ਕਿ ਤੁਹਾਡੇ ਅੰਦਰ ਜਿਹੜੀ ਲਾਈਫ ਹੈ, ਜਿਹੜੀ ਸੈਲਫ ਹੀਲਿੰਗ ਲਾਈਫ ਹੈ, ਉਹਨੂੰ ਐਕਟੀਵੇਟ ਕਰ ਦਿੰਦੇ ਹਾਂ ਅਸੀਂ ਸਿੰਬੋਲੀਕਲੀ। ਇਹਦੇ ਹੀ ਮੁਜੱਸਮੇ, ਇਹਦੇ ਹੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਸਾਡੇ ਪੀਰ ਫਕੀਰ ਅਸੀਂ ਬਣਾਏ ਹੋਏ ਸੀ, ਸਾਨੂੰ ਜ਼ਰੂਰਤ ਸੀ ਇਹਨਾਂ ਦੀ। ਪਰ ਇਹਨਾਂ 'ਚ ਫਸਣ ਦੀ ਜ਼ਰੂਰਤ ਨਹੀਂ, ਅਸੀਂ ਇਹਨਾਂ ਤੋਂ ਅੱਗੇ ਦੇਖ ਸਕਦੇ ਹਾਂ। ਇੱਕ ਸਮਾਂ ਐਸਾ ਆਊਗਾ, ਪਹਿਲਾਂ ਕੋਈ ਚੇਤਨ ਹੁੰਦਾ ਸੀ, ਕੋਈ ਸਦੀਆਂ ਬਾਅਦ ਬਹੁਤ ਜ਼ੁਲਮ ਤੋਂ ਚੇਤਨਾ ਦਾ ਵਿਕਾਸ ਐਵੇਂ ਹੀ ਹੁੰਦਾ ਹੈ ਕਿ ਜਦੋਂ ਐਕਸਟ੍ਰੀਮ ਸਫਰਿੰਗ ਹੁੰਦੀ ਹੈ, ਸਾਡੀ ਲਾਈਫ 'ਚ ਸਫਰਿੰਗ ਹੁੰਦੀ ਹੋਈ ਇਸ ਕਰਕੇ ਹੈ। ਜੇ ਤੁਹਾਨੂੰ ਕੋਈ ਦੁੱਖ ਆ ਗਿਆ, ਕਸ਼ਟ ਆ ਗਿਆ, ਸਮਝ ਲਓ ਕਿ ਤੁਹਾਡੇ ਚੇਤਨ ਹੋਣ ਦਾ ਟਾਈਮ ਆ ਗਿਆ। ਮੇਰੇ ਨਾਲ ਪ੍ਰੋਫੈਸਰ ਸਾਹਿਬ ਸੀਗੇ ਇੱਕ ਬੜੇ ਸਿਆਣੇ, ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ ਕਿ ਤੁਹਾਡੇ ਮਨ 'ਚ ਵੀ ਇਹ ਸਵਾਲ ਉੱਠਦਾ ਹੋਣਾ ਕਈ ਵਾਰੀ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ। ਫਿਰ ਅਸੀਂ ਇਹਨੂੰ ਮਾਈਂਡ ਸਾਡਾ ਐਕਸਪੈਂਡ ਕਰ ਲੈਂਦਾ ਕਿ ਚੰਗੇ ਬੰਦਿਆਂ ਨਾਲ ਹੀ ਮਾੜਾ ਕਿਉਂ ਹੁੰਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਚੰਗਾ ਸਮਝ ਰਹੇ ਹੁੰਦੇ ਹਾਂ। ਫਿਰ ਅਸੀਂ ਉਹਦੇ ਲਈ ਐਵੀਡੈਂਸ ਲੱਭ ਲੈਂਦਾ ਮਾਈਂਡ। ਮੈਂ ਇੱਦਾਂ ਹੀ ਲੱਭਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਇਹ ਅਸੀਂ ਕਹਿੰਦੇ ਹਾਂ ਪੁੰਨ ਹੈ, ਪਾਪ ਹੈ, ਚੰਗਾ ਬੰਦਾ ਕਰਦਾ ਚੰਗਾ ਹੁੰਦਾ, ਮਾੜਾ ਕਰਦਾ ਮਾੜਾ ਹੁੰਦਾ। ਸਾਹਿਬਜ਼ਾਦਿਆਂ ਨੇ ਕੀ ਮਾੜਾ ਕਰਿਆ ਸੀ?
ਸਾਡੇ ਸਾਹਮਣੇ ਐਵੀਡੈਂਸ ਹੈ। ਕ੍ਰਾਈਸਟ ਨੇ ਕੀ ਮਾੜਾ ਕਰਿਆ ਸੀ? ਸੂਲੀ ਚਾੜ੍ਹਤਾ ਉਹਨੂੰ। ਮਾਤਾ ਗੁਜਰੀ ਨੇ ਕੀ ਮਾੜਾ ਕਰਿਆ ਸੀ? ਉਹਨੇ ਮੈਨੂੰ ਬਹੁਤ ਸੋਹਣਾ ਜਵਾਬ ਦਿੱਤਾ ਇੱਕ, ਮੈਂ ਹਮੇਸ਼ਾ ਉਹਨੂੰ ਯਾਦ ਰੱਖਦਾ ਇਸ ਗੱਲ ਨੂੰ। ਉਹ ਮੈਨੂੰ ਕਹਿੰਦੇ ਵੀ ਕਦੇ ਤੁਸੀਂ ਇਹ ਦੇਖਿਆ ਵੀ 5ਵੀਂ ਜਮਾਤ ਦੇ ਬੱਚੇ ਨੂੰ BA ਦਾ ਟੈਸਟ ਆ ਗਿਆ ਹੋਵੇ ਜਾਂ PhD ਦਾ ਟੈਸਟ ਆ ਗਿਆ ਹੋਵੇ? ਮੈਂ ਕਿਹਾ ਨਹੀਂ। ਕਹਿੰਦਾ ਜਿਹਦੀ ਐਲੀਜੀਬਿਲਿਟੀ ਹੈ ਉਸੇ ਦਾ ਹੀ ਟੈਸਟ ਲਿਆ ਜਾਂਦਾ ਹੈ। ਸੋ ਇਫ ਸਫਰਿੰਗ, ਇਫ ਕ੍ਰਾਈਸਿਸ ਕਮਸ ਇਨ ਟੂ ਯੂਅਰ ਲਾਈਫ, ਤਾਂ ਸਮਝ ਲਓ ਕਿ ਤੁਹਾਡਾ ਟੈਸਟ ਜੇ ਲਿਆ ਜਾ ਰਿਹਾ ਤੁਸੀਂ ਇਹਦੇ ਯੋਗ ਹੋ। ਟੈਸਟ ਵੀ ਉਹਨੇ ਆਪੇ ਹੀ ਦੇ ਦੇਣਾ ਤੁਹਾਡੇ ਅੰਦਰ ਬੈਠ ਕੇ, ਪਰ ਮਨ ਨਹੀਂ ਖੜਦਾ। ਮਨ ਇੱਧਰ ਉੱਧਰ ਹੋ ਕੇ ਕਈ ਵਾਰ ਤੁਹਾਨੂੰ ਕਹਿੰਦਾ ਵੀ ਨਹੀਂ ਠਹਿਰ ਜਾਓ, ਰੀਪੀਅਰ 'ਚ ਦੇ ਦਾਂਗੇ। ਇਹ ਰੀਪੀਅਰਾਂ ਲੈਂਦਾ ਰਹਿੰਦਾ ਮਾਈਂਡ ਅਸਲ ਦੇ ਵਿੱਚ। ਸੋ ਚੇਤਨਾ ਦੇ ਜਾਗਣ ਦਾ ਜਿਹੜਾ ਸਿਲਸਿਲਾ ਹੈ, ਮੈਂ ਤੁਹਾਨੂੰ ਸਿਰਫ 2 ਐਗਜ਼ਾਮਪਲਸ ਦੇ ਕੇ ਖ਼ਤਮ ਕਰਦਾ। ਜਦੋਂ ਇੰਤਹਾ ਹੋ ਜਾਂਦੀ ਹੈ, ਜਦੋਂ ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ, ਸਫਰਿੰਗ ਦੀ ਇੰਤਹਾ ਹੋ ਜਾਂਦੀ ਹੈ, ਉਦੋਂ ਹੀ ਚੇਤਨਾ ਜਾਗਦੀ ਹੈ। ਪੁਰਾਣੀ ਐਗਜ਼ਾਮਪਲ ਮਹਾਤਮਾ ਬੁੱਧ ਦੀ ਹੈ। ਮਹਾਤਮਾ ਬੁੱਧ ਦੇ ਨਾਲ ਇੱਕ ਸਟੋਰੀ ਜੁੜੀ ਹੋਈ ਆ, ਉਂਗਲਮਾਰ ਡਾਕੂ ਦੀ। ਤੁਸੀਂ ਸੁਣੀ ਹੋਣੀ ਆ, ਜਾਪਾਨੀਆਂ ਨੇ ਉਹ 'ਤੇ ਫਿਲਮਾਂ ਵੀ ਬੜੀਆਂ ਬਣਾਈਆਂ। ਉਂਗਲਮਾਰ ਡਾਕੂ ਇੱਕ ਸਟੂਡੈਂਟ ਸੀਗਾ, ਉਹ ਰਹਿੰਦਾ ਸੀ ਆਪਣੇ ਟੀਚਰ ਦੇ ਕੋਲ। ਬਾਕੀ ਸਟੂਡੈਂਟ ਨੇ ਜਿਹੜੇ ਸਾਡੇ ਵਰਗੇ, ਉਹਨਾਂ ਨੇ ਟੀਚਰ ਨੂੰ ਚੱਕਤਾ ਵੀ ਇਹ ਖਰਾਬ ਹੈ ਬੰਦਾ, ਇਹਨੂੰ ਕੱਢ ਦੇ। ਉਹ ਫਿਜ਼ੀਕਲੀ ਬੜਾ ਤਕੜਾ ਸੀ। ਟੀਚਰ ਨੂੰ ਵੀ ਲੱਗਿਆ ਵੀ ਐਵੇਂ ਕਿਤੇ ਪੰਗਾ ਨਾ ਲੈ ਲਈਏ, ਹੁਣੀ ਦਿਨੀ ਤਾਂ ਦੰਦ ਦੁੰਦ ਲੱਗਦੇ ਵੀ ਨਹੀਂ ਸੀ। ਸੋ ਉਹਨੇ ਉਹਨੂੰ ਸ਼ਰਤ ਲਾਈ ਕਿ ਮੈਂ ਤੈਨੂੰ ਦੀਕਸ਼ਾ ਤਾਂ ਦਊਂਗਾ, ਤੂੰ 1000 ਬੰਦਿਆਂ ਦੀਆਂ ਉਂਗਲੀਆਂ ਕੱਟ ਕੇ, 1000 ਉਂਗਲੀਆਂ ਦਾ ਹਾਰ ਬਣਾ ਕੇ ਮੇਰੇ ਗਲ 'ਚ ਪਾ। 1000 ਉਂਗਲੀਆਂ ਕੱਟਣ ਦਾ ਮਤਲਬ ਹੈ 100 ਆਦਮੀ ਦਾ ਕਤਲ। ਪਾਪੂਲੇਸ਼ਨ ਵੀ ਥੋੜ੍ਹੀ ਹੁੰਦੀ ਸੀ। ਉਹ ਜੰਗਲ 'ਚ ਚਲਿਆ ਗਿਆ, ਡਾਕੂ ਬਣ ਗਿਆ, ਜਿਹੜਾ ਮਰਦਾ ਉਹਦੀਆਂ ਉਂਗਲੀਆਂ ਕੱਟ ਲੈਂਦਾ। ਉਹ ਟੰਗੀਆਂ ਹੋਈਆਂ ਸੀ, ਉਹ ਪੰਛੀ ਖਾਣ ਲੱਗ ਗਏ, ਉਹਨੇ ਗਲ 'ਚ ਪਾਉਣੀਆਂ ਸ਼ੁਰੂ ਕਰਤੀਆਂ। ਮਹਾਤਮਾ ਬੁੱਧ ਕਿਤੇ ਉਸ ਇਲਾਕੇ 'ਚ ਗਿਆ ਹੋਇਆ ਸੀ, ਬਿੰਦੂਸਾਰ ਦੇ ਰਾਜ ਦੇ ਟਾਈਮ ਦੀ ਗੱਲ ਹੈ ਇਹ। ਮਹਾਤਮਾ ਬੁੱਧ ਨੂੰ ਦੱਸਿਆ, ਰਾਜੇ ਨੇ ਦੱਸਿਆ ਕਿ ਇੱਕ ਬੰਦਾ ਹੈ, ਉਹਨੇ ਬੜੀ ਦਹਿਸ਼ਤ ਫੈਲਾਈ ਹੋਈ ਹੈ, ਨਾਗਰਿਕ ਬਹੁਤ ਦੁਖੀ ਨੇ ਇਸ ਗੱਲੋਂ। ਮਹਾਤਮਾ ਬੁੱਧ ਕਹਿੰਦਾ ਵੀ ਚਲੋ ਨਾ ਪਤਾ ਲੱਗਦਾ ਤਾਂ ਹੋਰ ਗੱਲ ਸੀ, ਹੁਣ ਆਏ ਹੋਏ ਆ, ਹੁਣ ਤਾਂ ਜਾਣਾ ਹੀ ਪੈਣਾ। ਉਹਦੇ ਚੇਲਿਆਂ ਨੇ ਉਹਨੂੰ ਰੋਕਿਆ ਵੀ ਤੁਹਾਡੀਆਂ ਹੀ ਉਂਗਲੀਆਂ ਕੱਟੀਆਂ ਜਾਣੀਆਂ ਨੇ, ਰਹਿਣ ਦਿਓ। ਉਹ ਜੀ ਗਿਆ ਤਾਂ ਉਹਨੇ ਮਹਾਤਮਾ ਬੁੱਧ ਨੂੰ ਦੇਖਿਆ, ਉਹਦੇ ਪਿੱਛੇ ਚੱਲ ਪਿਆ। ਮਹਾਤਮਾ ਬੁੱਧ ਤਾਂ ਚੇਤਨ ਬੰਦਾ ਸੀ, ਉਹ ਤੇਜ਼ ਤੁਰੇ ਹੀ ਨਹੀਂ ਸੀ ਰਿਹਾ। ਉਹਨੇ ਇੱਦਾਂ ਦਾ ਇੱਕ ਭਰਮ ਉਹਨੂੰ ਪੈ ਗਿਆ ਕਿ ਭੱਜਿਆ ਜਾ ਰਿਹਾ, ਉਹ ਅੱਗੇ ਅੱਗੇ ਜਾਈ ਜਾਵੇ, ਉਹ ਬਹੁਤ ਸਪੀਡ 'ਤੇ ਆਵੇ। ਉਹ ਅਖੀਰ ਉਹਨੂੰ ਮਤਲਬ ਕਿਉਂਕਿ ਲੁੱਕ ਕੇ ਆ ਰਿਹਾ ਸੀ, ਅਖੀਰ ਉਹਨੂੰ ਗੁੱਸੇ 'ਚ ਉਹ ਕਹਿੰਦਾ ਤੂੰ ਰੁਕਦਾ ਕਿਉਂ ਨਹੀਂ? ਬੁੱਧ ਉਹਨੂੰ ਮੁੜ ਕੇ ਕਹਿੰਦਾ ਤੂੰ ਨਹੀਂ ਰੁਕ ਰਿਹਾ, ਮੈਂ ਤਾਂ ਰੁਕਿਆ ਹੋਇਆ, ਮੈਂ ਤਾਂ ਠਹਿਰਿਆ ਹੋਇਆ, ਤੂੰ ਨਹੀਂ ਠਹਿਰ ਰਿਹਾ, ਤੂੰ ਭਟਕਿਆ ਹੋਇਆ। ਅੱਛਾ, ਉਹਨੂੰ ਇੱਕਦਮ ਅਸਰ ਹੁੰਦਾ, ਮਤਲਬ ਜਾਗ ਪੈਂਦਾ ਉਹਦੇ ਤੋਂ, ਅਤੇ ਉਹ ਹੌਲੀ ਹੌਲੀ ਉਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਉਹਦਾ ਚੇਲਾ ਬਣ ਜਾਂਦਾ। ਬਿਲਕੁਲ ਉਹ ਮਤਲਬ ਉਹ ਸਟੋਰੀ ਇਹ ਹੈ ਕਿ ਉਹਨੇ ਫਿਰ ਉਹਨੂੰ ਉੱਥੇ ਹੀ ਭੇਜਿਆ ਭਿਕਸ਼ਾ ਮੰਗਣ, ਜਿੱਥੇ ਉਹ ਮਾਰ ਕੇ ਆਇਆ ਸੀ। ਲੋਕ ਉਹਦੇ ਇੱਟਾਂ ਮਾਰਦੇ ਸੀ, ਉਹਨਾਂ ਨੂੰ ਉਹ ਬਲੈਸਿੰਗਸ ਦਿੰਦਾ ਸੀ, ਮਤਲਬ ਉਹਦਾ ਭਿਕਸ਼ੂ ਬਣ ਗਿਆ। ਅਤੇ ਰਾਜਾ ਉਹਨੂੰ ਦੇਖਣ ਆਇਆ ਬਿੰਦੂਸਾਰ। ਉਹ ਕਹਿੰਦਾ ਵੀ ਕਿੱਥੇ ਆ ਉਹ ਉਂਗਲਮਾਰ? ਉਹ ਕਹਿੰਦਾ ਜੀ ਉਹ ਬੈਠਾ ਪਾਠ ਕਰ ਰਿਹਾ। ਇਹ ਹੈ ਕਿ ਜਦੋਂ ਸਫਰਿੰਗ ਤੁਹਾਡੀ ਇੰਤਹਾ ਹੋ ਜਾਵੇ ਤਾਂ ਤੁਹਾਡਾ ਜਿਹੜਾ ਸਟਰਕਚਰ ਹੈ ਜਿਹੜਾ ਮਾਈਂਡ ਦਾ ਬਣਾਇਆ ਉਹ ਟੁੱਟ ਜਾਂਦਾ। ਦੂਜੀ ਸਫਰਿੰਗ ਹੋਈ ਗੁਰੂ ਨਾਨਕ ਦੇ ਟਾਈਮ। ਜਿਸ ਤਰ੍ਹਾਂ ਬਾਬਰ ਨੇ ਆ ਕੇ ਜੋ ਜ਼ੁਲਮ ਢਾਇਆ, ਉਸ ਟਾਈਮ ਹੀ ਉਹ ਚੇਤਨਾ ਜਾਗ ਸਕਦੀ ਸੀ। ਬਾਬਰ ਬਾਣੀ ਤੁਸੀਂ ਪੜ੍ਹੀ ਹੋਣੀ ਹੈ, ਸਾਰਿਆਂ ਨੇ ਦੇਖਿਆ ਹੋਣਾ ਹੈ। ਸੋ ਇਹ ਦੋਨੇ ਚੀਜ਼ਾਂ ਦਾ, ਜਦੋਂ ਸਾਨੂੰ ਸੁਪਨੇ ਦੇ ਵਿੱਚ ਸੱਪ ਦਿਖਦਾ ਹੈ, ਖੂਹ ਦਿਖਦਾ, ਅਸੀਂ ਭੱਜੇ ਜਾ ਰਹੇ, ਉਦੋਂ ਹੀ ਜਾਗ ਆਉਂਦੀ ਹੈ ਨਾ। ਹਿਊਮਨ ਕੌਨਸ਼ੀਅਸਨੈਸ ਵੀ, ਕਲੈਕਟਿਵ ਕੌਨਸ਼ੀਅਸਨੈਸ ਵੀ ਇਸ ਤਰ੍ਹਾਂ ਹੀ ਹੈ। ਹੁਣ ਵੀ ਸਮਾਂ ਸਾਡਾ ਚੰਗਾ ਸੀ, ਮੈਂ ਸਮਝਦਾ। ਤੁਹਾਡਾ ਸਮਾਂ ਜਿਹੜਾ ਆ ਰਿਹਾ ਜ਼ਿਆਦਾ ਸਫਰਿੰਗ ਦਾ ਸਮਾਂ ਅੱਗੇ, ਕੋਈ ਫਿਊਚਰ ਨਹੀਂ ਹੈ। ਬੱਚੇ ਬਾਹਰ ਜਾ ਰਹੇ ਨੇ, ਨਸ਼ੇ ਪੱਤੇ, ਜਿਹੜੀਆਂ ਸੰਸਥਾਵਾਂ ਜਿਸ ਕੰਮ ਲਈ ਬਣੀਆਂ ਨੇ ਉਹ ਡਿਸਫੰਕਸ਼ਨਲ ਹੋ ਗਈਆਂ ਨੇ। ਪੁਲਿਸ ਕ੍ਰਾਈਮ ਕ੍ਰੀਏਟ ਕਰ ਰਹੀ ਹੈ, ਕਚਹਿਰੀਆਂ ਬੇਇਨਸਾਫੀ ਕਰ ਰਹੀਆਂ ਨੇ, ਹਾਕਮ ਨੇ ਜਿਹੜੇ ਉਹ ਬਿਲਕੁਲ ਸ਼ੀਂਹ ਅਤੇ ਕੁੱਤੇ ਬਣ ਗਏ ਨੇ, ਜਿਵੇਂ ਬਾਬੇ ਨੇ ਕਿਹਾ ਸੀ, ਲੁਟੇਰੇ। ਔਰ ਟੀਚਰ ਨੇ ਜਿਹੜੇ ਜਿਨ੍ਹਾਂ ਨੂੰ ਗਿਆਨ ਦੇਣਾ ਚਾਹੀਦਾ ਉਹ ਗਿਆਨ ਵੰਡ ਰਹੇ ਨੇ, ਯੂਨੀਵਰਸਿਟੀਆਂ ਨੇ ਜਿਹੜੀਆਂ। ਸੋ ਇਹ ਡਿਸਫੰਕਸ਼ਨਲ ਜਦੋਂ ਇੰਸਟੀਟਿਊਸ਼ਨ ਹੁੰਦੇ ਨੇ ਉਦੋਂ ਜਾਗਣ ਦਾ ਟਾਈਮ ਹੁੰਦਾ ਹੈ। ਪਰ ਪਹਿਲਾਂ ਇਹ ਸਮਾਂ ਸੀ ਕਿ ਕੋਈ ਜਾਗਦਾ ਸੀ। ਹੁਣ ਅਸੀਂ ਵਿਕਾਸ ਦੇ ਉਸ ਪੱਧਰ 'ਤੇ ਹੋ ਕਿ ਐਵਰੀਬੋਡੀ ਹੈਜ਼ ਐਕਸੈਸ, ਤੁਸੀਂ ਜਾਗ ਸਕਦੇ ਹੋ। ਸੋ ਜਾਗੋ ਪਿਆਰਿਓ, ਥੈਂਕ ਯੂ।